ਅੱਜ ਇੱਕ ਬਹੁਤ ਹੀ ਬਿਊਟੀਫੁਲ ਵਰਡ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪਿੱਛੇ। ਅਸੀਂ ਇੱਕ ਵਰਡ ਲਿਖਿਆ ਹੈ ਖਿਸਕਣਾ। ਇਹ ਵਰਡ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਹੈ ਐਂਡ ਅਸੀਂ ਪਿਛਲੇ ਇੱਕ ਹਫ਼ਤੇ ਤੋਂ ਇਹਦੇ ਬਾਰੇ ਗੱਲ ਕਰ ਰਹੇ ਹਾਂ। ਐਂਡ ਅਸੀਂ ਟਰਾਈ ਕਰਦੇ ਹਾਂ ਕਿ ਬਿਲਕੁਲ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਈਜ਼ੀ ਵੇ ਨਾਲ ਤੁਹਾਨੂੰ ਐਕਸਪਲੇਨ ਕਰੀਏ ਸੋ ਦੈਟ ਤੁਸੀਂ ਬੀਇੰਗ ਫੈਮਿਲੀ ਸਾਡੇ ਲਵਡ ਵਨਸ ਵੀ ਰਿਲੇਟ ਕਰ ਸਕੋ ਕਿ ਅਸੀਂ ਕੀ ਕਹਿਣਾ ਚਾਹ ਰਹੇ ਹਾਂ, ਅਸੀਂ ਕੀ ਐਕਸਪਲੇਨ ਕਰਨਾ ਚਾਹ ਰਹੇ ਹਾਂ। ਅਸੀਂ ਸਮਝਾ ਨਹੀਂ ਰਹੇ, ਅਸੀਂ ਐਡਵਾਈਸ ਨਹੀਂ ਦੇ ਸਕਦੇ, ਅਸੀਂ ਸਿਰਫ ਤੁਹਾਨੂੰ ਅੰਡਰਸਟੈਂਡ ਕਰਾ ਸਕਦੇ ਹਾਂ, ਅਸੀਂ ਤੁਹਾਡੇ ਅੰਦਰ ਅਵੇਅਰਨੈਸ ਲੈ ਕੇ ਆ ਸਕਦੇ ਹਾਂ। ਪਹਿਲੇ ਤੇ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੀ, ਤੁਹਾਡੇ ਹਿਸਾਬ ਨਾਲ 2-3 ਫੈਮਲੀਜ਼ ਮੈਨੂੰ ਦੱਸਣ ਖਿਸਕਣਾ ਦਾ ਕੀ ਮਤਲਬ ਹੈ। ਖਿਸਕਣਾ ਵਰਡ ਦਾ ਤੁਹਾਡੇ ਹਿਸਾਬ ਨਾਲ ਕੀ ਮਤਲਬ ਹੈ। ਦੈਨ ਵੀਲ ਪ੍ਰੋਸੀਡ ਫਰਦਰ। ਹਾਂਜੀ, ਕੌਣ ਦੱਸੇਗਾ ਜੀ? ਖਿਸਕਣਾ ਮੈਮ ਤੋਂ ਸ਼ੁਰੂ ਕਰਾਂਗੇ। ਤੁਸੀਂ ਕੀ ਸੋਚਦੇ ਹੋ ਮੈਮ, ਖਿਸਕਣਾ ਕੀ ਹੁੰਦਾ ਹੈ? ਜੋ ਤੁਹਾਨੂੰ ਲੱਗਦਾ ਹੈ ਆਪਣੇ ਆਪਣੇ ਨੌਲੇਜ ਦੇ ਅਕੋਰਡਿੰਗਲੀ ਜੋ ਤੁਹਾਨੂੰ ਲੱਗਦਾ ਹੈ। ਹਾਂਜੀ ਸਰ ਦੱਸ ਦਿੰਦੇ। ਕਿਸੇ ਵੀ ਮਾਹੌਲ ਦਾ ਪੇਸ਼ੈਂਟ ਤੇ ਜਦੋਂ ਤੁਸੀਂ ਕਹਿੰਦੇ ਹੋ ਵੀ ਉਹ ਸਟਕ ਕਰਦਾ ਦਿਮਾਗ ਦੇ ਵਿੱਚ ਟ੍ਰਿਗਰ ਜੀ, ਉਹ ਮਾਹੌਲ ਦਾ ਫਾਇਦਾ ਇੱਕ ਬੰਦਾ ਉਹਦੀ ਜਦੋਂ ਨਸ਼ੇ ਵਾਸਤੇ ਤਲਬ ਜਾਂ ਤੋੜ ਜਾਂ ਜੋ ਵੀ ਮੰਨ ਲਓ ਭਾਲ ਉੱਠਦੀ ਹੈ ਤਾਂ ਉਹ ਖਿਸਕ ਜਾਂਦਾ ਮੌਕੇ ਦਾ ਫਾਇਦਾ ਖਿਸਕ ਜਾਂਦਾ ਹੈ ਤੁਹਾਡੇ ਹਿਸਾਬ ਨਾਲ ਮੌਕੇ ਦਾ ਹਾਲਾਤ ਦਾ ਫਾਇਦਾ ਉਠਾ ਕੇ ਵੀ ਪਤਾ ਵੀ ਨਾ ਲੱਗੇ ਤੇ ਉਹਦਾ ਪਰਪਸ ਵੀ ਪੂਰਾ ਹੋ ਜਾਏ। ਠੀਕ ਹੈ ਜੀ। ਹਾਂਜੀ ਮੈਮ, ਮੈਮ ਤੁਸੀਂ ਖਿਸਕਣਾ ਨੂੰ ਕਿਸ ਤਰ੍ਹਾਂ ਐਕਸਪਲੇਨ ਕਰੋਗੇ? ਐਕਚੁਅਲ ਦੇ ਵਿੱਚ ਮੈਮ ਜਦੋਂ ਜਿਹੜਾ ਸਾਡੇ ਅਸੀਂ ਸ਼ੈਤਾਨ ਦਿਮਾਗ ਨੂੰ ਇੱਕ ਪਾਵਰ ਦੇ ਦਿੰਨੇ ਆ ਉਹਦੇ ਸਿਸਟਮ 'ਚ, ਜਦੋਂ ਅਸੀਂ ਖੁਦ ਹੀ ਆਪਣੇ ਅੰਦਰੋਂ ਇਸ ਦਿਮਾਗ ਨੂੰ ਨਹੀਂ ਸੁਣਨਾ ਚਾਹੁੰਦੇ, ਖੁਦ ਦੀ ਲਾਈਫ ਦੇ ਵਿੱਚ ਵੀ ਅਸੀਂ ਖਿਸਕਦੇ ਆ। ਮੰਨ ਲਓ ਮੇਰਾ ਇੱਕ ਸਕੈਜੂਅਲ ਹੈ ਵੀ ਮੈਂ 5 ਵਜੇ ਉੱਠਣਾ, ਅਸੀਂ ਫਿਰ ਉਹਨੂੰ ਅਲਾਰਮ ਨੂੰ 15 ਮਿੰਟ ਅੱਗੇ ਤੇ ਕਰ ਦਿੰਨੇ ਆ, ਦੈਨ ਅੱਗੇ ਤੇ ਕਰ ਦਿੰਨੇ ਆ। ਦੈਨ ਇੱਥੇ ਜਿਹੜਾ ਪੇਸ਼ੈਂਟ ਹੈ ਉਹ ਤਾਂ ਇੱਕੋ ਦਮ ਹੀ ਮੌਤ ਦੀ ਖਾਈ 'ਚ ਜਾਂਦਾ ਸਿਸਟਮ 'ਚ ਖਿਸਕ ਕੇ। ਬਟ ਇਹ ਵੀ ਐਕਚੁਅਲੀ ਸਾਡੇ ਜਿਹੜੀਆਂ ਸਾਡੀਆਂ ਫੈਮਲੀਜ਼ ਨੇ ਨਾਲੋਂ ਨਾਲ ਇਹਨਾਂ ਤੇ ਵੀ ਸਾਡੇ ਤੇ ਵੀ ਕੰਮ ਹੋ ਰਿਹਾ ਕਿ ਅਸੀਂ ਵੀ ਜਿਹੜੇ ਖਿਸਕਣ ਵਾਲੇ ਪਾਰਟ ਦੇ ਵਿੱਚ ਜਾ ਕੇ ਉਹ ਮਾਹੌਲ ਕ੍ਰੀਏਟ ਕਰਦੇ ਆ। ਮਤਲਬ ਚਾਹੇ ਉਹ ਮਤਲਬ ਕੰਡੀਸ਼ਨ ਤੇ ਡਿਪੈਂਡ ਕਰਦਾ, ਮਤਲਬ ਜਦੋਂ ਅਸੀਂ ਇਸ ਦਿਮਾਗ ਨੂੰ ਪਾਵਰ ਦੇ ਦਿੰਨੇ ਆ, ਇਹਦੇ ਹੱਥ 'ਚ ਪਾਵਰ ਦੇ ਦਿੰਨੇ ਆ, ਦੈਨ ਅਸੀਂ ਖੁਦ ਵੀ ਖਿਸਕਦੇ ਆ। ਠੀਕ ਹੈ। ਹਾਂਜੀ ਮੈਮ ਤੁਸੀਂ ਦੱਸੋਗੇ ਤੁਹਾਡੇ ਹਿਸਾਬ ਨਾਲ ਖਿਸਕਣਾ ਕਿਹਨੂੰ ਕਹਿੰਦੇ? ਮੇਰੇ ਸਾਨੂੰ ਆਪਣੀ ਰਿਸਪੌਂਸਿਬਿਲਟੀ ਤੋਂ ਕੰਨੀ ਕਤਰਾ ਲੈਣਾ ਖਿਸਕਣਾ ਜੀ, अपनी रिस्पॉन्सिबिलिटी तो करनी कतराना खिसक जाना। ठीक है, वेरी नाइस। हाँ जी अगे इधर प्लीज अगे पास कर दीजिए। हाँ जी मैम, जो अपने घर का कोई भी परसन जिहड़ा हुंदा आ ते ਉਹਨੂੰ ਆਪਣੀ ਫੈਮਿਲੀ 'ਚ ਰਹਿਣਾ ਵਧੀਆ ਨਹੀਂ ਲੱਗਦਾ, ਉਹ ਇਕੱਲਾ ਰਹਿਣਾ ਪਸੰਦ ਕਰਦਾ ਆ। ਉਹਨੂੰ ਹੁੰਦਾ ਮੇਰੇ ਤੇ ਕੋਈ ਜ਼ਿੰਮੇਵਾਰੀ, ਮੈਂ ਆਪਣੇ ਮਾਹੌਲ ਵਿੱਚ ਰਵਾਂ, ਮੈਨੂੰ ਟੋਕਣ ਵਾਲਾ ਨਾ ਹੋਵੇ। ਬਿਲਕੁਲ ਠੀਕ ਹੈ। हाँ जी हाँ जी ਸੇਮ ਜਿਵੇਂ ਰਿਸਪੌਂਸਿਬਿਲਟੀ ਤੋਂ ਭੱਜਣਾ। ਰਿਸਪੌਂਸਿਬਿਲਟੀ ਤੋਂ ਭੱਜਣਾ। हाँ जी मैम ਤੁਸੀਂ ਦੱਸੋ ਤੁਹਾਡੇ ਹਿਸਾਬ ਨਾਲ ਖਿਸਕਣਾ ਕਿਹਨੂੰ ਕਹਿੰਦੇ ਆ? ਮੈਮ ਰਿਸਪੌਂਸਿਬਿਲਟੀ ਤੋਂ ਭੱਜਣਾ ਹੈ। ਰਿਸਪੌਂਸਿਬਿਲਟੀ ਤੋਂ ਭੱਜਣਾ, ਠੀਕ ਹੈ, ਥੈਂਕ ਯੂ। ਖਿਸਕਣਾ ਦਾ ਮਤਲਬ ਹੈ ਐਸਕੇਪ ਕਰਨਾ, ਚੁੱਪ ਕਰਕੇ ਨਿਕਲ ਜਾਣਾ। ਆਪਾਂ ਸਕੂਲ ਤੋਂ ਖਿਸਕੇ ਆ, ਬੰਕ ਮਾਰੇ ਕਿੰਨੀ ਵਾਰੀ ਸੁਣਿਆ ਹੋਏਗਾ, ਉਹ ਫਲਾਣਾ ਬੱਚਾ ਚੁੱਪ ਕਰਕੇ ਖਿਸਕ ਗਿਆ, ਨਿਕਲ ਗਿਆ। ਕਈ ਵਾਰੀ ਦੇਖਿਆ ਹੈ ਕਿ ਕਿਸੇ ਸੋਸ਼ਲ ਗੈਦਰਿੰਗ ਦੇ ਵਿੱਚ ਸਾਰੇ ਜਿੰਨੇ ਬੈਠੇ ਹੋਏ ਹੈ, ਘਰ ਦੇ ਸਾਰੇ ਫੈਮਿਲੀ ਮੈਂਬਰਸ ਬੈਠੇ ਹੋਏ ਹੈ, ਪਰ ਇੱਕ ਬੰਦਾ ਚੁੱਪ ਕਰਕੇ ਉਹਦੇ ਚੋਂ ਨਿਕਲ ਗਿਆ, ਸਾਈਡ ਤੇ ਹੋ ਕੇ ਨਿਕਲ ਗਿਆ, ਖਿਸਕ ਗਿਆ। ਆਪਣੀ ਰਿਸਪੌਂਸਿਬਿਲਟੀਜ਼ ਤੋਂ ਕਿ ਇਸ ਤੋਂ ਪਹਿਲੇ ਕਿ ਮੈਨੂੰ ਕੋਈ ਕੰਮ ਕਵੇ ਮੈਂ ਪਹਿਲੇ ਹੀ ਨਿਕਲ ਜਾਵਾਂ, ਬਹਾਨਾ ਬਣਾ ਕੇ ਮੈਂ ਕਿਧਰੇ ਹੋਰ ਚਲੇ ਜਾਵਾਂ, ਰਿਸਪੌਂਸਿਬਿਲਟੀਜ਼ ਮੈਨੂੰ ਲੈਣੀਆਂ ਨਾ ਪੈਣ। ਖਿਸਕ ਦਾ ਮਤਲਬ ਹੈ ਸਲਿਪ ਅਵੇ, ਸਲਿਪ ਅਵੇ, ਸਾਈਡ ਤੋਂ ਸਲਿਪ ਹੋ ਜਾਣਾ ਜਾਂ ਐਗਜ਼ਿਟ ਕਰ ਜਾਣਾ। ਹੁਣ ਇਹ ਵਰਡ ਸਾਡੇ ਵਾਸਤੇ ਬਹੁਤ ਹੀ ਇੰਪੋਰਟੈਂਟ ਹੈ, ਬਹੁਤ ਹੀ ਵਾਰਨਿੰਗ ਸਾਈਨ ਹੈ। ਅਸੀਂ ਬੀਇੰਗ ਫੈਮਲੀਜ਼, ਜਿਵੇਂ ਤੁਸੀਂ ਕਹਿ ਰਹੇ ਹੋ ਸਾਰੇ, ਅਸੀਂ ਕਿਉਂਕਿ ਪੇਸ਼ੈਂਟ ਦੇ ਨਾਲ ਕਈ ਸਾਲ ਬਿਤਾਏ ਹੈ ਔਰ ਅਸੀਂ ਉਹ ਸਾਲ ਜਿਹੜੇ ਬਿਤਾਏ ਹੈ ਅਸੀਂ ਕਿਤੇ ਨਾ ਕਿਤੇ ਮਿਜ਼ਰੀ 'ਚ ਰਹੇ ਹਾਂ, ਉਹਦੇ ਬਿਹੇਵੀਅਰ ਕਰਕੇ, ਉਹਦੀ ਹੈਬਿਟਸ ਕਰਕੇ ਅਸੀਂ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਰਹੇ ਹਾਂ। ਬਟ ਬੇਸਿਕਲੀ ਜਦੋਂ ਮਰੀਜ਼ ਖਿਸਕਣਾ ਸ਼ੁਰੂ ਕਰ ਦਿੰਦਾ ਹੈ ਉਹ ਸਾਡੇ ਵਾਸਤੇ ਅਲਾਰਮਿੰਗ ਸਾਈਨ ਹੈ। ਇੱਕ ਬੱਚਾ
ਜਦੋਂ क्लास तो खिसकना शुरू हो जाता है, मैं वॉशरूम जाया हूँ, मैं पानी पी लूँ, मेरे पेट में दर्द हो रही है मैम, आज मेरे सिर में दर्द हो रही है, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਉਹਦੇ ਮੂਡ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ। ਹੀ ਇਜ਼ ਨਾਟ ਲਾਈਕਿੰਗ दैट। ਅਗਰ ਤੁਸੀਂ ਸਾਰੇ ਪਰਿਵਾਰ ਵਾਲੇ, ਫॉर एग्जांपल ਰੱਖੜੀ ਦਾ ਮਾਹੌਲ ਹੈ, ਤੁਸੀਂ ਸਾਰੇ ਪਰਿਵਾਰ ਵਾਲੇ ਬੈਠੇ ਹੋ, ਹੱਸ ਖੇਡ ਰਹੇ ਹੋ, ਪਰ ਉਹਦੇ ਚੋਂ ਇੱਕ ਪਰਿਵਾਰ ਦਾ ਮੈਂਬਰ ਚੁੱਪ ਕਰਕੇ ਖਿਸਕ ਕੇ ਆਪਣੇ ਕਮਰੇ 'ਚ ਚਲਾ ਜਾਂਦਾ ਹੈ ਔਰ ਕਮਰਾ ਬੰਦ ਕਰ ਲੈਂਦਾ ਹੈ, ਇਹਦਾ ਮਤਲਬ ਹੈ ਉਹ ਇੱਕ ਵਾਰਨਿੰਗ ਸਾਈਨ ਹੈ। ਇਹਦਾ ਮਤਲਬ ਹੈ ਕਿ ਉਸ ਬੰਦੇ ਦਾ ਮੂਡ ਠੀਕ ਨਹੀਂ ਹੈਗਾ। ਤੁਸੀਂ ਹੱਸ ਰਹੇ ਹੋ ਤੇ ਉਹਨੂੰ ਚੰਗਾ ਨਹੀਂ ਲੱਗ ਰਿਹਾ, ਉਹ ਸ਼ਾਇਦ ਆਪਣੀ ਕਿਸੇ ਬਿਮਾਰੀ ਦੇ ਨਾਲ, ਆਪਣੇ ਕਿਸੇ ਮੂਡ ਸਿੰਪਟਮ ਦੇ ਨਾਲ ਜੂਝ ਰਿਹਾ ਹੈ ਤੇ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ। ਇਹ ਬਹੁਤ ਹੀ ਵਾਰਨਿੰਗ ਸਾਈਨਸ ਹੈ ਜਿਹੜੇ ਅਸੀਂ ਇਗਨੋਰ ਕਰ ਦਿੰਦੇ ਹਾਂ। ਸਾਨੂੰ ਲੱਗਦਾ ਹੈ ਬੀਇੰਗ ਫੈਮਿਲੀ ਮੈਂਬਰ, ਸਭ ਨੂੰ ਇਹ ਜਾਣ ਕੇ ਕਰਦਾ ਪਿਆ, ਇਹ ਬਹਿਣਾ ਹੀ ਨਹੀਂ ਚਾਹੁੰਦਾ, ਇਹਨੂੰ ਆਪਣਾ ਮਤਲਬ ਚਾਹੀਦਾ ਹੈ, ਬਸ ਇਹਨੂੰ ਤੇ ਆਪਣਾ ਨਸ਼ਾ ਚਾਹੀਦਾ ਹੈ। ਇਹ ਨਸ਼ਾ ਕਰ ਲੇਗਾ ਤਾਂ ਇਹ ਹੱਸੇਗਾ, ਨਹੀਂ ਤੇ ਇਹਨੇ ਹੱਸਣਾ ਹੀ ਨਹੀਂ ਸਾਡੇ ਨਾਲ। ਬਟ ਉਹਦੇ ਅੰਦਰ ਜਿਹੜੀ ਇੱਕ ਪੇਨ ਚੱਲ ਰਹੀ ਹੈ, ਉਹਦੇ ਮੂਡ ਦੇ ਇਸ਼ੂਜ਼ ਚੱਲ ਰਹੇ ਹੈ, ਅਸੀਂ ਸ਼ਾਇਦ ਕਿਤੇ ਉਸ ਚੀਜ਼ ਨੂੰ ਇਗਨੋਰ ਕਰ ਜਾਂਦੇ ਹਾਂ। ਤੋ ਅਸੀਂ ਅੱਜ ਇਸ ਵਰਡ ਨੂੰ ਡਿਟੇਲ ਦੇ ਵਿੱਚ ਸਮਝੀਏ ਕਿ ਪੇਸ਼ੈਂਟ ਇਦਾਂ ਕਰਦਾ ਕਿਉਂ ਹੈ, why it happens, ਇਹ ਹੁੰਦਾ ਕਿਉਂ ਹੈ, why it's dangerous, ਇਹ ਇੰਨਾ ਘਾਤਕ ਕਿਉਂ ਹੈ, ਖਤਰਨਾਕ ਕਿਉਂ ਹੈ, and how families can respond। and ਤੁਸੀਂ being families, ਦੇਖੋ ਸਾਡੇ ਜਿਹੜੇ loved ones ਹੈ ਨਾ, ਉਹਨਾਂ ਦਾ ਪਹਿਲਾ ਟ੍ਰੀਟਮੈਂਟ ਸੈਂਟਰ ਘਰ ਹੁੰਦਾ ਹੈ, ਪਤਾ ਤੁਹਾਨੂੰ? ਤੁਸੀਂ ਸਾਰਿਆਂ ਨੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਆਪਣੇ ਤਰੀਕੇ ਦੇ ਨਾਲ, ਇੱਥੇ ਲਿਆਉਣ ਤੋਂ ਪਹਿਲੇ ਤੁਸੀਂ ਆਪਣੇ ਤਰੀਕੇ ਨਾਲ ਉਹਨੂੰ ਦਵਾਈ ਵੀ ਦਿੱਤੀ ਹੈ, ਉਹਨੂੰ ਬੰਦ ਵੀ ਕਰਕੇ ਦੇਖਿਆ, ਉਹਨੂੰ ਕਾਉਂਸਲਿੰਗ ਵੀ ਬੜੀ ਕੀਤੀ ਹੈ, ਉਹਨੂੰ ਸਮਝਾਇਆ ਵੀ ਬੜਾ ਹੈ। ਤੇ ਜਦੋਂ ਉਹਨਾਂ ਨੇ ਟ੍ਰੀਟਮੈਂਟ ਤੋਂ ਬਾਅਦ ਜਾਣਾ ਹੈ, ਫਿਰ ਵੀ ਉਹਨਾਂ ਨੇ ਉਸੇ ਟ੍ਰੀਟਮੈਂਟ ਸੈਂਟਰ 'ਚ ਜਾਣਾ ਜਿੱਥੇ ਉਹ ਪਹਿਲੀ ਵਾਰੀ ਸ਼ੁਰੂ ਹੋਇਆ ਸੀਗਾ, ਜਿਹੜੇ ਤਰੀਕੇ ਤੁਸੀਂ ਅਪਣਾਏ ਸੀ। ਲੇਕਿਨ ਜਿਹੜੇ ਪਹਿਲਾਂ ਤਰੀਕੇ ਅਪਣਾਏ ਸੀ, ਹੁਣ ਅਸੀਂ ਉਹ ਨਹੀਂ ਅਪਣਾਣੇ, ਹੁਣ ਅਸੀਂ ਉਹਨਾਂ ਨੂੰ ਚੇਂਜ ਕਰਨਾ ਹੈ ਵਿਦ ਲੋਟ ਆਫ ਨੌਲੇਜ, ਵਿਦ ਲੋਟ ਆਫ ਅਵੇਅਰਨੈਸ, ਲੋਟ ਆਫ ਅੰਡਰਸਟੈਂਡਿੰਗ ਕਿ ਕਿਵੇਂ ਕਰਨਾ ਹੈ ਅਸੀਂ। ਨੈਕਸਟ ਸਲਾਈਡ ਪਲੀਜ਼। ਵਾਟ ਇਜ਼ escaping? ਜਿਵੇਂ ਅਸੀਂ ਖਿਸਕਣਾ ਦੀ ਗੱਲ ਕਰ ਰਹੇ ਹਾਂ, ਪਰ ਖਿਸਕਣਾ ਹੈ ਕੀ ਹੈ? gradual withdrawal from treatment, support system, healthy routines, not always physical, often mental and emotional distancing। ਹੁਣ ਇਹ ਕਹਿ ਰਹੇ ਹਾਂ ਅਸੀਂ ਕਿ ਇੱਕ ਟ੍ਰੀਟਮੈਂਟ ਦੇ ਵਿੱਚ ਅਸੀਂ ਇਹ ਖਿਸਕਣ ਵਾਲੀ ਗੱਲ ਟ੍ਰੀਟਮੈਂਟ ਦੇ ਵਿੱਚ ਕਿਉਂ ਕਰ ਰਹੇ ਹਾਂ? ਕਿਉਂਕਿ ਇੱਕ ਪਾਸੇ ਜੇ ਬਿਮਾਰੀ ਹੈ ਤੇ ਦੂਸਰੇ ਪਾਸੇ ਜੇ ਇਲਾਜ ਹੈ, ਤੇ ਜੇ ਸਾਡਾ ਲਵਡ ਵਨ ਇਲਾਜ ਤੋਂ ਖਿਸਕਣਾ ਸ਼ੁਰੂ ਹੋ ਗਿਆ ਤੇ ਉਹ ਕਿਸ ਪਾਸੇ ਤੁਰ ਰਿਹਾ? ਕਿਸ ਪਾਸੇ? ਬਿਮਾਰੀ ਪਾਸੇ। ਵਿਚਕਾਰ ਕੁਝ ਨਹੀਂ ਹੈ, ਇੱਕ ਪਾਸੇ ਇਲਾਜ ਹੈ, ਇੱਕ ਪਾਸੇ ਬਿਮਾਰੀ ਹੈ। ਤਾਂ ਅਸੀਂ ਇੱਕ ਪਾਸੇ ਉਹ ਖਿਸਕਾਂਗੇ ਤੇ ਦੂਸਰੀ ਤਰਫ ਪਹੁੰਚਾਂਗੇ। ਸੋ ਇਲਾਜ ਵੱਲੋਂ ਹੌਲੀ ਹੌਲੀ ਕਰਕੇ ਖਿਸਕਣਾ ਸ਼ੁਰੂ ਕਰ ਦਿੰਦਾ। ਔਰ ਇਲਾਜ ਦੇ ਵਿੱਚ ਅਸੀਂ ਕੀ ਕਹਿੰਦੇ ਆ ਕਰਨ ਨੂੰ? ਕਿ ਤੁਸੀਂ ਮੀਟਿੰਗਸ ਅਟੈਂਡ ਕਰੋ, ਫੈਮਲੀਜ਼ ਨਾਲ ਬੈਠੋ, ਕਨੈਕਸ਼ਨ ਬਣਾਓ, ਥੈਰੇਪਿਸਟ ਨੂੰ ਤੁਸੀਂ ਗੱਲ ਕਰੋ, ਸ਼ੇਅਰ ਕਰੋ। तो ਜਦੋਂ ਤੁਸੀਂ ਇੱਕ ਇਹ ਅਲਾਰਮਿੰਗ ਸਾਈਨ ਦੇਖੋਗੇ ਕਿ ਉਹ ਹੌਲੀ ਹੌਲੀ ਕਰਕੇ ਖਿਸਕਣਾ ਸ਼ੁਰੂ ਹੋ ਗਿਆ ਦਬੇ ਪਾਉ ਇਹਨਾਂ ਚੀਜ਼ਾਂ ਤੋਂ, ਉਹ ਹੁਣ ਮੀਟਿੰਗ 'ਚ ਇੰਟਰਸਟ ਨਹੀਂ ਲੈ ਰਿਹਾ, ਤੁਹਾਡੇ ਨਾਲ ਬੈਠਣ ਤੋਂ ਉਹ ਖਿਸਕਣਾ ਸ਼ੁਰੂ ਹੋ ਗਿਆ, ਉਹਨੂੰ ਇੰਟਰਸਟ ਨਹੀਂ ਆ ਰਿਹਾ ਕਿ ਹਾਂ ਮੈਂ ਫੋਲੋ ਅਪ ਤੇ ਜਾਵਾਂ। ਠੀਕ ਹੈ, ਹੁਣ ਕਈ ਫੈਮਲੀਜ਼ ਕੀ ਕਰਦੀਆਂ, ਉਹ ਇਹ ਸਾਰੇ ਸਿੰਪਟਮਸ ਦੇਖਦੀਆਂ ਨੇ ਪਰ ਉਹਨਾਂ ਨੂੰ ਇਹ ਲੱਗਦਾ ਚੱਲ ਨਸ਼ਾ ਤੇ ਨਹੀਂ ਨਾ ਕਰ ਰਿਹਾ। ਕਿਉਂਕਿ ਅਸੀਂ ਸਭ ਤੋਂ ਪਹਿਲੇ ਮੁੱਢ ਤੋਂ ਅਸੀਂ ਆਏ ਕਿਉਂ ਆ? ਕਿਉਂਕਿ ਸਭ ਤੋਂ ਵੱਡਾ ਇਸ਼ੂ ਸਾਨੂੰ ਲੱਗਦਾ ਸੀਗਾ ਕਿ ਨਸ਼ਾ ਹੈ। ਠੀਕ ਹੈ, ਹੁਣ ਤੁਹਾਨੂੰ ਇੱਥੇ ਆ ਕੇ ਪਤਾ ਚੱਲ ਰਿਹਾ ਹੈ ਕਿ ਚਲੋ ਨਸ਼ਾ ਨਹੀਂ ਵੀ ਹੈਗਾ, ਪਰ ਇੱਥੇ ਤੇ ਸਾਨੂੰ ਸਮਝਾ ਰਿਹਾ ਇਹ ਮੂਡ ਦੀ ਵੀ ਬਿਮਾਰੀ ਹੈ, ਇਹ ਬਿਹੇਵੀਅਰ ਦੀ ਵੀ ਬਿਮਾਰੀ ਹੈ, ਇਹ ਸੋਚਾਂ 'ਚ ਵੀ ਬਿਮਾਰੀ ਦਿਖੂਗੀ, ਹਨਾ। ਸੋ ਕੀ ਅਸੀਂ ਸਿਰਫ ਔਰ ਸਿਰਫ ਨਸ਼ੇ ਤੋਂ ਆਪਣੇ ਲਵਡ ਵਨ ਨੂੰ ਦੂਰ ਰੱਖਣਾ ਹੈ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਠੀਕ ਕਰਨਾ? ਜਦੋਂ ਤੁਹਾਨੂੰ ਲੱਗੇਗਾ ਕਿ ਉਹ ਨਸ਼ਾ ਨਹੀਂ ਕਰ ਰਿਹਾ ਪਰ ਇਹ ਸਾਰੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹੈ, ਜਿਹਨੂੰ ਅਸੀਂ ਖਿਸਕਣਾ ਦਾ ਅੱਜ ਵਰਡ ਦਿੱਤਾ ਹੈ ਕਿ ਉਹ ਖਿਸਕਣਾ ਸ਼ੁਰੂ ਹੋ ਗਿਆ ਹੈ ਆਪਣੇ ਮੂਡ ਦੇ ਲੈਵਲ ਤੇ, ਸੋਚਾਂ ਦੇ ਲੈਵਲ ਤੇ, ਬਿਹੇਵੀਅਰ ਦੇ ਲੈਵਲ ਤੇ, ਕਿ ਜੋ ਉਹਨੂੰ ਕਰਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਟ੍ਰੀਟਿੰਗ ਟੀਮ ਵੱਲੋਂ ਤੇ ਉਹ ਨਹੀਂ ਕਰ ਰਿਹਾ। ਇਹਦਾ ਮਤਲਬ ਕੀ ਹੈ? ਉਹ ਖਿਸਕਣਾ ਸ਼ੁਰੂ ਹੋ ਗਿਆ ਔਰ ਖਿਸਕ ਕੇ ਉਹ ਗ੍ਰੈਜੂਅਲੀ ਬਿਮਾਰੀ ਵੱਲ ਜਾ ਰਿਹਾ। ਸੋ ਅਸੀਂ ਵੇਟ ਨਹੀਂ ਕਰਨਾ ਕਿ ਨਸ਼ਾ ਆਇਆ ਹੈ ਕਿ ਨਹੀਂ ਆਇਆ। ਫੈਮਲੀਜ਼ ਨੂੰ ਅਸੀਂ ਅੱਜ ਖਿਸਕਣ ਦਾ ਮਤਲਬ ਇਹ ਕਰ ਰਹੇ ਹਾਂ, ਖਿਸਕਣ ਤੋਂ ਬਾਅਦ ਅੱਛਾ ਮੈਨੂੰ ਦੱਸੋ ਕੀ ਹੋਏਗਾ? ਜੇ ਅਸੀਂ ਖਿਸਕਣ ਦੇ ਵੇਲੇ ਧਿਆਨ ਨਹੀਂ ਦਿੱਤਾ ਤੇ ਕੀ ਹੋਏਗਾ?
ਮਤਲਬ ਜੇ ਇੱਥੇ ਸਰਫ ਵਾਲਾ ਪਾਣੀ ਡਿੱਗਿਆ ਹੋਏ, ਪਹਿਲਾਂ ਤਾਂ ਮੈਂ ਖਿਸਕਾਂਗੀ, ਹਨਾ, ਤੇ ਜੇ ਖਿਸਕਣ ਦੇ ਵਿੱਚ ਮੈਂ ਆਪਣੇ ਆਪ ਨੂੰ ਨਹੀਂ ਸੰਭਾਲ ਪਾਈ ਤੇ ਕੀ ਹੋਏਗਾ, ਮੈਂ ਡਿੱਗਾਂਗੀ। ਠੀਕ ਹੈ, ਹੁਣ ਡਿੱਗ ਕੇ ਸੱਟਾ ਲਵਾ ਕੇ ਮੇਰੇ ਲਈ ਖੜੇ ਹੋਣਾ ਮੁਸ਼ਕਿਲ ਹੈ, ਕਿ ਖਿਸਕਣ ਤੇ ਹੀ ਜੇ ਕੋਈ ਮੈਨੂੰ ਹੱਥ ਮਿਲ ਜਾਏ ਤੇ ਉਹਦੇ 'ਚ ਬਚਾਅ ਹੋ ਗਿਆ। ਸੋ ਅਸੀਂ ਤੁਹਾਨੂੰ ਖਿਸਕਣਾ ਇਸ ਲਈ ਸਮਝਾ ਰਹੇ ਹਾਂ ਕਿ ਜਦੋਂ ਤੁਹਾਡਾ ਮਰੀਜ਼, ਜਦੋਂ ਲਵਡ ਵਨ ਖਿਸਕੇ ਹੀ ਨਾ, ਉਦੋਂ ਹੀ ਉਹਦਾ ਹੱਥ ਫੜ ਲਓ ਔਰ ਬਹੁਤ ਘੁੱਟ ਕੇ ਫੜੋ। ਇਹ ਫੈਮਲੀਜ਼ ਕਰ ਸਕਦੀਆਂ, ਕਿਉਂਕਿ ਤੁਹਾਨੂੰ ਸਭ ਤੋਂ ਪਹਿਲੇ ਸਾਈਨਸ ਹੋਣਗੇ ਜੋ ਖਿਸਕਣ ਦੇ ਨਜ਼ਰ ਆਣਗੇ ਆਪਣੇ ਘਰ ਦੇ ਵਿੱਚ। एग्जाम्पल जिमें है कि स्किपिंग ग्रुप थेरेपी, जिमें मैं दस्या, वो अवॉइडिंग फैमिली टॉक्स, डिसअपीयरिंग इनटू रूम फॉर लॉन्ग आवर्स, कि ਅਸੀਂ ਨਸ਼ੇ ਦਾ ਵੇਟ ਨਹੀਂ ਕਰਨਾ। ਇਹ ਛੋਟੇ ਛੋਟੇ ਸਾਈਨਸ ਐਂਡ ਸਿੰਪਟਮਸ ਜਦੋਂ ਸਾਨੂੰ ਦਿਖਣ ਕਿ ਉਹ ਸਾਡੇ ਤੋਂ ਦੂਰ ਰਹਿਣਾ ਸ਼ੁਰੂ ਹੋ ਗਿਆ, ਘਰੋਂ ਬਾਹਰ ਰਹਿਣਾ ਸ਼ੁਰੂ ਹੋ ਗਿਆ, ਗੱਲਾਂ ਨਹੀਂ ਹੁਣ ਕਰਦਾ, ਜ਼ਿਆਦਾ ਸੋਣਾ ਸ਼ੁਰੂ ਹੋ ਗਿਆ, ਖਾਣਾ ਵੀ ਇੰਨਾ ਨਹੀਂ ਖਾ ਰਿਹਾ, ਸੋ ਇਹਦਾ ਮਤਲਬ ਕੀ ਹੈ ਕਿ ਕੁਝ ਚੇਂजेस ਆने ਸ਼ੁਰੂ ਹੋ ਗਏ। escaping can be life threatening and connection can be life saving। ਇਸ ਲਾਈਨ ਦੇ ਵਿੱਚ ਬਹੁਤ ਮਤਲਬ ਹੈ। ਜਦੋਂ escape ਕਰਦਾ ਹੈ ਬੰਦਾ ਜਾਂ ਟੁੱਟਣਾ ਸ਼ੁਰੂ ਹੋ ਜਾਂਦਾ ਹੈ, ਕੱਲਿਆਂ ਰਹਿਣਾ ਸ਼ੁਰੂ ਹੋ ਜਾਂਦਾ ਹੈ, ਵੱਖਰਾ ਵੱਖਰਾ ਹੋ ਜਾਂਦਾ ਹੈ, ਤੇ ਫਿਰ ਉਹ ਜਾਨ ਦਾ ਖਤਰਾ ਬਣ ਜਾਂਦਾ ਹੈ। ਜਿਵੇਂ ਤੁਸੀਂ ਮੂਵੀਜ਼ ਜਾਂ ਕਿਤੇ ਦੇਖਿਆ ਹੋਣਾ ਹੈ ਕਿ ਹਿਰਨ ਜਾਂਦੇ ਆ ਝੁੰਡ ਦੇ ਵਿੱਚ, ਤੇ ਇੱਕ ਸ਼ੇਰ ਜਾ ਰਿਹਾ ਹੁੰਦਾ ਉਹਨਾਂ ਦੇ ਪਿੱਛੇ ਅਟੈਕ ਕਰਨ ਦੀ। ਜਿੰਨੀ ਦੇਰ ਤੇ ਹਿਰਨ ਸਾਰੇ ਝੁੰਡ 'ਚ ਰਹਿੰਦੇ ਆ, ਉਹ ਭੱਜਦੇ ਰਹਿੰਦੇ ਆ। ਅਚਾਨਕ ਇੱਕ ਹਿਰਨ ਆਪਣੇ ਝੁੰਡ ਤੋਂ ਵੱਖਰਾ ਹੋ ਜਾਂਦਾ ਕਿਸੇ ਵੀ ਕਾਰਨ ਕਰਕੇ, ਜਾਂ ਉਹ ਡਰ ਜਾਂਦਾ ਹੈ, ਜਾਂ ਉਹ ਥੱਕ ਜਾਂਦਾ ਹੈ, ਜਾਂ ਉਹਨੂੰ ਰਾਹ ਨਹੀਂ ਪਤਾ ਲੱਗਦਾ। ਜਿਹੜਾ ਝੁੰਡ ਤੋਂ ਵੱਖਰਾ ਹੋ ਜਾਂਦਾ ਹੈ, ਸ਼ੇਰ ਉਹਦੇ ਤੇ ਅਟੈਕ ਕਰ ਦਿੰਦਾ ਹੈ। ਸੋ ਇਹ ਹੈਗੀ ਹੈ ਸਾਡੀ ਬਿਮਾਰੀ, ਐਸਕੇਪਿਜ਼ਮ, ਯਾਨੀ ਕਿ ਖਿਸਕਣਾ ਦਾ ਮਤਲਬ ਹੈ ਕਿਸੇ ਵੀ ਕਾਰਨ ਨਾਲ ਜੇ ਤੁਹਾਡਾ ਪੇਸ਼ੈਂਟ, ਸਾਡਾ ਲਵਡ ਵਨ escape ਕਰ ਰਿਹਾ ਹੈ ਟ੍ਰੀਟਮੈਂਟ ਤੋਂ, ਦਵਾਈਆਂ ਤੋਂ, ਥੈਰੇਪਿਸਟ ਤੋਂ, ਕਾਉਂਸਲਿੰਗ ਤੋਂ, ਜਾਂ ਤੁਹਾਡੇ ਨਾਲ ਫੇਰ ਬਹਿਣਾ ਬੰਦ ਕਰਤਾ ਹੈ, ਉਹਨੇ ਕੱਲਿਆਂ ਰਹਿਣਾ ਸ਼ੁਰੂ ਕਰਤਾ ਹੈ, ਬਾਹਰ ਜ਼ਿਆਦਾ ਜਾਣਾ ਸ਼ੁਰੂ ਕਰਤਾ ਹੈ, ਇਹਦਾ ਮਤਲਬ ਹੈ ਬਿਮਾਰੀ ਅਟੈਕ ਕਰਨ ਵਾਲੀ। ਐਂਡ ਇਟ ਕੈਨ ਬੀ ਲਾਈਫ ਥ੍ਰੈਟਨਿੰਗ, ਇਹਦੇ 'ਚ ਜਾਨ ਦਾ ਖਤਰਾ ਹੁੰਦਾ ਹੈ। ਜਿੰਨੀ ਵੀ ਓਵਰਡੋਜ਼ਿਸ ਹੁੰਦੀਆਂ ਹੈ, ਜਦੋਂ ਅਸੀਂ ਨਸ਼ਾ ਛੱਡ ਚੁੱਕੇ ਹੁੰਦੇ ਹਾਂ ਔਰ ਕਾਫੀ ਦੇਰ ਅਸੀਂ ਨਸ਼ਾ ਛੱਡ ਕੇ ਰੱਖਦੇ ਹਾਂ, ਔਰ ਅਚਾਨਕ ਜਦੋਂ ਨਸ਼ਾ ਸ਼ੁਰੂ ਕਰਦੇ ਹਾਂ, ਉਦੋਂ ਓਵਰਡੋਜ਼ ਹੋਣ ਦੇ ਬਹੁਤ ਚਾਂਸਸ ਹੈ। ਸੁਸਾਈਡਲ ਅਟੈਂਪਟਸ ਦੇ ਬਹੁਤ ਚਾਂਸਸ ਹੈ। ਸੁਸਾਈਡਲ ਥਾਟ, ਸੁਸਾਈਡਲ ਰਿਸਕ ਬਹੁਤ ਜ਼ਿਆਦਾ ਹੈਗਾ। ਇੱਕ ਪੇਸ਼ੈਂਟ ਜਿਹੜਾ ਕਿ ਬਾਈਪੋਲਰ ਹੈ, ਜਿਹਨੂੰ ਮੂਡ ਦੇ ਇਸ਼ੂਜ਼ ਹੈ ਔਰ ਬਾਰ-ਬਾਰ ਉਹਨੂੰ ਲੋ ਫੇਜ਼ ਆ ਰਿਹਾ ਜਾਂ ਹਾਈ ਫੇਜ਼ ਆ ਰਿਹਾ, ਲੋ ਫੇਜ਼ ਦੇ ਵਿੱਚ ਹੁਣ ਉਹਨੇ ਦਵਾਈਆਂ ਬੰਦ ਕਰਤੀਆਂ, ਦਵਾਈਆਂ ਬੰਦ ਕਰਨ ਕਰਕੇ ਉਹਦੀ ਸੈਲਫ ਐਸਟੀਮ ਡਾਊਨ ਚਲੀ ਗਈ ਹੈ। ਉਹਨੂੰ ਕੁਝ ਅੱਛਾ ਨਹੀਂ ਲੱਗ ਰਿਹਾ, ਉਹਨੂੰ ਲੱਗ ਰਿਹਾ ਹੈ ਕਿ ਲੋਕੀ ਮੇਰਾ ਮਜ਼ਾਕ ਉਡਾ ਰਹੇ ਹੈ ਕਿ ਮੈਂ 2 ਸਾਲ ਤੋਂ 1 ਸਾਲ ਤੋਂ ਕੰਮ ਨਹੀਂ ਕਰ ਰਿਹਾ, ਪਰ ਦਵਾਈ ਨਹੀਂ ਲੈ ਰਿਹਾ ਕਿਸੇ ਕਾਰਨ ਨਾਲ, ਜਾਂ ਕੋਈ ਸ਼ੱਕ ਵਹਿਮ ਉਹਦੇ ਅੰਦਰ ਆਣਾ ਸ਼ੁਰੂ ਹੋ ਗਿਆ ਹੈ, ਜਿਹੜਾ ਕਿ ਪਹਿਲਾਂ ਵਿਦ ਦ ਹੈਲਪ ਆਫ ਥੈਰੇਪੀਜ਼, ਕਾਉਂਸਲਿੰਗ ਐਂਡ ਕਨੈਕਸ਼ਨ ਠੀਕ ਸੀਗਾ। ਉਹ ਜਦੋਂ ਵਾਪਸ ਆ ਗਿਆ ਔਰ ਉਹਨੇ ਹੌਲੀ ਜਦੋਂ ਖਿਸਕਣਾ ਸ਼ੁਰੂ ਕਰਤਾ ਔਰ ਜਾ ਕੇ ਇੱਕ ਦਿਨ ਉਹਨੇ ਆਪਣੀ ਜਾਨ ਲੈ ਲਈ, ਐਂਡ ਸਾਨੂੰ ਪਤਾ ਹੀ ਨਹੀਂ ਲੱਗਾ। ਅਸੀਂ ਕਹਿੰਦੇ ਹਾਂ, ਜਾਂ ਫੈਮਲੀਜ਼ ਕਈ ਵਾਰੀ ਸਾਨੂੰ ਆ ਕੇ ਕਹਿੰਦੀ ਹੈ ਕਿ ਸਾਨੂੰ ਲੱਗਿਆ ਹੀ ਨਹੀਂ ਕਦੀ ਕਿ ਉਹ ਉਦਾਸ ਸੀਗਾ। ਠੀਕ ਹੈ, ਕੰਮ ਤੇ ਨਹੀਂ ਸੀ ਜਾ ਰਿਹਾ, ਪਰ ਸੋਹਣਾ ਤਿਆਰ ਹੋ ਰਿਹਾ ਸੀ, ਪਰਫਿਊਮ ਲਗਾ ਰਿਹਾ ਸੀ, ਗੱਲਬਾਤ ਸੋਹਣੀ ਕਰ ਰਿਹਾ ਸੀਗਾ, ਘਰ ਦੇ ਛੋਟੇ ਕੰਮ 'ਚ ਸਾਡੇ ਨਾਲ ਗੱਲਾਂ ਕਰ ਰਿਹਾ ਸੀ, ਸਾਨੂੰ ਤੇ ਪਤਾ ਹੀ ਨਹੀਂ ਲੱਗਣ ਦਿੱਤਾ। ਕਿਸ ਦਿਨ ਉਹ ਨਿਕਲ ਗਿਆ, ਬਹਾਨੇ ਸਿਰ ਤੇ ਜਾ ਕੇ ਉਹਨੇ ਆਪਣੇ ਆਪ ਨੂੰ ਖਤਮ ਕਰ ਲਿਆ। ਇਹ ਬਿਮਾਰੀ ਇਸ ਤਰ੍ਹਾਂ ਹੀ ਹੈ, ਅਟੈਕ ਕਰਦੀ ਹੈ। ਉਹ ਜਿਹੜਾ ਖਿਸਕਣਾ ਹੈ ਨਾ, ਜਿਹੜਾ ਇਕੱਲੇ ਰਹਿਣਾ ਹੈ, ਜਾਂ ਕਿਸੇ ਵੀ ਕੰਮ ਤੋਂ ਜੀ ਚੁਰਾਣਾ, ਉਹ ਆਪ ਨਹੀਂ ਜੀ ਚੁਰਾ ਰਿਹਾ, ਉਹਦੀ ਬਿਮਾਰੀ ਉਹਦੇ ਬ੍ਰੇਨ ਦੇ ਵਿੱਚ ਕੋਈ ਨਿਊਰੋਕੈਮੀਕਲ ਚੇਂਜਸ ਹੋ ਰਹੇ ਹੈ ਜਿਹਦੇ ਕਰਕੇ ਉਹ ਕਰ ਨਹੀਂ ਪਾ ਰਿਹਾ। ਉੱਥੇ ਜਾ ਕੇ ਉਹ ਇੰਨਾ ਲਾਈਫ ਥ੍ਰੈਟਨਿੰਗ ਹੋ ਜਾਂਦਾ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ। ਸਾਨੂੰ ਇੰਨਾ ਪਤਾ ਲੱਗ ਰਿਹਾ ਹੈ ਕਿ ਸਾਡਾ ਲਵਡ ਵਨ ਹੁਣ ਉਨੀ ਗੱਲ ਨਹੀਂ ਕਰ ਰਿਹਾ, ਸਾਨੂੰ ਇਹ ਪਤਾ ਲੱਗ ਰਿਹਾ ਸਾਡਾ ਲਵਡ ਵਨ ਦੁਬਾਰਾ ਕਮਰੇ 'ਚ ਜਾਣ ਲੱਗ ਪਿਆ, ਇਕੱਲਾ ਰਹਿਣ ਲੱਗ ਪਿਆ। ਸਾਨੂੰ ਪਤਾ ਲੱਗ ਰਿਹਾ ਹੈ ਕਿ ਉਹ ਹੁਣ ਜਿੰਨੀ ਉਹਦੀ ਸੋਸ਼ਲ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਤੋਂ ਵਿਡਰਾ ਕਰ ਰਿਹਾ ਹੌਲੀ। ਪਰ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਇੱਕ ਸਾਈਨ ਹੈ ਕਿ ਇਹ ਕਤਰਾਂਦਾ ਪਿਆ ਹੈ, escape ਕਰ ਰਿਹਾ ਹੈ, exit ਕਰ ਰਿਹਾ ਕਿਸੇ ਚੀਜ਼ ਤੋਂ। ਇਹ ਬਹੁਤ ਇੰਪੋਰਟੈਂਟ ਹੈ। ਐਂਡ ਜਿਹੜਾ ਕਨੈਕਸ਼ਨ ਹੈ, ਇਟ ਕੈਨ ਬੀ ਲਾਈਫ ਸੇਵਿੰਗ। ਅਸੀਂ ਹਮੇਸ਼ਾ ਕਹਿੰਦੇ ਹਾਂ, ਦੇਖੋ ਕੁਝ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਦਾ ਇਲਾਜ ਚਿਰਾਂ ਤੱਕ ਚੱਲਦਾ ਹੈ। ਬਾਈਪੋਲਰ ਹੋ ਗਿਆ, ਨਾਲ ਸਕਿਜ਼ੋਫਰੇਨੀਆ ਹੋ ਗਿਆ,
ਸਿਰਫ ਐਡਿਕਸ਼ਨ ਨਹੀਂ ਹੈ, ਐਡਿਕਸ਼ਨ ਦੇ ਨਾਲ ਸਾਡੇ ਸਾਰੇ ਪੇਸ਼ੈਂਟਸ ਨੂੰ ਲਗਭਗ ਕੋਈ ਨਾ ਕੋਈ ਕੋਮੋਰਬਿਡ ਇਲਨੈਸ ਹੈਗੀ ਹੈ। ਉਹਨਾਂ ਦਾ ਇਲਾਜ ਚਿਰਾਂ ਨਹੀਂ ਚੱਲਦਾ ਹੈ। ਕਈ ਪੇਸ਼ੈਂਟਸ ਇਹੋ ਜਿਹੇ ਹੈ ਜਿਨ੍ਹਾਂ ਦੇ ਹੁਣ ਟ੍ਰੀਟਮੈਂਟ ਬੰਦ ਹੋ ਗਏ ਹੈ, ਮੈਡੀਸਿਨਸ ਨਹੀਂ ਜਾ ਰਹੀਆਂ, ਸਾਈਨ ਐਂਡ ਸਿੰਪਟਮਸ ਠੀਕ ਹੋ ਗਏ, ਲੇਕਿਨ ਉਹ ਫਿਰ ਵੀ ਕਨੈਕਟਡ ਹੈ ਆਪਣੇ ਆਪਣੇ ਥੈਰੇਪਿਸਟ ਦੇ ਨਾਲ। ਅੱਜ ਵੀ ਜਿਹੜੇ ਪੇਸ਼ੈਂਟ 5-6 ਇਅਰਸ ਹੋ ਗਏ ਜਿਹੜੇ ਬਿਲਕੁਲ ਠੀਕ ਹੈ, ਅੱਜ ਵੀ ਉਹਨਾਂ ਦੇ ਘਰਾਂ 'ਚ ਜਦੋਂ ਮੁਸ਼ਕਿਲਾਂ ਆਉਂਦੀ ਹੈ, ਦੇ ਕਨੈਕਟ ਵਿਦ ਅਸ, ਦੇ ਕਾਲ ਅਸ, ਸਾਨੂੰ ਕਾਲ ਕਰਦੇ ਆ, ਟ੍ਰੀਟਿੰਗ ਟੀਮ ਨੂੰ ਕਾਲ ਕਰਦੇ ਆ, ਡਾਕਟਰ ਸਾਹਿਬ ਨਾਲ ਗੱਲ ਕਰਦੇ ਆ ਕਿ ਇਹ ਮਸਲਾ ਆ ਗਿਆ ਹੈ, ਲੱਗ ਰਿਹਾ ਹੈ ਕਿ ਕੋਈ ਸਟ੍ਰੈਸ ਆਉਣ ਵਾਲਾ ਹੈ, ਅਸੀਂ ਕਿੱਦਾਂ ਹੈਂਡਲ ਕਰੀਏ। ਦਿਸ ਇਜ਼ ਕਨੈਕਸ਼ਨ। ਅਸੀਂ ਕੀ ਕਰਦੇ ਹਾਂ, ਅਸੀਂ ਕਿਤੇ ਨਾ ਕਿਤੇ ਅੱਕ ਜਾਂਦੇ ਆ, ਥੱਕ ਜਾਂਦੇ ਆ, ਤੇ ਅਸੀਂ ਟ੍ਰੀਟਮੈਂਟ ਛੱਡ ਹੀ ਦਿੰਦੇ ਹਾਂ, ਅਸੀਂ ਉਹ ਕਨੈਕਸ਼ਨ ਤੋੜ ਦਿੰਦੇ ਹਾਂ। ਜਿੱਥੇ ਕਨੈਕਸ਼ਨ ਟੁੱਟਾ ਨਹੀਂ, ਉੱਥੇ ਬਿਮਾਰੀ ਨੇ ਅਟੈਕ ਕੀਤਾ ਨਹੀਂ, ਤੇ ਸਾਨੂੰ ਉਹ ਕਨੈਕਸ਼ਨ ਨਹੀਂ ਤੋੜਨਾ। ਐਂਡ ਦੈਨ families have power not to control but to stay connected, keep hope alive and guide towards help. Family ਕਹਿੰਦੀ ਹੈ ਕਿ ਅਸੀਂ ਹੈਲਪਲੈਸ ਹਾਂ। ਸਾਨੂੰ ਬਹੁਤ ਸਾਰੇ ਫੈਮਿਲੀ ਮੈਂਬਰਸ ਆ ਕੇ ਕਹਿੰਦੇ ਆ ਅਸੀਂ ਬੇਬਸ ਹਾਂ, ਅਸੀਂ ਸਾਡੇ ਮਰੀਜ਼ ਦੇ ਅੱਗੇ ਬਿਲਕੁਲ ਬੇਬਸ ਹਾਂ, ਸਾਡੇ ਕੋਲੋਂ ਨਹੀਂ ਹੁੰਦਾ। ਇਹ ਜਦੋਂ ਅਗਰੈਸਿਵ ਹੁੰਦਾ ਹੈ ਜਾਂ ਜਦੋਂ ਅਟੈਕਿੰਗ ਮੋਡ ਤੇ ਹੁੰਦਾ, ਤੁਹਾਨੂੰ ਨਹੀਂ ਪਤਾ ਸਾਡੇ ਘਰਾਂ ਦਾ ਕੀ ਹਾਲ ਹੁੰਦਾ, ਤੁਹਾਨੂੰ ਨਹੀਂ ਪਤਾ ਉਸ ਵੇਲੇ ਅਸੀਂ ਕਿੱਦਾਂ escape ਕਰਦੇ ਹਾਂ। ਉਦੋਂ ਅਸੀਂ ਕਿੱਦਾਂ ਕਮਰਿਆਂ 'ਚ ਖਿਸਕਦੇ ਆ ਜਾਂਦੇ ਹਾਂ ਕਿ ਇਹ ਕਿਤੇ ਕੁਝ ਗਲਤ ਨਾ ਕਰਦੇ, ਸਾਨੂੰ ਨਾ ਮਾਰਦੇ, ਕੁਝ ਹੋਰ ਨਾ ਕਰਦੇ। ਉਸ ਵੇਲੇ ਸਾਡੇ ਵਾਸਤੇ ਨਹੀਂ ਰਹਿੰਦਾ। ਤੁਸੀਂ ਕਹਿੰਦੇ ਹੋ ਕਿ 10 ਬੰਦੇ ਬੁਲਾ ਲਓ, ਉਸ ਵੇਲੇ ਨਹੀਂ ਹੁੰਦਾ ਸਾਡੇ ਕੋਲ। ਬਟ ਓਨੈਸਟਲੀ ਸਪੀਕਿੰਗ, ਫੈਮਲੀਜ਼ ਦੇ ਕੋਲ ਪਾਵਰ ਹੈਗੀ ਹੈ, ਪਾਵਰ ਹੈਗੀ ਹੈ ਆਪਣੀ ਕਮਿਊਨੀਕੇਸ਼ਨ ਦੀ। ਕਿੰਨੀ ਸੋਹਣੀ ਤਰੀਕੇ ਨਾਲ ਤੁਸੀਂ ਆਪਣੇ ਲਵਡ ਵਨ ਨਾਲ ਬਹਿੰਦੇ ਹੋ। ਰਿਸਰਚ ਕਹਿੰਦੀ ਹੈ ਕਿ ਇੱਕ ਬੰਦਾ ਜੇ ਐਗਰੈਸਿਵ ਹੈ ਨਾ, ਤੁਸੀਂ ਸਿਰਫ ਉਹਦਾ ਹੱਥ ਫੜ ਕੇ ਉਹਦੇ ਨਾਲ ਬਹਿ ਜਾਓ, ਸੁਣੀ ਜਾਓ, ਬਸ ਜਵਾਬ ਕੋਈ ਨਹੀਂ ਦੇਣਾ, ਸੋਲਿਊਸ਼ਨ ਕੋਈ ਨਹੀਂ ਦੇਣਾ, ਸਿਰਫ ਉਹਦੀ ਗੱਲ ਸੁਣ ਲਓ। ਹੌਲੀ 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 ਉਹਦੀ ਟੋਨ, ਉਹਦੀ ਪਿਚ, ਉਹਦਾ ਗੁੱਸਾ ਥੱਲੇ ਆਉਣਾ ਸ਼ੁਰੂ ਹੋ ਜਾਂਦਾ ਹੈ। ਬਟ ਅਸੀਂ ਕੀ ਕਰਦੇ ਹਾਂ, ਬੀਇੰਗ ਫੈਮਲੀਜ਼, ਅਸੀਂ ਖੁਦ ਇੰਨੇ ਡਰੇ ਹੁੰਦੇ ਹਾਂ ਕਿਉਂਕਿ ਸਾਡਾ ਵੀ ਨਾ ਅਗਰ ਸਾਡੇ ਲਵਡ ਵਨ ਦੀ ਪ੍ਰੋਬਲਮ ਹੈ ਤੇ ਫੈਮਲੀਜ਼ ਦੀ ਪ੍ਰੋਬਲਮ ਹੈ ਕਿ ਅਸੀਂ ਫੀਅਰ ਡਰਿਵਨ ਆ। ਅਸੀਂ ਇੰਨੇ ਫੀਅਰ ਡਰਿਵਨ ਆ ਕਿ ਸਾਡੇ ਵੀ ਪਾਸਟ ਟਰਾਮਾਸ ਆ ਜਾਂਦੇ ਆ। ਸਾਨੂੰ ਵੀ ਲੱਗਦਾ ਪਿਛਲੀ ਵਾਰੀ ਇਹਨੇ ਇਹ ਕਰਤਾ ਸੀ, ਉਸ ਤੋਂ ਪਿਛਲੀ ਵਾਰੀ ਇਹਨੇ ਇਹ ਕਰਤਾ ਸੀ। ਅਸੀਂ ਉਹ ਡਰ ਦੇ ਮਾਰੇ ਕਨੈਕਟ ਹੀ ਨਹੀਂ ਕਰ ਪਾਉਂਦੇ, ਹੱਥ ਹੀ ਨਹੀਂ ਫੜ ਪਾਉਂਦੇ। ਅਸੀਂ ਉਸ ਵੇਲੇ ਸਾਡੀ ਜਿਹੜਾ ਅਸੀਂ ਲਰਨਡ ਹੈਲਪਲੈਸਨੈਸ ਹੈਗੀ ਹੈ ਸਾਡੀ, ਹੈ ਕਿ ਮੇਰੇ ਕੋਲੋਂ ਨਹੀਂ ਹੋਣਾ, ਮੇਰੀ ਬੇਵਸੀ ਹੈ, ਬਲਕਿ ਸਾਡੇ ਕੋਲ ਪਾਵਰ ਹੈ, ਅਸੀਂ ਕੰਟਰੋਲ ਨਹੀਂ ਕਰਨਾ, ਅਸੀਂ ਬੈਠ ਕੇ ਉਹਦੀ ਗੱਲ ਸੁਣਨੀ ਹੈ ਤੇ ਉਹਨੂੰ ਉਸ ਚੀਜ਼ ਤੋਂ ਬਾਹਰ ਕੱਢਣਾ, ਹੈਲਪ ਲੈਣੀ ਹੈ। ਜੇ ਸਾਡੇ ਕੋਲੋਂ ਨਹੀਂ ਹੁੰਦੀ ਫਿਰ ਅਸੀਂ ਕਿਸੇ ਹੋਰ ਦੀ ਹੈਲਪ ਲੈਣੀ ਹੈ। ਇਟ ਇਜ਼ ਵੈਰੀ ਮਚ ਇੰਪੋਰਟੈਂਟ। ਅਸੀਂ ਉਲਟਾ ਕਰਦੇ ਰਹੇ ਹਾਂ, ਜਾਂ ਅਸੀਂ ਸਾਡੇ 'ਚ ਵੀ ਜਾਂ ਸਾਇਲੈਂਸ ਜਾਂ ਵਾਇਲੈਂਸ ਹੈ, ਜਾਂ ਅਸੀਂ ਵੀ ਚੁੱਪ ਕਰਕੇ ਦੂਜੇ ਕਮਰੇ 'ਚ ਚਲੇ ਜਾਂਦੇ ਹਾਂ, ਤੇ ਜਾਂ ਅਸੀਂ ਫਿਰ ਅਟੈਕਿੰਗ ਮੋਡ ਤੇ ਆ ਜਾਂਦੇ ਹਾਂ, ਅਸੀਂ ਵੀ ਜਵਾਬਦੇਹੀ ਤੇ ਆ ਜਾਂਦੇ ਹਾਂ ਕਿ ਤੂੰ ਇਹ ਕੀਤਾ, ਤੂੰ ਪਿਛਲੀ ਵਾਰੀ ਵੀ ਇਹ ਕੀਤਾ ਸੀ, ਤੂੰ ਉਂਝ ਵੀ ਕੀਤਾ ਸੀ। ਇਹ ਨਹੀਂ ਕਰਨਾ। ਅਸੀਂ ਸਮਝਣਾ ਹੈ, ਅਸੀਂ ਆਪਣਾ ਕਨੈਕਸ਼ਨ ਬਣਾਉਣਾ ਹੈ, ਆਪਣੇ ਲਵਡ ਵਨ ਨਾਲ ਵੀ, ਆਪਣੀ ਟ੍ਰੀਟਿੰਗ ਟੀਮ ਦੇ ਨਾਲ। ਜੀ ਸਰ ਦੇਣਾ ਪਲੀਜ਼। ਕਿੰਨੇ % ਚਾਂਸ ਨੇ ਇਸ ਤਰ੍ਹਾਂ ਦੇ ਹੋਣ ਦੇ ਆਫਟਰ ਟ੍ਰੀਟਮੈਂਟ? ਕਿਸ ਚੀਜ਼ ਦੇ ਸਰ? ਐਸਕੇਪਿੰਗ ਦੇ ਜਾਂ ਜੋ ਤੁਸੀਂ ਮਾਹੌਲ ਦੱਸਿਆ ਜਿਹਦੇ ਬਾਰੇ ਹੁਣੇ ਜ਼ਿਕਰ ਕੀਤਾ। ਐਸਕੇਪ ਸਰ ਤਦ ਹੋਏਗਾ ਜਦੋਂ ਕਨੈਕਸ਼ਨ ਟੁੱਟ ਜਾਏਗਾ ਔਰ ਦਵਾਈਆਂ ਬੰਦ ਹੋ ਜਾਣਗੀਆਂ। ਮੈਂ ਬੜੀ ਕਲੀਅਰਲੀ ਕਹਿ ਰਹੀ ਹਾਂ, ਸਾਡੇ ਜਿੰਨੇ ਵੀ ਮਰੀਜ਼ ਹੈ ਨਾ, ਸਾਨੂੰ ਲੱਗਦਾ ਹੈ ਬੀਇੰਗ ਫੈਮਿਲੀ ਮੈਂਬਰ ਕਿ ਇਹ ਨਸ਼ਾ ਹੀ ਕਰਦਾ ਸਿਰਫ, ਪਰ ਨਸ਼ੇ ਦੇ ਕਰਕੇ ਸਾਡੇ ਦਿਮਾਗ ਦੇ ਵਿੱਚ ਕੁਝ ਕੈਮੀਕਲ ਚੇਂਜਸ ਆਉਂਦੀਆਂ ਜਿਹਦੇ ਕਰਕੇ ਇੱਕ ਹੋਰ ਬਿਮਾਰੀ ਨਾਲ ਚੱਲ ਰਹੀ ਹੁੰਦੀ ਜਿਹੜੀ ਸਾਨੂੰ ਪਤਾ ਹੀ ਨਹੀਂ ਲੱਗਦਾ। ਪਹਿਲੀ ਹੈਗੀ ਹੈ ਮੂਡ ਦੀ ਬਿਮਾਰੀ, ਜਿਹਦੇ ਵਿੱਚ ਜਾਂ ਅਸੀਂ ਅਪ ਜਾਵਾਂਗੇ ਜਾਂ ਅਸੀਂ ਲੋ ਜਾਵਾਂਗੇ। ਦੂਜਾ ਹੁੰਦਾ ਹੈ ਐਂਜ਼ਾਈਟੀ, ਬੇਚੈਨੀ। ਇੰਨੀ ਬੇਚੈਨੀ ਰਹਿੰਦੀ ਹੈ ਕਿ ਉਹ ਬੇਚੈਨੀ ਸਾਡੇ ਕੋਲੋਂ ਕਾਬੂ ਨਹੀਂ ਹੁੰਦੀ ਤੇ ਸਾਨੂੰ ਹੁੰਦਾ ਹੈ ਕਿ ਮੈਨੂੰ ਇਹ ਬੇਚੈਨੀ ਆਵੇ ਹੀ ਨਾ, ਮੈਂ ਫਟਾਫਟ ਉਹਦਾ ਸੋਲਿਊਸ਼ਨ ਕਰ ਲਾਂ, ਮੈਂ ਨਸ਼ਾ ਕਰ ਲਾਂ। ਇਸ ਤੋਂ ਇਲਾਵਾ ਹੁੰਦਾ ਹੈ ਪੈਰਾਨੋਇਆ, ਸ਼ੱਕ, ਵਹਿਮ। ਇਸ ਤੋਂ ਇਲਾਵਾ ਹੁੰਦਾ ਹੈ ਕਿ ਆਪਣੇ ਆਪ 'ਚ ਮਸਤ ਰਹਿਣਾ, ਉਦਮ ਹੀ ਨਾ ਆ ਸਕਣਾ ਕੋਈ ਕੰਮ ਕਰਨ ਨਾਲ। ਗੁੱਸਾ, ਇੰਪਲਸਿਵ ਬਿਹੇਵੀਅਰ, ਬਿਨਾਂ ਸੋਚੇ ਸਮਝੇ ਕੁਝ ਵੀ ਕਰ ਦੇਣਾ। ਜਦੋਂ ਅਸੀਂ, ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਸਰ, ਤੁਹਾਡੇ ਪੇਸ਼ੈਂਟ ਦੇ, ਤੁਹਾਡੇ ਲਵਡ ਵਨ ਦੇ ਜੋ ਵੀ ਥੈਰੇਪਿਸਟ ਹੈ, ਮੈਂ ਚਾਹਾਂਗੀ ਕਿ ਤੁਸੀਂ ਅੱਜ ਜਾਣ ਤੋਂ ਪਹਿਲੇ ਉਹਨਾਂ ਨੂੰ ਪੁੱਛੋ, ਡਾਕਟਰ ਸਾਹਿਬ ਨੂੰ ਪੁੱਛੋ ਕਿ ਤੁਹਾਡੇ ਮਰੀਜ਼ ਦੀ ਐਡਿਕਸ਼ਨ ਦੇ ਨਾਲ ਕਿਹੜੀ ਬਿਮਾਰੀ। ਜੇ ਸਾਨੂੰ ਬੀਇੰਗ ਫੈਮਿਲੀ ਮੈਂਬਰ ਉਹ ਸਮਝ ਆ ਜਾਏਗੀ ਨਾ, ਫਿਰ ਅਸੀਂ ਉਹਨੂੰ ਅੰਡਰਸਟੈਂਡ ਕਰ ਸਕਾਂਗੇ। ਖਿਸਕਣਾ, ਐਸਕੇਪਿੰਗ ਨਹੀਂ ਆਏਗੀ
ਜੇ ਤੁਸੀਂ ਬਿਮਾਰੀ ਦਾ ਇਲਾਜ ਸਹੀ ਕਰਾ ਰਹੇ ਹੋ, ਦਵਾਈਆਂ ਲਗਾਤਾਰ ਚੱਲ ਰਹੀਆਂ, ਬ੍ਰੇਨ ਦੇ ਵਿੱਚ ਹੁਣ ਜਿਹੜੀਆਂ ਪਹਿਲੇ ਚੇਂजेस ਆਈਆਂ ਸੀ ਉਹ ਨਾਰਮਲਾਈਜ਼ ਹੋ ਗਈਆਂ, ਔਰ ਤੁਹਾਡਾ ਕਨੈਕਸ਼ਨ ਆਪਣੇ ਥੈਰੇਪਿਸਟ ਦੇ ਨਾਲ ਹੈ। ਮੈਂ ਤੁਹਾਨੂੰ ਕਲੀਅਰਲੀ ਕਹਿਤਾ ਹੈ, ਆਈ ਐਮ ਨਾਟ ਸ਼ੋਰ ਤੁਹਾਡੇ ਪੇਸ਼ੈਂਟ ਦੀ, ਤੁਹਾਡੇ ਲਵਡ ਵਨ ਦੀ ਦਵਾਈ 2 ਸਾਲ ਚੱਲੇਗੀ, 3 ਸਾਲ ਚੱਲੇਗੀ, 4 ਸਾਲ ਚੱਲੇਗੀ। ਜਿਸ ਦਿਨ ਸਭ ਕੁਝ ਠੀਕ ਲੱਗੇਗਾ ਕਿ ਹੁਣ ਸਭ ਕੁਝ ਠੀਕ ਹੈ, ਹੁਣ ਉਹਦਾ ਸੋਚਾਂ ਵੀ ਠੀਕ ਹੈ, ਹੁਣ ਉਹਦਾ ਮੂਡ ਵੀ ਠੀਕ ਹੈ, ਹੁਣ ਉਹਦਾ ਬਿਹੇਵੀਅਰ ਵੀ ਠੀਕ ਹੈ, ਔਰ ਦਵਾਈਆਂ ਬੰਦ ਹੋ ਗਈਆਂ, ਪਰ ਕਿਸੇ ਦਿਨ ਤੁਹਾਨੂੰ ਇਹ ਸਿੰਪਟਮ ਨਜ਼ਰ ਆ ਰਿਹਾ ਹੈ ਕਿ ਸ਼ਾਇਦ ਇਹ ਪਹਿਲੇ ਵਾਲਾ ਕਰਨ ਲੱਗ ਪਿਆ, ਸ਼ਾਇਦ ਇਹ ਅੱਜ ਫੇਰ ਆਪਣੀ ਮਨਮਰਜ਼ੀ ਕਰਨ ਲੱਗ ਪਿਆ, ਇਹ ਫੇਰ ਕੱਲਾ ਕੱਲਾ ਬਹਿਣ ਲੱਗ ਪਿਆ, ਉਹ ਸਾਈਨ ਹੈ। ਉਸ ਵੇਲੇ ਅਸੀਂ ਉਹਨੂੰ ਵਾਪਸ ਟ੍ਰੀਟਮੈਂਟ ਦੇ ਵਿੱਚ ਲੈ ਕੇ ਆਣਾ ਹੈ, ਮਦਦ ਲੈਣੀ ਹੈ ਤੁਸੀਂ ਆਪਣੇ ਡਾਕਟਰ ਤੇ ਆਪਣੀ ਟੀਮ ਦੇ ਨਾਲ। ਚਾਂਸਸ ਆਰ ਨਾਟ देयर ਕਿ ਉਹ ਘਰ ਜਾ ਕੇ ਇਸ ਤਰ੍ਹਾਂ ਕਰੇਗਾ ਜੇ ਦਵਾਈਆਂ ਚੱਲ ਰਹੀਆਂ ਔਰ ਥੈਰੇਪੀਜ਼ ਚੱਲ ਰਹੀਆਂ ਔਰ ਤੁਸੀਂ ਲਗਾਤਾਰ ਫੋਲੋ ਅਪ ਤੇ ਲੈ ਕੇ ਆ ਰਹੇ ਹੋ। ਜੇ ਤੁਸੀਂ ਟੁੱਟ ਜਾਓਗੇ ਫਿਰ ਪ੍ਰੋਬਲਮ ਆਏਗੀ। ਕਾਈਂਡਲੀ ਮੈਂ ਐਕਸਪਲੇਨ ਕਰਦਾ, ਜਿਹੜਾ ਸਾਡਾ ਪੇਸ਼ੈਂਟ ਆ ਹੂੰ ਇਹ ਤਾਂ ਬਾਹਰਲੀ ਦੁਨੀਆ ਨਾਲ ਕਨੈਕਸ਼ਨ ਵਧਾ ਲੈਂਦਾ, ਹੂੰ ਈਵਨ ਅਪ ਟੂ ਹਾਈ ਲੈਵਲ ਹੂੰ ਸਿਆਸਤ ਦੀਆਂ ਹੋਰ ਗੱਲਾਂ। ਇਹਨੂੰ ਤੁਸੀਂ ਕੀ ਜਿਹੜਾ ਬਾਹਰਲੀ ਦੁਨੀਆ ਨਾਲ ਕਨੈਕਸ਼ਨ ਬਣਾ ਰਿਹਾ ਹੈ ਨਾ, ਉਹਦੀ ਬਾਈਪੋਲੈਰਿਟੀ ਹੈ, ਉਹਦੀ ਗ੍ਰੈਂਡੀਓਸਿਟੀ ਹੈ। ਉਹ ਬਾਹਰਲੀ ਦੁਨੀਆ ਨਾਲ ਕਨੈਕਸ਼ਨ ਇਸ ਕਰਕੇ ਬਣਾ ਰਿਹਾ ਹੈ ਕਿਉਂਕਿ ਉਹਨੂੰ ਉਸ ਚੀਜ਼ 'ਚ ਮਜ਼ਾ ਆ ਰਿਹਾ ਹੈ, ਥ੍ਰਿਲ ਸੀਕਿੰਗ ਬਿਹੇਵੀਅਰ ਹੈ। ਮੈਨੂੰ ਯਾਦ ਹੈ ਤੁਸੀਂ ਫਰਸਟ ਡੇ ਜਿਹੜੀ ਕਾਉਂਸਲਿੰਗ ਦੱਸੀ ਸੀ, ਤੁਸੀਂ ਦੱਸਿਆ ਸੀਗਾ ਕਾਉਂਸਲਿੰਗ ਆਪਣੀ ਜਿਹੜੀ ਹਿਸਟਰੀ ਦੇ ਵਿੱਚ ਕਿ ਇੱਕ ਵਾਰੀ ਕਿਸੇ ਰਾਜਨੀਤਿਕ ਤੌਰ ਤੇ ਕਿਸੇ ਬੱਸ ਦਾ ਉਦਘਾਟਨ ਕਰਨਾ ਸੀ ਤੇ ਇਹਨੂੰ ਖੜਾ ਕਰਤਾ, ਤੇ ਉਸ ਚੀਜ਼ ਦੀ ਗ੍ਰੈਂਡੀਓਸਿਟੀ ਦੇਖੋ ਮੈਨੂੰ ਯਾਦ ਹੈ, ਅੱਜ ਕਿੰਨੇ ਮਹੀਨੇ ਹੋ ਗਏ, ਰਾਈਟ। ਤੇ ਇਹ ਬਿਮਾਰੀ ਦਾ ਸਿੰਪਟਮ ਹੈ ਸਰ, ਇਹ ਬਿਮਾਰੀ ਦਾ ਹੀ ਸਿੰਪਟਮ ਹੈ ਕਿ ਮੈਂ ਮਰੀਜ਼ ਮੈਂ ਦੇ ਵਿੱਚ ਹੈਗਾ, ਉਹ ਮੈਂ ਦੇ ਵਿੱਚੋਂ ਜਦੋਂ ਨਾਰਮਲਾਈਜ਼ ਵੇ ਦੇ ਵਿੱਚ ਆ ਜਾਏਗਾ ਨਾ ਫਿਰ ਪ੍ਰੋਬਲਮ ਨਹੀਂ ਹੋਏਗੀ। ਮੈਮ ਸਾਡੇ ਪੇਸ਼ੈਂਟਸ ਨੂੰ ਇਹ ਨਹੀਂ ਸੀ ਪਤਾ ਕਿ ਸੁਣਨਾ ਕੀ ਹੁੰਦਾ। ਜੀ ਜਿਹੜਾ ਇੱਥੇ ਰਹਿਣ ਦਾ ਪ੍ਰੋਸੈਸ ਹੈਗਾ, ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਪੜਾਉਂਦੇ ਆ, ਐਕਚੁਅਲ ਦੇ ਵਿੱਚ ਇੱਕ ਪੜ੍ਹਾਈ ਹੈ, ਪੜ੍ਹਾਈ ਕਦੇ 2 ਦਿਨ 'ਚ ਤੇ ਹੋ ਨਹੀਂ ਸਕਦੀ, ਉਹਦਾ ਪ੍ਰੋਸੈਸ ਲੰਬਾ। ਮੈਂ ਖੁਦ ਬਹੁਤ ਹੈਰਾਨ ਆ ਵੀ ਸੁਖਪਾਲ ਦੇ ਵਿੱਚ ਇੱਕ ਬਹੁਤ ਵੱਡਾ ਚੇਂਜ ਆਇਆ, ਜਿਹੜਾ ਉਹ ਇੱਥੇ ਬੈਠ ਕੇ ਲਗਾਤਾਰ ਸੁਣਦਾ। ਮਤਲਬ ਪਹਿਲੇ ਧੱਕੇ ਨਾਲ ਸੁਣਦੇ ਆ, ਫਿਰ ਉਹ ਪੇਸ਼ੈਂਟ ਨੂੰ ਪਤਾ ਲੱਗਦਾ ਵੀ ਮੈਂ ਖਾਲੀ ਹੋ ਕੇ ਸੁਣਨਾ, ਉਹਨਾਂ ਚੀਜ਼ਾਂ ਨੂੰ ਅੰਦਰ ਲੈਣਾ। ਤੁਸੀਂ ਦੇਖੋ ਜਦੋਂ ਅਸੀਂ ਸਾਰੀਆਂ ਫੈਮਿਲੀਜ਼ ਸੀਗੀਆਂ ਪਹਿਲੇ ਆਪਣੇ ਘਰਾਂ ਦੇ ਵਿੱਚ, ਅਸੀਂ ਕਹਿੰਦੇ ਆ 10 ਮਿੰਟ ਗੱਲਬਾਤ ਵੀ ਨਹੀਂ ਹੋ ਰਹੀ, ਕੋਈ ਕਾਰਨ ਤਾਂ ਐਸਾ ਹੋਣਾ। ਕੁਛ ਤਾਂ ਸਾਨੂੰ ਫੈਮਿਲੀਜ਼ ਨੂੰ ਵੀ ਆਪਣੇ ਆਪ ਨੂੰ ਕੰਡੀਸ਼ਨਸ ਨੂੰ ਵਾਚ ਕਰਨਾ ਪੈਣਾ। ਮਤਲਬ ਕਈ ਵਾਰੀ ਸਾਡੇ ਲਵਡ ਵਨ ਨੂੰ ਸੁਣਨਾ ਨਹੀਂ ਆਉਂਦਾ, ਐਂਡ ਬਹੁਤ ਵਾਰੀ ਸਾਡੀ ਫੈਮਿਲੀਜ਼ ਨੂੰ ਵੀ ਸੁਣਨਾ ਫੈਮਿਲੀਜ਼ ਦੇ ਥਰੂ ਮੈਮ ਉਹ ਚੀਜ਼ਾਂ ਅੰਦਰ ਆਈਆਂ ਹੁੰਦੀਆਂ ਐਕਚੁਅਲੀ, ਕਿ ਜਿਵੇਂ ਮੰਨ ਲਓ ਮੇਰੇ ਹਸਬੈਂਡ ਜਦੋਂ 30 ਸਾਲ ਦਾ ਸੀ, ਉਹ ਜਦੋਂ ਵਿਆਹ ਹੋਇਆ ਤੇ ਉਹ ਕੋਈ ਕੰਮ ਨਹੀਂ ਸੀ ਕਰਦਾ, ਫ੍ਰੀ ਸੀਗਾ। ਬਟ ਤੁਸੀਂ ਇੱਕ ਸੋਚ ਦੇਖੋ ਪਿੱਛੇ ਮਦਰ ਦੀ ਕੀ ਸੋਚ ਹੈ, ਉਹ ਕਹਿੰਦੇ ਵੀ ਹਾਲਾਤ ਇਦਾਂ ਦੇ ਆ ਵੀ ਚਲੋ ਨਹੀਂ ਵੀ ਕੀਤਾ। ਇਹ ਕੀ ਹੈਗਾ ਕਿ ਆਪਾਂ ਉਹ ਬ੍ਰੇਨ ਨੂੰ ਤਾਂ ਆਪਾਂ ਖੁਰਾਕ ਦੇ ਹੀ ਗਏ ਸਿਸਟਮ ਦੇ ਵਿੱਚ। ਜੇ ਕੋਰ ਪੇਨ ਨਹੀਂ ਨਾ ਲੱਭੀ ਉਸ ਵੇਲੇ, ਕੋਰ ਪੇਨ ਕੀ ਸੀ। ਜੇ ਸੁਖਪਾਲ ਘਰੇ 10 ਵਜੇ ਵੀ ਆਇਆ ਉਹ ਪ੍ਰੋਬਲਮ ਨਹੀਂ ਹੈ, ਉਹ ਜੈਂਡਰ ਇਕੁਐਲਿਟੀ ਤੇ ਕੰਡੀਸ਼ਨ। ਤੇ ਮੇਰੀ ਜੌਬ 2 ਵਜੇ ਖਤਮ ਹੁੰਦੀ ਹੈ, ਮੈਂ 5 ਮਿੰਟ ਵੀ ਲੇਟ ਆ ਤਾਂ ਉਹ ਇੱਕ ਪ੍ਰੋਬਲਮ ਹੈਗੀ। ਦੇਖੋ ਹੁਣ ਮਤਲਬ ਇਹ ਚੀਜ਼ਾਂ ਹੁਣ ਸਮਝ ਆ ਰਹੀਆਂ ਨੇ ਵੀ ਜਿਹੜਾ ਇਹ ਬਿਮਾਰੀ ਹੈਗੀ ਉਹ ਕਿੱਦਾਂ ਥੋੜਾ ਕਰ ਰਹੀ ਸੀ। ਮਤਲਬ ਇਹਨੂੰ ਆਪਾਂ ਨੂੰ ਜਿਹੜੇ ਅਸੀਂ ਪੈਰੈਂਟਸ ਆ, ਨਾਟ ਕਿ ਅਸੀਂ ਗਿਲਟ ਚ ਆਉਣਾ, ਮਤਲਬ ਜਿਹੜਾ ਮੈਨੂੰ ਉਹਨਾਂ ਸਰਦਾ ਸਾਰਿਆਂ ਤੋਂ ਮੇਰੇ ਤੇ ਚੀਜ਼ ਨੇ ਅਸਰ ਕੀਤਾ ਵੀ ਚਾਹੇ ਸਾਡੀ ਕੋਈ ਪੇਨ ਹੈ, ਚਾਹੇ ਸਾਡੀ ਕੋਈ ਗਲਤੀ ਆ, ਜੇ ਅਸੀਂ ਉਹਨੂੰ ਆਦਰ ਨਾਲ ਸਵੀਕਾਰ ਕਰਦੇ ਆ ਨਾ, ਗ੍ਰੇਸਫੁਲੀ, ਤਦੇ ਹੀ ਸਾਡੀ ਜਿਹੜੀ ਲਾਈਫ ਹੈ ਉਹਨੇ ਅੱਗੇ ਤੁਰਨਾ। ਤੇ ਪੇਸ਼ੈਂਟ ਇੱਥੋਂ ਬਿਲਕੁਲ ਨਸ਼ੇ ਚੋਂ ਬਾਹਰ ਹੋ ਕੇ ਨਹੀਂ ਜਾਂਦਾ। ਨਾ ਹੀ ਆਪਾਂ ਇਹ ਸੋਚੀਏ ਜੇ ਉਹ ਸਾਡੇ ਨਾਲ 4 ਸਾਲ ਵੀ ਅਗਲੇ ਇੱਕ ਬੰਦਾ ਬਣ ਕੇ ਕੱਢਦਾ ਨਾ ਜਾਨਵਰ ਦਿਮਾਗ ਦੇ ਵਿੱਚੋਂ, ਉਹ ਇੱਕ ਬਹੁਤ ਵੱਡੀ ਚੀਜ਼ ਹੈ, ਬਹੁਤ ਵੱਡੀ। ਤੇ ਪੜ੍ਹਾਈ ਕਦੇ ਵੀ 2 ਦਿਨ ਦੀ ਨਹੀਂ, ਇਹ 4 ਦਿਨ ਦੀ ਨਹੀਂ। ਐਕਚੁਅਲ ਇਹ ਸਾਡੇ ਪਹਿਲਾਂ ਹੀ ਜਿਹੜੇ ਸਾਡੇ ਲੈਸਨ ਪਲਾਨਸ ਨੇ ਉਹਨਾਂ ਦਾ ਪਾਰਟ ਹੋਣਾ ਚਾਹੀਦਾ। ਬਟ ਲਾਈਫ ਇੰਨੀ ਫਾਸਟ ਹੋ ਗਈ, ਅੱਗਾ ਦੌੜ ਪਿੱਛਾ ਚੌੜ, ਚੱਲ ਫਟਾਫਟ ਚੱਲ। ਮਤਲਬ ਤੇ ਖੁਦ ਨੂੰ ਪਛਾਣਨਾ ਪੈਣਾ, ਪੈਰੈਂਟਸ ਨੂੰ ਵੀ। ਅਸੀਂ ਇਹਦੇ ਥਰੂ ਨਾ ਦੱਸਣਾ ਚਾਹ ਰਹੇ ਹਾਂ ਕਿ ਸਾਈਨ ਐਂਡ ਸਿੰਪਟਮਸ ਦਾ ਧਿਆਨ ਰੱਖਣਾ ਹੈ। ਜਿਹੜੀ ਅਸੀਂ ਅੱਜ ਗੱਲ ਕਰ ਰਹੇ ਹਾਂ ਬੜੀ ਇੰਪੋਰਟੈਂਟ ਹੈ, ਔਰ ਸਾਈਨ ਐਂਡ ਸਿੰਪਟਮਸ ਦੇ ਧਿਆਨ ਰੱਖਣਾ ਹੈ ਤਾਂ ਕਿ ਸਾਡਾ ਮਰੀਜ਼ ਕਿਤੇ ਖੁੰਝ ਨਾ ਜਾਵੇ, ਆਪਣੇ ਆਪ ਨੂੰ ਫਨਾ ਨਾ ਕਰ ਲੇ, ਖਤਮ ਨਾ ਕਰ ਲਵੇ। ਅਸੀਂ ਇਸ ਚੀਜ਼ ਬਾਰੇ ਤਾਂ ਗੱਲ ਕਰ ਰਹੇ ਹਾਂ। ਹੁਣ ਇਹਦੀ ਮੈਂ ਐਗਜ਼ਾਮਪਲ ਦੱਸਣੀ ਆ। ਇੱਕ ਬੱਚਾ ਹੈ, ਉਹ ਸਕੂਲੋਂ ਆਇਆ ਹੈ ਔਰ ਉਹਦਾ ਬੈਗ ਬਹੁਤ ਹੀ ਭਾਰਾ ਹੈ। ਬੱਚਾ ਅੰਦਰ ਐਂਟਰ ਕਰਦਿਆਂ ਹੀ ਉਹਨੇ ਬੈਗ ਥੱਲੇ ਸੱਟਤਾ ਤੇ ਉਹ ਅੱਗੇ ਤੁਰ ਪਿਆ।
ਪੇਰੈਂਟਸ ਨੇ ਕੀ ਦੇਖਿਆ ਕਿ ਬੱਚੇ ਨੇ ਬੈਗ ਸੁੱਟਤਾ ਹੈ, ਪੇਰੈਂਟਸ ਦੀ ਕੀ ਪਰਸੈਪਸ਼ਨ ਹੈ ਕਿ ਬਦਤਮੀਜ਼ ਬੱਚਾ ਬੈਗ ਸੱਟ ਕੇ ਚਲਾ ਗਿਆ। ਹੁਣ ਉਹ ਬੱਚੇ ਨੂੰ ਦੱਸਣਾ ਨਹੀਂ ਆਇਆ, ਮਦਦ ਮੰਗਣੀ ਨਹੀਂ ਆਈ, ਇਹ ਨਹੀਂ ਕਹਿਣਾ ਆਇਆ ਕਿ ਮੈਂ ਸਾਰੇ ਰਾਹ ਇੰਨਾ ਭਾਰਾ ਬਸਤਾ ਚੁੱਕ ਕੇ ਲੈ ਕੇ ਆਇਆ ਤੇ ਮੇਰੀ ਮਦਦ ਕਰ ਦਿਓ, ਮੇਰੇ ਨਾਲ ਬਸਤਾ ਅੰਦਰ ਤੱਕ ਲੈ ਜਾਓ, ਬੈਗ ਅੰਦਰ ਤੱਕ ਲੈ ਜਾਓ। ਇਸ ਤਰ੍ਹਾਂ ਹੀ ਸਾਡੇ ਪੇਸ਼ੈਂਟਸ ਜੋ ਵੀ ਬਿਹੇਵ ਕਰਦੇ ਹੈ, ਜੋ ਵੀ ਐਗਰੈਸ਼ਨ, ਸ਼ੱਕ, ਵਹਿਮ ਜੋ ਵੀ ਥਰੋ ਕਰਦੇ ਆ ਸਾਡੇ ਉੱਪਰ, ਸਾਡੀ ਇਮੋਸ਼ਨਲ ਅਟੈਚਮੈਂਟ ਇੰਨੀ ਹੁੰਦੀ ਹੈ ਨਾ ਉਹਨਾਂ ਦੇ ਨਾਲ। ਜਿਵੇਂ ਤੁਸੀਂ ਵਾਈਫ ਹੋ, ਤੁਹਾਡਾ ਇਹ ਹੋਏਗਾ ਕਿ ਮੇਰੇ ਹਸਬੈਂਡ ਨੇ ਮੈਨੂੰ ਇਦਾਂ ਦੀ ਗੱਲ ਕਹਿ ਕਿਸ ਤਰ੍ਹਾਂ ਦਿੱਤੀ, ਉਹ ਵਾਈਫ ਵਾਲਾ ਰਿਲੇਸ਼ਨਸ਼ਿਪ ਵਿੱਚ ਆ ਜਾਂਦਾ ਹੈ। ਅਸੀਂ ਉਸ ਵੇਲੇ ਜਦੋਂ ਗੱਲ ਚੱਲ ਰਹੀ ਹੁੰਦੀ ਹੈ, ਅਸੀਂ ਉਸ ਵੇਲੇ ਇਹ ਸਵੀਕਾਰ ਨਹੀਂ ਕਰ ਪਾਉਂਦੇ ਗ੍ਰੇਸਫੁਲੀ ਕਿ ਇਹ ਮਰੀਜ਼ ਹੈ, ਇਹ ਮਰੀਜ਼ ਹੈ, ਗੱਲ ਕਰ ਰਿਹਾ ਹੈ, ਇਹਦੀ ਬਿਮਾਰੀ ਗੱਲ ਕਰ ਰਹੀ ਹੈ। ਇਹ ਅਗਰ ਨੋਰਮਲ ਹੁੰਦਾ ਤੇ ਇਹ ਮੇਰੇ ਨੂੰ ਇਸ ਤਰ੍ਹਾਂ ਕਦੀ ਗੱਲ ਨਾ ਕਰਦਾ। ਹੁਣ ਸਾਡੇ ਮਰੀਜ਼ ਨੂੰ ਮਦਦ ਮੰਗਣੀ ਨਹੀਂ ਆਉਂਦੀ, ਮੈਂ ਬਾਰ-ਬਾਰ ਕਹਿੰਦੀ ਹਾਂ, ਸਾਡੇ ਮਰੀਜ਼ ਨੂੰ ਮਦਦ ਮੰਗਣੀ ਨਹੀਂ ਆਉਂਦੀ ਤੇ ਬੀਇੰਗ ਫੈਮਿਲੀ ਮੈਂਬਰ ਸਾਨੂੰ ਮਦਦ ਦੇਣੀ ਨਹੀਂ ਆਉਂਦੀ। ਅਸੀਂ ਹੁਣ ਮਦਦ ਦੇਣ ਵਾਲੇ ਬਣੀਏ। ਮੈਮ ਨੇ ਬਹੁਤ ਸੋਹਣੀ ਗੱਲ ਦੱਸੀ ਸੀ, ਜਦੋਂ ਤੁਸੀਂ ਸਲਿਪ ਕਰ ਰਿਹਾ ਕੋਈ ਬੰਦਾ ਔਰ ਤੁਸੀਂ ਉਹਦਾ ਹੱਥ ਫੜ ਲਿਆ ਔਰ ਜ਼ੋਰ ਦੀ ਫੜ ਲਿਆ, ਮੈਮ ਨੇ ਬਹੁਤ ਐਮਫਸਾਈਜ਼ ਦਿੱਤਾ ਇਸ ਗੱਲ ਤੇ, ਹੱਥ ਫੜਿਆ ਵੀ ਹੈ ਤੇ ਜ਼ੋਰ ਦੀ ਫੜਿਆ, ਫਿਰ ਤੁਸੀਂ ਛੱਡਿਆ ਨਹੀਂ ਹੈ, ਉਹਨੂੰ ਪਾਰ ਲੰਘਾਇਆ ਉਸ ਜਗ੍ਹਾ ਤੋਂ ਜਿੱਥੇ ਸਲਿਪਰੀ ਪਲੇਸ ਹੈ। ਅਸੀਂ ਨਾ ਚਾਹੁੰਦੇ ਹੋਏ ਅਨਇੰਟੈਂਸ਼ਨਲੀ, ਅਨਕੌਂਸ਼ੀਅਸਲੀ ਅਸੀਂ ਉਹ ਹੱਥ ਛੱਡ ਦਿੰਦੇ ਹਾਂ। ਸਾਡੀ ਉਹ ਹੱਥ ਦੀ ਗ੍ਰਿਪ ਜਿਹੜੀ ਆਪਣੇ ਲਵਡ ਵਨ ਦੇ ਨਾਲ ਹੈ ਉਹ ਲੂਜ਼ ਹੋ ਜਾਂਦੀ ਹੈ, ਕਿਉਂਕਿ ਅਸੀਂ ਵੀ ਕਿਤੇ ਨਾ ਕਿਤੇ ਬੀਇੰਗ ਫੈਮਿਲੀ ਮੈਂਬਰ ਸਾਡੀ ਵੀ ਸੈਚੂਰੇਸ਼ਨ ਆ ਜਾਂਦੀ ਹੈ, ਥੱਕ ਜਾਂਦੇ ਹਾਂ ਅਸੀਂ ਵੀ, ਕਿੰਨੀ ਦੇਰ ਕਰੀ ਜਾਈਏ, ਹੁਣ ਨਹੀਂ ਹੁੰਦਾ, ਹੁਣ ਬਸ, ਹੁਣ ਜੋ ਹੋਣਾ ਹੋ ਜਾਏ, ਹੁਣ ਬਾਬਾ ਜੀ ਦੇਖਣਗੇ। ਉਹ ਗ੍ਰਿਪ ਨਹੀਂ ਛੱਡਣੀ ਅਸੀਂ, ਜੇ ਅਸੀਂ ਗ੍ਰਿਪ ਨਹੀਂ ਛੱਡਾਂਗੇ, ਉਹ ਕਨੈਕਸ਼ਨ ਨਹੀਂ ਛੱਡਾਂਗੇ, ਫਿਰ ਪ੍ਰੋਬਲਮ ਨਹੀਂ ਆਏਗੀ। ਵਾਈ ਡੂ ਦੇ escape? ਆਪਾਂ ਇਹ ਸਮਝੀਏ ਕਿ ਜੇ ਇੱਕ ਲਵਡ ਵਨ ਇੱਕ ਇਲਾਜ ਦੇ ਵਿੱਚ ਆਇਆ ਹੈ, ਜੇ ਉਹ ਠੀਕ ਵੀ ਹੋ ਰਿਹਾ ਹੈ, ਸਭ ਕੁਝ ਸੋਹਣੇ ਤਰੀਕੇ ਨਾਲ, ਫੈਮਿਲੀ ਵੀ ਸ਼ਾਂਤੀ ਨਾਲ ਹੈ, ਰਿਲੇਸ਼ਨਸ਼ਿਪ ਬੈਟਰ ਹੋ ਰਿਹਾ ਹੈ, ਪਰ ਕੀ ਕਾਰਨ ਹੋ ਸਕਦੇ ਹੈ ਕਿ ਉਹ ਫੇਰ ਖਿਸਕਣਾ ਸ਼ੁਰੂ ਹੋ ਗਿਆ? ਕਿਉਂਕਿ ਇੱਕ ਵਾਰੀ ਜਿਹੜਾ ਸਾਡਾ ਲਵਡ ਵਨ ਹੈ ਉਹ ਠੀਕ ਹੋਏਗਾ ਫਿਰ ਖਿਸਕੇਗਾ, ਕਿਉਂਕਿ ਉਹਨੂੰ ਸਭ ਕੁਝ ਠੀਕ ਲੱਗਣ ਲੱਗ ਗਿਆ ਨਾ ਹੁਣ, ਫਿਰ ਉਹ ਖਿਸਕਣਾ ਸ਼ੁਰੂ ਹੋਏਗਾ। ਤੇ ਪਰ ਜਦ ਕੁਝ ਸਾਰਾ ਕੁਝ ਜਦ ਠੀਕ ਹੋਣਾ ਸ਼ੁਰੂ ਹੋ ਗਿਆ, ਉਹਦੀ ਸਿਹਤ ਵੀ ਠੀਕ ਹੋ ਗਈ, ਰਿਸ਼ਤੇ ਵੀ ਬੈਟਰ ਹੋ ਗਏ, ਤੁਸੀਂ ਹੱਸ ਖੇਡ ਰਹੇ ਹੋ, ਫੈਮਿਲੀ ਦਾ ਮਾਹੌਲ ਠੀਕ ਹੋ ਗਿਆ, ਸਭ ਕੁਝ ਵਧੀਆ ਹੋ ਗਿਆ, ਪਰ ਫਿਰ ਵੀ ਸਾਡਾ ਮਰੀਜ਼ ਇਲਾਜ ਤੋਂ ਖਿਸਕਦਾ ਕਿਉਂ ਹੈ? ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾ ਕਾਰਨ ਹੈ ਕਿ ਵਾਈ ਡੂ ਦੇ escape? ਕਿਉਂਕਿ ਉਹਦੀ ਬਿਮਾਰੀ ਦਾ ਇੱਕ ਅਹਿਮ ਹਿੱਸਾ ਹੈ ਡਿਨਾਇਲ ਆ ਜਾਂਦੀ ਹੈ, ਕਿ ਸਾਡਾ ਜਿਹੜਾ ਚਿੰਪ ਬ੍ਰੇਨ ਹੈ ਇਸ ਤਰੀਕੇ ਨਾਲ ਸਾਡੇ ਹੀ ਅਗੇਂਸਟ ਕੰਮ ਕਰਦਾ ਹੈ ਕਿ ਹੁਣ ਤੂੰ ਠੀਕ ਹੈ, ਹੁਣ ਤੈਨੂੰ ਇਲਾਜ ਦੀ ਲੋੜ ਨਹੀਂ ਹੈ। ਸਾਡੇ ਲਵਡ ਵਨ ਨੂੰ ਇਹ ਨਹੀਂ ਸਮਝ ਆਉਂਦਾ ਕਿ ਹੁਣ ਤੂੰ ਠੀਕ ਹੈ ਕਿਹਦੀ ਬਦੌਲਤ? ਟ੍ਰੀਟਮੈਂਟ, ਕਨੈਕਸ਼ਨ, ਪ੍ਰੋਗਰਾਮ ਦੀ ਬਦੌਲਤ। ਪਰ ਉਹਨੂੰ ਲੱਗਣ ਲੱਗ ਜਾਂਦਾ ਕਿ ਇਹ ਜੋ ਠੀਕ ਆ ਨਾ, ਇਹ ਮੈਂ ਹੁਣ ਠੀਕ ਹੋ ਗਿਆ, ਹੁਣ ਮੈਨੂੰ ਲੋੜ ਨਹੀਂ ਹੈ। ਇਹਦਾ ਮਤਲਬ ਕੀ ਹੈ ਕਿ ਸਾਡੇ ਲਵਡ ਵਨ ਦੇ ਵਿੱਚ ਡਿਨਾਇਲ ਫੇਰ ਤੋਂ ਆ ਗਈ ਹੈ। ਉਹ ਮੰਨਣਾ ਨਹੀਂ ਚਾਹੁੰਦਾ ਕਿ ਮੈਂ ਬਿਮਾਰ ਹਾਂ ਜਾਂ ਮੈਨੂੰ ਅੰਨੇ ਲੰਬੇ ਪ੍ਰੋਗਰਾਮ, ਦਵਾਈ ਜਾਂ ਕਨੈਕਸ਼ਨ ਦੀ ਲੋੜ ਹੈ, ਹੁਣ ਮੈਂ ਠੀਕ ਹਾਂ, ਹੁਣ ਮੈਂ ਆਪੇ ਕਰ ਲਾਂਗਾ। ਇਹ ਪਹਿਲਾ ਕਾਰਨ ਹੈ ਕਿ ਕਿਉਂ ਉਹ ਸਲਿਪ ਕਰਦੇ ਨੇ, ਐਸਕੇਪ ਕਰਦੇ ਹੈ ਜਾਂ ਖਿਸਕਣਾ ਸ਼ੁਰੂ ਹੁੰਦੇ ਹੈ। ਦੂਸਰਾ ਹੈ ਅਵੋਇਡੈਂਸ ਆਫ ਅਕਾਊਂਟੇਬਿਲਿਟੀ। ਹੁਣ ਅਕਾਊਂਟੇਬਿਲਿਟੀ ਕੀ ਹੁੰਦਾ ਹੈ ਕਿ ਕਿਸੇ ਨੂੰ ਅਸੀਂ ਜਵਾਬਦਾਈ ਹੁੰਨੇ ਆ। ਅਕਾਊਂਟੇਬਿਲਿਟੀ ਕਿ ਕਿਸੇ ਨੂੰ ਅਸੀਂ ਸਾਰਾ ਵਹੀ ਖਾਤਾ ਦਿੰਨੇ ਆ ਕਿ ਮੇਰੇ ਕੋਲ ਜੇ 5000 ਰੁਪਈਆ ਹੈਗਾ ਹੈ, ਠੀਕ ਹੈ, ਤੇ ਮੈਂ ਦੱਸਾਂ ਇੱਕ ਇੱਕ ਪੈਨੀ, ਇੱਕ ਇੱਕ ਰੁਪਈਆ ਮੈਂ ਕਿੱਥੇ ਖਰਚ ਕੀਤਾ, ਵੀ ਆ ਇਹਦਾ ਵਹੀ ਖਾਤਾ ਹੈ, ਮੈਂ ਤੁਹਾਨੂੰ ਦੱਸ ਰਿਹਾ। ਦਿਸ ਇਜ਼ ਅਕਾਊਂਟੇਬਿਲਿਟੀ। ਹੁਣ ਜਦੋਂ ਸਾਡਾ ਮਰੀਜ਼ ਮਤਲਬ ਕਹਿ ਲਓ ਤੁਸੀਂ ਖਿਸਕਣਾ ਸ਼ੁਰੂ ਹੁੰਦਾ ਹੈ, ਉਹਦੇ ਵਿੱਚ ਕੀ ਹੁੰਦਾ ਹੈ ਕਿ ਅਵੋਇਡਿੰਗ ਟੂ ਅਕਾਊਂਟੇਬਿਲਿਟੀ। ਉਹ ਪਹਿਲੇ ਤੇ ਤੁਹਾਨੂੰ ਜਦੋਂ ਠੀਕ ਹੋਇਆ ਉਹ ਦੱਸ ਕੇ ਜਾ ਰਿਹਾ ਹੈ ਕਿ ਹਾਂ ਵੀ ਚਲੋ, ਜਾਂ ਤੇ ਤੁਹਾਨੂੰ ਲੈ ਕੇ ਜਾ ਰਿਹਾ ਨਾਲ, ਠੀਕ ਹੈ, ਕਿ ਹਾਂ ਚਲੋ ਆਓ ਚੱਕਰ ਲਗਾਉਣ ਚੱਲੀਏ। ਫਿਰ ਹੌਲੀ ਹੌਲੀ ਕਰਕੇ ਜਦੋਂ ਇੱਕ ਟਾਈਮ ਆਇਆ ਜਦੋਂ ਉਹਦੇ ਰੈੱਡ ਸਟੈਂਡਸ ਹੌਲੀ ਹੌਲੀ ਕਰਕੇ ਗ੍ਰੀਨ ਸਟੈਂਡਸ ਹੋਏ ਤੇ ਉਹਨੂੰ ਬਾਹਰ ਜਾਣਾ ਵੀ ਸ਼ੁਰੂ ਕਰਤਾ। ਹੁਣ ਉਹ ਕੀ ਕਰ ਰਿਹਾ ਹੈ ਕਿ ਖਿਸਕਣਾ ਕਿਵੇਂ ਪਤਾ ਚੱਲੇਗਾ ਕਿ ਹੁਣ ਉਹ ਤੁਹਾਨੂੰ ਦੱਸ ਕੇ ਨਹੀਂ ਜਾ ਰਿਹਾ ਕਿੱਥੇ ਜਾ ਰਿਹਾ, ਕਿੰਨੀ ਦੇਰ 'ਚ ਆਏਗਾ, ਕਿਹਦੇ ਨਾਲ ਜਾ ਰਿਹਾ। ਇਹ ਕੀ ਹੈਗਾ? ਇਹ ਉਹਦਾ ਸਿੰਪਟਮ ਹੈ ਇੱਕ, ਕਿ ਹਾਂ ਵੀ ਉਹਨੇ ਖਿਸਕਣਾ ਸ਼ੁਰੂ ਕਰਤਾ। ਉਹ ਤੁਹਾਨੂੰ ਜਵਾਬ ਨਹੀਂ ਦੇ ਰਿਹਾ, ਉਹ ਤੁਹਾਨੂੰ ਹਿਸਾਬ ਕਿਤਾਬ ਨਹੀਂ ਦੇ ਰਿਹਾ। ਹਿਸਾਬ ਕਿਤਾਬ ਦੇਣ ਤੋਂ ਉਹ ਖਿਸਕਣਾ ਸ਼ੁਰੂ ਹੋ ਗਿਆ, ਅਵੋਇਡ ਕਰਨਾ ਸ਼ੁਰੂ ਕਰਤਾ। ਤੀਸਰਾ ਹੈ ਕ੍ਰੇਵਿੰਗ ਸੀਕ੍ਰੇਸੀ।
ਵਾਂਟਿੰਗ ਪ੍ਰਾਈਵੇਸੀ ਫਰੋਮ ਐਡਿਕਟਿਵ ਥਾਟਸ, ਠੀਕ ਹੈ, ਕਿ ਹੁਣ ਸੀਕ੍ਰੇਟ ਲਾਈਫ ਆਣੀ ਸ਼ੁਰੂ ਹੋ ਗਈ ਹੈ, ਕਿ ਜੇ ਉਹਦੇ ਮਨ ਦੇ ਵਿੱਚ ਕੋਈ ਹਲਚਲ ਆ ਰਹੀ ਹੈ, ਕ੍ਰੇਵਿੰਗ ਆ ਰਹੀ ਹੈ, ਕੁਛ ਆ ਰਿਹਾ ਹੈ, ਉਹ ਪਹਿਲੇ ਤੁਹਾਡੇ ਨਾਲ ਸ਼ੇਅਰ ਕਰਦਾ ਸੀ ਪਰ ਹੁਣ ਉਹ ਸ਼ੇਅਰ ਨਹੀਂ ਕਰ ਰਿਹਾ। ਉਹਨੇ ਤੁਹਾਡੇ ਨਾਲ ਸ਼ੇਅਰਿੰਗ ਕਰਨੀ ਘਟਾ ਦਿੱਤੀ ਹੈ ਕਿ ਮੈਮ ਪਹਿਲੇ ਤੇ ਉਹ ਬੋਲਦਾ ਸੀ, ਹੁਣ ਇਹ ਚੀਜ਼ਾਂ ਦੇਖੋ ਕਿੰਨੀਆਂ ਆਸਾਨ ਵੀ ਨੇ, ਕਿੰਨੀਆਂ ਛੋਟੀਆਂ ਵੀ ਨੇ ਇੱਕ ਫੈਮਿਲੀ ਵਾਸਤੇ ਆਪਣੇ ਲਵਡ ਵਨ ਲਈ ਆਬਜ਼ਰਵ ਕਰਨੀਆਂ ਘਰ ਦੇ ਵਿੱਚ। ਕਿ ਜਦੋਂ ਉਹ ਟ੍ਰੀਟਮੈਂਟ ਕਰਾ ਕੇ ਘਰ ਗਿਆ, ਉਹ ਬਹੁਤ ਸੋਹਣਾ ਹੱਸਦਾ ਖੇਡਦਾ ਸੀ, ਸਾਡੀ ਗੱਲ ਮੰਨਦਾ ਸੀਗਾ, ਠੀਕ ਹੈ, ਜਾਂ ਸਾਡੇ ਨਾਲ ਸ਼ੇਅਰ ਵੀ ਕਰਦਾ ਸੀ ਸਾਨੂੰ ਕ੍ਰੇਵਿੰਗ ਹੋ ਰਹੀ ਹੈ। ਹੁਣ ਪਰ ਪਿਛਲੇ 15 ਦਿਨਾਂ ਚੋਂ ਤੁਸੀਂ ਇਹਨਾਂ ਵਿੱਚੋਂ ਕੁਝ ਨਹੀਂ ਦੇਖ ਰਹੇ। ਕੀ ਤੁਹਾਨੂੰ ਨਹੀਂ ਚਾਹੀਦਾ ਕਿ ਤੁਸੀਂ ਥੈਰੇਪਿਸਟ ਨੂੰ ਦੱਸੋ? ਕੀ ਤੁਹਾਨੂੰ ਨਹੀਂ ਚਾਹੀਦਾ ਕਿ ਤੁਸੀਂ ਕੋਈ ਸਟੈਪ ਲਵੋ? ਕੀ ਤੁਹਾਨੂੰ ਨਹੀਂ ਚਾਹੀਦਾ ਕਿ ਤੁਸੀਂ ਹੈਲਪ ਲਵੋ? ਪਰ ਅਕਸਰ ਕੀ ਕਰਦੀਆਂ ਫੈਮਲੀਜ਼, ਵੇਟ ਕਰਦੀਆਂ ਰਹਿੰਦੀਆਂ ਕਿ ਹਾਂ ਅਸੀਂ ਜਾਵਾਂਗੇ ਫਿਰ ਦੱਸ ਦਾਂਗੇ, ਅਜੇ ਨਸ਼ਾ ਤੇ ਨਹੀਂ ਆਇਆ ਨਾ। ਪਰ ਇਹ ਸਾਰੀਆਂ ਚੀਜ਼ਾਂ ਤੁਹਾਡੀ ਅੱਖਾਂ ਦੇ ਸਾਹਮਣੇ ਹੁੰਦੀਆਂ ਨੇ, ਪਰ ਤੁਸੀਂ ਕਿਤੇ ਨਾ ਕਿਤੇ ਇਹਨਾਂ ਨੂੰ ਜ਼ਾਹਿਰ ਨਹੀਂ ਕਰਦੇ ਇਸ ਡਰ ਤੋਂ ਕਿ ਇਹ ਨਾ ਹੋਏ ਕਿ ਨਸ਼ਾ ਤੇ ਨਹੀਂ ਨਾ ਆਇਆ, ਇਹ ਨਾ ਹੋਏ ਮੈਂ ਇਹ ਚੀਜ਼ ਬੋਲਾਂ ਤੇ ਨਸ਼ਾ ਵੀ ਆ ਜਾਏ। ਫੈਮਲੀਜ਼ ਦੇ ਡਰ ਮੈਂ ਸਮਝ ਸਕਦੀ ਹਾਂ ਕਿ ਉਹ ਥੋੜੀਆਂ ਚੀਜ਼ਾਂ ਨੋਟ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ, ਪਰ ਐਡਰੈਸ ਕਿਉਂ ਨਹੀਂ ਕਰਦੀਆਂ? ਕਿਉਂਕਿ ਉਹਨਾਂ ਦੇ ਵਿੱਚ ਡਰ ਹੈ ਕਿ ਹਜੇ ਤੇ ਚੱਲ ਬਿਹੇਵੀਅਰ ਹੀ ਚੇਂਜ ਹੋਇਆ ਨਾ, ਇਹ ਨਾ ਹੋਏ ਕਿ ਮੈਂ ਇਹਨੂੰ ਕੁਝ ਕਵਾਂ ਤੇ ਨਸ਼ਾ ਵੀ ਆ ਜਾਏ। ਅਗਲਾ ਕਾਰਨ ਕੀ ਹੈ? ਸ਼ੇਮ ਐਂਡ ਗਿਲਟ, ਅਫਰੇਡ ਆਫ ਬੀਇੰਗ ਜਜਡ, ਕਿ ਹਾਂ ਸ਼ਰਮ ਤੇ ਗਿਲਟ ਹੁੰਦੀ ਹੈ ਉਹਦੇ ਦੇ ਵਿੱਚ ਕਿ ਜੋ ਉਹਨੂੰ ਐਸਕੇਪ ਕਰਨ ਤੋਂ ਮਜਬੂਰ ਕਰਦੀ ਹੈ। ਹੁਣ ਜਿਵੇਂ ਮੈਮ ਨੇ ਇੱਕ ਬਾਈਪੋਲਰ ਪੇਸ਼ੈਂਟ ਦੀ ਗੱਲ ਕੀਤੀ, ਬਾਈਪੋਲਰ ਪੇਸ਼ੈਂਟ ਕੀ ਹੈ? 2 ਐਕਸਟ੍ਰੀਮਸ ਬਾਰੇ ਅਸੀਂ ਗੱਲ ਕਰ ਰਹੇ ਹਾਂ। ਜਾਂ ਤੇ ਪੇਸ਼ੈਂਟ ਬਿਲਕੁਲ ਹਾਈ 'ਚ, ਮੈਂ ਉਹਦੀ ਬਿਲਕੁਲ ਇੱਦਾਂ 10ਵੇਂ ਲੈਵਲ ਤੇ ਹੁੰਦੀ ਹੈ, ਜਾਂ ਉਹ ਬਿਲਕੁਲ ਡਿਪਰੈਸ ਤੇ ਹੁੰਦਾ। ਹੁਣ ਇੱਕ ਬਾਈਪੋਲਰ ਪੇਸ਼ੈਂਟ ਸੋਚੋ, ਜਦੋਂ ਉਹਦਾ ਮੂਡ ਚੰਗਾ ਹੈ ਉਹ ਤੁਹਾਡੇ ਨਾਲ ਗੱਲਾਂ ਵੀ ਕਰ ਰਿਹਾ, ਸਭ ਕੁਝ ਕਰ ਰਿਹਾ, ਹੁਣ ਜਦੋਂ ਡਿਪ ਆਇਆ ਉਹਦੀ ਪੁਰਾਣੀਆਂ ਸੋਚਾਂ ਸ਼ੁਰੂ ਹੋ ਗਈਆਂ, ਉਹਨੂੰ ਸ਼ਰਮਿੰਦਗੀ ਆਣੀ ਸ਼ੁਰੂ ਹੋ ਗਈ, ਗਿਲਟ ਆਣੀ ਸ਼ੁਰੂ ਹੋ ਗਈ, ਕੀ ਨੁਕਸਾਨ ਕਰਤਾ ਮੈਂ, ਕਿਹੋ ਜਿਹਾ ਬੰਦਾ ਮੈਂ, ਆਪਣੀ ਫੈਮਿਲੀ ਨੂੰ ਕਿੰਨੀ ਡਿਸਰਿਸਪੈਕਟ ਦਿੱਤੀ ਹੈ, ਮੈਂ ਕਿੰਨਾ ਲਾਸ ਕਰਤਾ ਹੈ। ਹੁਣ ਸ਼ੇਮ ਔਰ ਗਿਲਟ ਕੀ ਹੋਏਗੀ? ਉਹਨੂੰ ਹੌਲੀ ਹੌਲੀ ਖਿਸਕਾਣਾ ਸ਼ੁਰੂ ਕਰ ਦੇਗੀ ਕਿ ਉਹ ਕਿਸੇ ਨਾਲ ਗੱਲ ਨਹੀਂ ਕਰੇਗਾ। ਫੈਮਿਲੀ ਨੂੰ ਕੀ ਚਾਹੀਦਾ ਹੈ? ਆਬਜ਼ਰਵ ਕਰਨਾ ਤੇ ਰਿਪੋਰਟ ਕਰਨਾ ਤੇ ਐਡਰੈਸ ਕਰਨਾ ਕਿ ਹਾਂ ਇਹ ਪਿਛਲੇ 10 ਦਿਨਾਂ ਤੋਂ ਥੋੜਾ ਚੁੱਪਚਾਪ ਹੈ, ਇਹ ਪਿਛਲੇ 10 ਦਿਨਾਂ ਤੋਂ ਨਹੀਂ ਗੱਲ ਕਰ ਪਾ ਰਿਹਾ, ਇਕੱਲਾ ਬੈਠ ਰਿਹਾ, ਮੈਮ ਏਦਾਂ ਲੱਗਦਾ ਕਿ ਕੁਝ ਸੋਚਦਾ ਪਿਆ ਪਰ ਗੱਲ ਨਹੀਂ ਕਰਦਾ ਪਿਆ। ਓਵਰ ਕੌਨਫੀਡੈਂਸ, ਜਿਵੇਂ ਮੈਂ ਕਿਹਾ ਜਿਹੜਾ ਬੰਦਾ 6 ਤੋਂ ਉੱਪਰ ਵਾਲਾ ਹੈ, ਜਿਹੜਾ ਹਾਈ ਵਾਲਾ ਹੈ, ਓਵਰ ਕੌਨਫੀਡੈਂਸ ਆਏਗਾ ਮੈਨੂੰ ਕੋਈ ਲੋੜ ਨਹੀਂ ਹੈ ਟ੍ਰੀਟਮੈਂਟ ਦੀ, ਮੈਂ ਇਕੱਲਾ ਠੀਕ ਹਾਂ, ਮੈਨੂੰ ਇੰਨੀ ਦਵਾਈਆਂ ਦੀ ਲੋੜ ਨਹੀਂ ਹੈ, ਹੁਣ ਮੈਂ ਇੰਨੀ 3 ਮਹੀਨੇ 6 ਮਹੀਨੇ ਹੋ ਗਏ ਹੈ ਨਾ ਮੈਂ ਨਹੀਂ ਪੀਤੀ, ਹੁਣ ਮੇਰਾ ਮਨ ਬਣ ਗਿਆ ਹੋਇਆ, ਹੁਣ ਮੈਂ ਆਪੇ ਕਰ ਲਾਂਗਾ। ਤੁਸੀਂ ਜਾਣਾ ਮੀਟਿੰਗ ਤੇ ਤੁਸੀਂ ਜਾਓ, ਮੈਨੂੰ ਮੀਟਿੰਗਾਂ ਦੀ ਲੋੜ ਨਹੀਂ ਹੈ, ਮੈਂ ਇਕੱਲਾ ਚੱਲ ਜਾਵਾਂਗਾ, ਮੈਂ ਆਪਣੇ ਆਪ ਨੂੰ ਦੇਖ ਸਕਦਾ, ਮੈਂ ਤੇ 4 ਵਿਆਹ ਅਟੈਂਡ ਕਰ ਲਿਆ, ਹੁਣ ਕੀ ਮੈਂ ਵਿਆਹ ਤੇ ਇਕੱਲਾ ਨਹੀਂ ਜਾ ਸਕਦਾ? ਓਵਰ ਕੌਨਫੀਡੈਂਸ। ਇਹਦੇ ਚ ਕੀ ਹੈ ਕਿ ਉਹ ਖਿਸਕਣਾ ਸ਼ੁਰੂ ਹੋ ਗਿਆ। ਸਟ੍ਰੈਸ ਓਵਰਲੋਡ, ਹੁਣ ਸਟ੍ਰੈਸ ਆਇਆ ਤੇ ਪਰ ਸਟ੍ਰੈਸ ਨੂੰ ਹੈਂਡਲ ਕਰਨ ਦੇ ਕਿਹੜੇ ਤਰੀਕਿਆਂ ਵੱਲੋਂ ਪਹਿਲੇ ਵਾਰੀ ਜਾਏਗਾ? ਉਹੀ ਕਿਸੇ ਪਿੱਟੇ ਤਰੀਕੇ ਜਿਹੜੇ ਉਹ ਅੱਜ ਤੱਕ ਕਰ ਰਿਹਾ ਸੀਗਾ। ਕੋਈ ਸਟ੍ਰੈਸ ਆਇਆ ਫੈਮਿਲੀ ਦੇ ਵਿੱਚ, ਸੋਚੋ ਕੋਈ ਸਪਰੇਸ਼ਨ ਹੋ ਗਈ, ਕੋਈ ਲਾਸ ਹੋ ਗਿਆ ਫਾਈਨੈਂਸ਼ੀਅਲ, ਕੋਈ ਕਿਸੇ ਲਵਡ ਵਨ ਦੀ ਡੈਥ ਹੋ ਗਈ, ਇੰਨਾ ਜ਼ਿਆਦਾ ਸਟ੍ਰੈਸ ਆਇਆ ਕਿ ਉਹਦੇ ਡਿਫਾਲਟ ਜਿਹੜਾ ਸਿਸਟਮ ਹੈ ਉਹਦੇ ਵਿੱਚ ਰਜਿਸਟਰ ਹੈ ਕਿ ਤੇਰੇ ਕੋਲ ਵੀ ਇੱਕੋ ਤਰੀਕਾ ਹੈਗਾ ਸਟ੍ਰੈਸ ਨੂੰ ਦੂਰ ਕਰਨ ਦਾ, ਤੂੰ ਉਹਨਾਂ ਪੁਰਾਣੇ ਯਾਰਾਂ ਦੋਸਤਾਂ ਕੋਲ ਜਾ, ਨਸ਼ਾ ਕਰ। ਮਤਲਬ ਉਹ ਸਟ੍ਰੈਸ ਨੂੰ ਡੀਲ ਕਰਨ ਦੇ ਉਹ ਚੀਜ਼ਾਂ ਨਹੀਂ ਕਰ ਰਿਹਾ ਜੋ ਉਹਨੂੰ ਨਵੀਆਂ ਸਕਿੱਲਸ ਸਿਖਾਈਆਂ ਗਈਆਂ ਨੇ ਕਿ ਸ਼ੇਅਰਿੰਗ ਕਰ, ਫੈਮਿਲੀ ਦੀ ਹੈਲਪ ਲੈ, ਥੈਰੇਪਿਸਟ ਦੀ ਹੈਲਪ ਲੈ, ਫੋਲੋਅਪ ਤੇ ਚੱਲ ਜਾ, ਦਵਾਈਆਂ ਦਾ ਅਸੀਂ ਸਾਥ ਲੈ ਸਕਦੇ ਹਾਂ। ਉਹ ਸਕਿੱਲਸ ਨਹੀਂ ਉਹ ਅਪਣਾ ਰਿਹਾ, ਤੁਸੀਂ ਦੇਖ ਰਹੇ ਹੋ ਉਹ ਪੁਰਾਣੇ ਆਪਣੇ 올ਡ ਪੈਟਰਨਸ ਵੱਲ ਜਾ ਰਿਹਾ ਆਪਣੇ ਸਟ੍ਰੈਸ ਨੂੰ ਮੈਨੇਜ ਕਰਨ ਵਾਸਤੇ। ਸੋ ਇਹ ਕੁਝ ਕਾਰਨ ਨੇ, ਸਟ੍ਰੈਸ ਹੋ ਗਿਆ, ਓਵਰ ਕੌਨਫੀਡੈਂਸ ਹੋ ਗਿਆ, ਸ਼ੇਮ ਐਂਡ ਗਿਲਟ ਹੋ ਗਈ, ਇਹ ਕੁਝ ਕਾਰਨ ਨੇ ਕਿ ਕਿਉਂ ਸਾਡਾ ਮਰੀਜ਼ ਚਾਹੁੰਦੇ ਹੋਏ ਵੀ ਠੀਕ ਹੋਣਾ ਚਾਹੁੰਦਾ ਹੈ ਉਹ, ਔਰ ਹੋ ਵੀ ਰਿਹਾ ਹੈ, ਠੀਕ ਹੈ, ਇਹ ਸਭ ਕੁਝ ਹੁੰਦੇ ਹੋਏ ਵੀ ਉਹ ਖਿਸਕਣਾ ਕਿਉਂ ਸ਼ੁਰੂ ਕਰਦਾ ਹੈ? ਕਿਉਂਕਿ ਹੈ ਤੇ ਬਿਮਾਰੀ ਹੈ ਨਾ, ਔਰ ਬਿਮਾਰੀ ਇਹੋ ਜਿਹੀ ਹੈਗੀ ਹੈ ਕਿ ਜਿਹੜੀ ਚਾਹੁੰਦੀ ਨਹੀਂ ਹੈ ਟ੍ਰੀਟਮੈਂਟ ਕਰਾਉਣਾ, ਜਿਹੜੀ ਮੰਨਣ ਨੂੰ ਤਿਆਰ ਨਹੀਂ ਹੈ, ਡਿਨਾਇਲ ਇੰਨੀ ਸਟਰੋਂਗ ਹੈ। ਮੇਰਾ ਇੱਕ ਨਾ 2 ਦਿਨ ਪਹਿਲੇ ਇੱਕ ਪੇਸ਼ੈਂਟ ਆਇਆ, ਉਹਨੂੰ ਸ਼ੂਗਰ ਦੀ ਬੜੀ ਪ੍ਰੋਬਲਮ ਹੈ ਤੇ ਸ਼ੂਗਰ ਦਾ ਟ੍ਰੀਟਮੈਂਟ ਉਹਦਾ 40s ਤੋਂ ਚੱਲ ਰਿਹਾ, ਤੇ ਫਿਰ ਉੱਥੋਂ ਅਪਾਇੰਟਮੈਂਟ ਤੋਂ ਬਾਅਦ ਉਹਦੀ ਇੱਥੇ ਅਪਾਇੰਟਮੈਂਟ ਸੀਗੀ, ਤੇ ਇੱਥੇ ਆਏ, ਉਹਨੇ ਫੋਲੋਅਪ ਤੇ ਰਹਿਣਾ ਸੀ, ਕਹਿੰਦੇ ਨਹੀਂ ਮੈਮ ਮੇਰਾ ਮਨ ਨਹੀਂ ਹੈ,
मैं इतने दिन की दवाई लेके जाऊंगा। मैंने कहा अच्छा मुझे ये बताओ, फोर्टी साहब जब गए डॉक्टर को आपने अपनी टर्म्स एंड कंडीशंस बताई कि डॉक्टर की बात सुनी और मान ली? कहते नहीं मैम, उसने जो बोला मैंने वो कर लिया। मैं कहा फिर इस हॉस्पिटल में आके हम अपनी टर्म्स एंड कंडीशंस क्यों रख रहे हैं डॉक्टर के सामने कि ये भी बीमारी है ਤੇ ਉਹ ਵੀ ਬਿਮਾਰੀ ਹੈ, ਸ਼ੂਗਰ ਦੀ ਵੀ ਬਿਮਾਰੀ ਹੈ। ਜਦੋਂ ਡਾਕਟਰ ਨੇ ਕਿਹਾ ਇਨਸੂਲਿਨ ਲਾਣੀ ਪਏਗੀ, ਇੰਨੇ ਯੂਨਿਟ ਲਾਣੇ ਪੈਣਗੇ, ਆਪਾਂ ਮੰਨ ਗਏ। ਡਾਕਟਰ ਨੇ ਕਿਹਾ ਇਹ ਹਦਾਇਤਾਂ ਲੈਣੀਆਂ ਪੈਣਗੀਆਂ, ਅਸੀਂ ਮੰਨ ਗਏ, ਠੀਕ ਹੈ। ਪਰ ਜਦੋਂ ਅਸੀਂ ਇੱਥੇ ਹਰਮਿਟੇਜ ਐਂਟਰ ਹੋਏ ਤਾਂ ਸਾਨੂੰ ਲੱਗ ਰਿਹਾ ਕਿ ਸਭ ਕੁਝ ਮੇਰੇ ਹਿਸਾਬ ਨਾਲ ਹੋਣਾ ਚਾਹੀਦਾ। ਤੁਸੀਂ ਦੇਖੋ ਨਾ, ਮਤਲਬ ਇੱਕ ਬਿਮਾਰੀ ਲਈ ਸਾਡਾ ਪੂਰਾ ਸਰੈਂਡਰ ਹੈ ਤੇ ਦੂਸਰੀ ਬਿਮਾਰੀ, ਮਤਲਬ ਮੈਂ ਤੇ ਹਮੇਸ਼ਾ ਹੀ ਕਹਿੰਨੀ ਆ ਵੀ ਦਿਮਾਗ ਵੀ ਤੇ ਤੁਹਾਡਾ ਹੀ ਹੈ, ਤੁਸੀਂ ਗੁਆਂਢੀਆਂ ਦਾ ਕਿਰਾਏ ਤੇ ਥੋੜੀ ਲਿੱਤਾ ਹੋਇਆ। ਜਦ ਦਿਮਾਗ ਦੀ ਬਿਮਾਰੀ ਆਂਦੀ ਹੈ ਅਸੀਂ ਚਾਹੁੰਦੇ ਹਾਂ ਟ੍ਰੀਟਮੈਂਟ ਸਾਡੇ ਹਿਸਾਬ ਨਾਲ ਹੋਵੇ। ਸੋ ਇਹ ਸਭ ਤੋਂ ਵੱਡਾ ਸਿੰਪਟਮ ਹੈ ਕਿ ਹਾਂ ਸਾਡਾ ਦਿਮਾਗ ਇਨਵੋਲਵਡ ਹੈ, ਜੋ ਕਿ ਹਜੇ ਕੰਮ ਨਹੀਂ ਕਰ ਰਿਹਾ ਤੇ ਮੈਨੂੰ ਦੂਸਰੇ ਦੇ ਦਿਮਾਗ ਤੋਂ ਹੈਲਪ ਲੈ ਲੈਣੀ ਚਾਹੀਦੀ ਹੈ। ਪਰ ਸਾਡਾ ਮਰੀਜ਼ ਨਹੀਂ ਲਏਗਾ ਕਿਉਂਕਿ ਉਹਨੂੰ ਦਿਮਾਗ ਦੀ ਪ੍ਰੋਬਲਮ ਹੈ, ਦਿਮਾਗ ਦੀ ਬਿਮਾਰੀ ਹੈ, ਉਹਦਾ ਦਿਮਾਗ ਹਾਈਜੈਕ ਹੋਇਆ, ਉਹਦੇ ਲਈ ਹੈਲਪ ਲੈਣੀ ਬਹੁਤ ਮੁਸ਼ਕਿਲ ਹੈ। ਪਰ ਤੁਹਾਨੂੰ ਅਸੀਂ ਇਹ ਕਾਰਨ ਦੱਸੇ ਹੈ ਕਿ ਉਹ ਕਿਉਂ ਖਿਸਕਣਾ ਸ਼ੁਰੂ ਹੋਏਗਾ, ਜੋ ਤੁਸੀਂ ਨੋਟਿਸ ਕਰ ਸਕਦੇ ਹੋ। ਮੈਮ ਨੇ ਹੁਣੇ ਕਿਹਾ ਸੀ ਕਿ ਗ੍ਰੇਸਫੁਲ ਐਕਸੈਪਟੈਂਸ ਆਣੀ ਚਾਹੀਦੀ ਹੈ। ਸਾਡੇ ਲਵਡ ਵਨ ਨੂੰ ਵੀ ਨਹੀਂ ਆਂਦੀ ਕਿਤੇ ਨਾ ਕਿਤੇ ਗ੍ਰੇਸਫੁਲ ਐਕਸੈਪਟੈਂਸ, ਤੇ ਫੈਮਿਲੀ ਨੂੰ ਵੀ ਕਦੀ ਕਿਤੇ ਨਾ ਕਿਤੇ ਨਹੀਂ ਆਂਦੀ। ਦ ਵੇ ਮੈਮ ਇਜ਼ ਸੇਇੰਗ, ਬਾਕੀ ਸਾਰੀ ਬਿਮਾਰੀਆਂ ਜਿਹੜੀਆਂ ਕਿ chronic diseases हैं एंड प्रोग्रेसिव है, कैंसर क्रॉनिक है, प्रोग्रेसिव है, अर्थराइटिस क्रॉनिक है, प्रोग्रेसिव है, बीपी शुगर, इन्हां नूं असीं एक्सेप्ट कर लिया है। बट असीं एडिक्शन की बीमारी नूं एक्सेप्ट नहीं कर रहे। असीं कहने आ कि 3 महीने क्या सी एडमिशन करा ली, असीं सानूं 3 महीने फॉलोअप क्या सी असीं करा लिया, जबकि असीं कहने आ कि 2 ਤੋਂ 2.5 ਸਾਲ लगते हैं ब्रेन नूं नॉर्मलाइज होने दे विच। जिहड़े खड्डे पए है ब्रेन दे विच ਉਹਨੂੰ ਨੋਰਮਲਾਈਜ਼ ਹੋਣ ਚ 2 ਤੋਂ 2.5 ਸਾਲ ਲੱਗਦੇ ਹੈ। ਬਟ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਕੋਮੋਰਬਿਡ ਇਲਨੈਸ ਜਿਹੜੀ ਹੈਗੀ ਉਹਨੂੰ ਲੰਬਾ ਸਮਾਂ ਵੀ ਲੱਗ ਸਕਦਾ ਹੈ। ਅਸੀਂ ਸਾਡੇ ਜਿਹੜੇ ਲਵਡ ਵਨ ਹੈ ਉਹਨਾਂ ਦੇ ਅੰਦਰ ਵੀ ਕਾਲੀ ਹੈ, ਕੁਇਕ ਫਿਕਸ ਚਾਹੀਦਾ, ਛੇਤੀ ਹੋ ਜਾਏ ਬਸ, ਇਸ ਤੋਂ ਬਾਅਦ ਨਹੀਂ। ਸਾਡੇ ਪੇਰੈਂਟਸ ਦੇ ਅੰਦਰ, ਫੈਮਿਲੀਜ਼ ਦੇ ਅੰਦਰ ਵੀ ਉਹ ਕਾਲੀ ਹੈ। ਸਾਡਾ ਲਵਡ ਵਨ ਨਹੀਂ ਆਣਾ ਚਾਹੀਦਾ ਕਿਉਂਕਿ ਜਦੋਂ ਉਹਦਾ ਪੇਟ ਦਰਦ ਹੁੰਦਾ ਹੈ ਨਾ, ਉਹਦਾ ਬ੍ਰੇਨ ਉਹਨੂੰ ਇੰਡੀਕੇਟ ਕਰਦਾ ਤੇਰਾ ਪੇਟ ਦਰਦ ਹੋ ਰਿਹਾ, ਜਾ ਫਟਾਫਟ ਟ੍ਰੀਟਮੈਂਟ ਕਰਾ ਲੈ। पर जो ब्रेन दे विच जो चेंजेस आई हैं, जो मैम ने कहा है, तो ब्रेन का कौन दसेगा? जो ब्रेन ही इन्वॉल्व हो गया फिर तो फैसला होना ही नहीं है। तो उस वेले इट्स योर टर्न, फैमिली दी टर्न है अपना जिहड़ा हैगा सरेंडर करना, अच्छी तरीके नाल उन्होंने समझना और उन्होंने फड़ के हाथ फड़ के वापस ट्रीटमेंट च लैके आना। एस्केप करेगा एन नंबर ऑफ टाइम्स करेगा, रियलिटी तो एस्केप करेगा, रिस्पॉन्सिबिलिटीज तो एस्केप करेगा, फॉलोअप्स तो एस्केप करेगा, मेडिसिन तो एस्केप करेगा, सैशनस तो एस्केप करेगा। बट उत्थे तुसी याद रखना है, तुसी भी तो याद रखना है कि ये बीमारी है और ये सारी जिंदगी रहनी है। असी हमेशा पूछते हैं ना अपने लव्ड वन नूं, ते ओ कई साडे लव्ड वन कहंदे हैं आई एम अ रिकवर्ड एडिक्ट। रिकवर्ड एडिक्ट कोई टर्म नहीं होंदी, आई एम अ रिकवरिंग एडिक्ट। मेरी हले भी रिकवरी चल रही है तो सारी जिंदगी चलती रहनी है। जिवें ਸ਼ੂਗਰ ਇੱਕ ਬਿਮਾਰੀ ਹੈ ਜਿਹਦਾ ਕਿ ਅਸੀਂ ਰੋਕਥਾਮ ਕਰ ਰਹੇ ਹਾਂ, ਅਸੀਂ ਟ੍ਰੀਟਮੈਂਟ ਹੈਗਾ ਪਰ ਪਰਮਾਨੈਂਟ ਕਿਉਰ ਨਹੀਂ ਹੈ। ਕੈਂਸਰ ਦਾ ਟ੍ਰੀਟਮੈਂਟ ਹੈਗਾ, ਪਰਮਾਨੈਂਟ ਕਿਉਰ ਨਹੀਂ ਹੈ। ਜਿਹੜੇ ਬੰਦੇ ਕੈਂਸਰ ਲਈ ਜਾਂਦੇ ਹੈ ਉਹਨਾਂ ਨੂੰ 6 ਮਹੀਨੇ ਬਾਅਦ ਫਾਲੋਅਪ ਲਈ ਕਿਉਂ ਜਾਣਾ ਪੈਂਦਾ ਹੈ? ਉਹ ਕਿਉਂ ਆਪਣੇ ਟੈਸਟ ਕਰਾਉਂਦੇ ਹੈ ਬਾਰ-ਬਾਰ ਕਿ ਕਦੇ ਰੀਗਰੋ ਨਾ ਹੋ ਜਾਏ। ਸਾਡੀ ਬਿਮਾਰੀ ਵੀ ਇਸ ਤਰ੍ਹਾਂ ਹੀ ਹੈ। ਇਹ ਜਿਹੜਾ ਅਸੀਂ ਖਿਸਕਣਾ ਵਰਡ ਦੱਸ ਰਹੇ ਹਾਂ कि साडी बीमारी रीग्रो ना हो जाए। सब कुछ ठीक चलते चलते जो साडा पेशेंट स्लिप हो रहा है तो असी उन्होंने स्लिप होने तो बचाना है। एंड वार्निंग साइंस फॉर द फैमिलीज है, सब तो पहले रूटीन, स्किपिंग मीटिंग्स, फॉलो अप, स्लीप एंड मील्स। सब तो पहला इंडिकेशन है कि तुहाडा साडा लव्ड वन जदों मीटिंग्स आना बंद हो जाए, फॉलो अप अटेंड करने बंद हो जाए, मेडिसिन खानियां बंद हो जाए। साडे लव्ड वन ना अपनी चॉइस ऑफ मेडिसिन खाना चाहते हैं। एक नींद की गोली दे दो, एक दर्दा ना हो एक एहदे वास्ते दे दो, एक मैं ना खुश रवां हमेशा, बस 3 गोलियां पा दो, बाकी नहीं मैनूं कोई लोड़ होगी, बाकी मैं सामभ लैणा अपने आप नूं। वो कहंदे नीली गोली दे दो, पीली गोली दे दो ते हरी गोली दे दो, एहदे नाल मैं ठीक रहना, बाकी जिहड़ियां वड्डियां वड्डियां चिट्टियां नीलियां पीलियां हरियां देंदे ना, वो नहीं मैं खानी, जिहड़ी छोटियां छोटियां सब तो छोटियां ही है ना वो मैं खानी है। तो सब तो पहला सिम्पटम तो यह हैगा
ਸਾਡੇ ਲਵਡ ਵਨ, ਸਾਡੀ ਫੈਮਲੀਜ਼ ਨੂੰ, ਸਾਡੇ ਲਵਡ ਵਨ ਜਾਦੂਗਰ ਹੈਗੇ ਆ। ਉਹਨਾਂ ਦੇ ਅੰਦਰ ਕਨਵਿੰਸਿੰਗ ਪਾਵਰ ਬੜੀ ਹੈ ਜੀ। ਉਹ ਕਨਵਿੰਸ ਕਰ ਲੈਂਦੇ ਆ ਫੈਮਲੀ ਨੂੰ, ਔਰ ਇਹੋ ਜੀ ਗੱਲ ਕਰਕੇ ਕਨਵਿੰਸ ਕਰਦੇ ਆ ਕਿ ਫੈਮਲੀ ਕਹਿੰਦੀ ਠੀਕ ਹੈ ਕਾਕਾ ਨਾ ਖਾ ਦਵਾਈ, ਮੈਨੂੰ ਸੈਕਸ਼ੂਅਲ ਪ੍ਰੋਬਲਮ ਹੋ ਗਈ ਹੈ, ਕੱਲ ਨੂੰ ਕੀ ਬਣੇਗਾ ਜ਼ਿੰਦਗੀ ਦੇ ਵਿੱਚ, ਮੇਰਾ ਵਿਆਹ ਹੀ ਨਹੀਂ ਹੋਣਾ, ਤੇ ਜੇ ਵਿਆਹ ਹੋ ਗਿਆ ਤੇ ਅੱਗੇ ਬੱਚੇ ਨਹੀਂ ਹੋਣੇ, ਫਿਰ ਤੁਸੀਂ ਰਹਿ ਜਾਓਗੇ ਦਾਦਾ ਦਾਦੀ ਬਣਨ ਤੋਂ। ਇਸ ਤਰ੍ਹਾਂ ਦੀ ਗੱਲਾਂ ਸਾਡੇ ਲਵਡ ਵਨਸ ਕਹਿੰਦੇ ਆ। ਮੈਂ ਮੋਟਾ ਦੇਖੋ ਕਿੰਨਾ ਹੋ ਗਿਆ, ਮੈਨੂੰ ਦੇਖੋ ਸਾਹ ਕਿੰਨਾ ਚੜਦਾ ਪਿਆ, ਆ ਦੇਖੋ ਮੈਨੂੰ ਸੁਸਤੀ ਕਿੰਨੀ ਪਈ ਹੋਈ ਹੈ, ਮੇਰੇ ਅੰਦਰ ਤੇ ਉਦਮ ਹੀ ਨਹੀਂ ਆ ਰਿਹਾ, ਹੁਣ ਮੈਂ ਤੇ ਉੱਠ ਹੀ ਨਹੀਂ ਸਕਦਾ, ਮੈਂ ਤੇ ਕਰ ਹੀ ਨਹੀਂ ਸਕਦਾ, ਇਹ ਦਵਾਈਆਂ ਜਾਂ ਤੇ ਮੇਰੀ ਬੰਦ ਕਰੋ ਜਾਂ ਘਟਾਓ। ਐਂਡ ਫੈਮਲੀਜ਼ ਵੀ ਕਈ ਵਾਰੀ ਮਜਬੂਰ ਹੋ ਜਾਂਦੀ ਹੈ। ਥੋੜੇ ਦਿਨ ਪਹਿਲੇ ਸਰ ਨੇ ਦੱਸਿਆ ਸੀਗਾ, ਅਸੀਂ ਸਾਈਡ ਇਫੈਕਟ ਦੀ ਗੱਲ ਕਰਦੇ ਹਾਂ ਪੇਸ਼ੈਂਟ ਦੀ ਮੈਡੀਸਿਨ ਦੀ, ਪਰ ਅਸੀਂ ਇਹ ਗੱਲ ਨਹੀਂ ਕਰਦੇ ਕਿ ਉਹਦੀ ਜਾਨ ਬਚੀ ਹੋਈ ਹੈ, ਉਹ ਓਵਰਡੋਜ਼ ਤੇ ਨਹੀਂ ਕਰ ਰਿਹਾ, ਉਹ ਰਸਤੇ 'ਚ ਡਿੱਗਾ ਤੇ ਨਹੀਂ ਹੋਇਆ, ਉਹਦਾ ਐਕਸੀਡੈਂਟ ਤੇ ਨਹੀਂ ਹੋਇਆ, ਉਹਦੀ ਹਾਰਮ ਰਿਡਕਸ਼ਨ ਹੋ ਗਈ ਹੈ। ਜੋ ਚੋਰੀ ਚਕਾਰੀ ਪਹਿਲੇ ਕਰ ਰਿਹਾ ਸੀ, ਜੋ ਅਨਐਥੀਕਲ, ਜੋ ਅਨਯੂਜੂਅਲ ਬਿਹੇਵੀਅਰਸ ਕਰ ਰਿਹਾ ਸੀ, ਉਹ ਤੇ ਨਹੀਂ ਨਾ ਕਰ ਰਿਹਾ। ਸੋ ਇਟ ਇਜ਼ ਦ ਇੰਪੋਰਟੈਂਸ ਕਿ ਜਦੋਂ ਮੈਡੀਸਿਨਸ ਨੂੰ ਸਕਿਪ ਕਰ ਰਹੇ ਹਾਂ, ਕੋਈ ਬਹਾਨੇ ਬਣਾ ਰਿਹਾ ਹੈ, ਐਸਕੇਪ ਕਰ ਰਿਹਾ ਹੈ, ਅਸੀਂ ਪਹਿਲੇ ਵਾਰਨ ਹੋ ਜਾਈਏ ਕਿ ਕਿਉਂ ਹੀ, ਵਾਈ ਹੀ ਇਜ਼ ਡੂਇੰਗ। ਜੇ ਮੈਂ ਸਾਈਡ ਇਫੈਕਟਸ ਦੀ ਮੈਮ ਨੇ ਗੱਲ ਕੀਤੀ, ਮੈਨੂੰ ਆਂਦਾ ਹੈ ਕਿ ਜਿਹੜਾ ਉਹ ਜੰਕ ਫੂਡ ਖਾ ਰਿਹਾ ਹੈ, ਉਹਦਾ ਸਾਈਡ ਇਫੈਕਟ ਨਹੀਂ ਹੈ, ਹੈਗਾ। ਘਰਾਂ ਦੇ ਵਿੱਚ ਬੀਪੀ, ਸ਼ੂਗਰ, ਥਾਇਰਾਇਡ ਦੀਆਂ ਆਮ ਅਸੀਂ ਗੋਲੀਆਂ ਖਾਂਦੇ ਹਾਂ, ਅਸੀਂ ਉਹਨਾਂ ਦੇ ਸਾਈਡ ਇਫੈਕਟਸ ਜਾਣਦੇ ਹੋਏ ਵੀ ਕਿਉਂਕਿ ਸਾਡਾ ਸਰੀਰ ਠੀਕ ਰਹਿ ਰਿਹਾ, ਅਸੀਂ ਖਾਂਦੇ ਹਾਂ ਕਿ ਨਹੀਂ ਖਾਂਦੇ। ਮਤਲਬ ਕਿੰਨੀਆਂ ਸਾਰੀਆਂ ਚੀਜ਼ਾਂ ਅਸੀਂ ਖਾਂਦੇ ਹਾਂ ਜਿਨ੍ਹਾਂ ਦੇ ਸਾਨੂੰ ਪਤਾ ਹੈ ਸਾਈਡ ਇਫੈਕਟਸ ਹੈ। ਸਾਡਾ ਪੇਸ਼ੈਂਟ ਰੋਜ਼ ਬਾਰੋਂ ਜ਼ੋਮੈਟੋ ਕਰ ਰਿਹਾ ਹੈ, ਚੀਜ਼ ਦੇ ਭਰ ਕੇ ਓਵਰਲੋਡਡ ਪੀਜ਼ਾਸ ਤੇ ਸਾਡੇ 버ਗਰਸ ਖਾ ਰਿਹਾ ਹੈ, ਕਿ ਉਸ ਚੀਜ਼ ਦੇ ਸਾਈਡ ਇਫੈਕਟਸ ਨਹੀਂ ਹੈਗੇ। ਮਤਲਬ ਫੇਰ ਗੱਲ ਉੱਥੇ ਆਂਦੀ ਹੈ ਕਿ ਕਿਹੜੀ ਚੀਜ਼ ਸਾਡੀ ਜਾਨ ਬਚਾ ਰਹੀ ਹੈ, ਤੇ ਜੇ ਉਹਦੇ 2-4 ਸਾਈਡ ਇਫੈਕਟਸ ਵੀ ਹੋਣਗੇ ਤੇ ਸਾਨੂੰ ਕੀ ਚੂਜ਼ ਕਰਨਾ ਚਾਹੀਦਾ। ਇੱਕ ਪਾਸੇ ਮੌਤ ਹੈ ਤੇ ਇੱਕ ਪਾਸੇ ਦਵਾਈਆਂ ਨੇ। ਹੁਣ ਤੁਸੀਂ ਦੱਸੋ ਮੈਮ ਦੇ ਸਵਾਲ ਦਾ ਜਵਾਬ, ਲਾਈਫ ਬਚਾਣੀ ਜ਼ਰੂਰੀ ਹੈ ਕਿ ਛੋਟੀ ਮੋਟੀ ਜੇ ਪ੍ਰੋਬਲਮਸ ਆ ਰਹੀ ਹੈ ਉਹਨੂੰ ਦੇਖਣਾ ਜ਼ਰੂਰੀ ਹੈ? ਹਾਂਜੀ, ਲਾਈਫ ਜ਼ਰੂਰੀ। ਨੈਕਸਟ ਇਜ਼ ਮੂਡ ਇਰਿਟੇਬਿਲਿਟੀ, ਮੂਡ ਸਵਿੰਗਸ ਐਂਡ ਸੈਡਨੈਸ। ਸਾਡਾ ਜਿਹੜਾ ਲਵਡ ਵਨ ਹੈ ਫਿਰ ਖਿਜੂ ਕਰਨ ਲੱਗ ਪਿਆ, ਚੁੱਪ ਰਹਿਣ ਲੱਗ ਪਿਆ, ਕਦੀ ਉਹ ਖੁਸ਼ ਹੋ ਜਾਂਦਾ ਇੱਕੋ ਦਿਨ ਦੇ ਵਿੱਚ, ਤੇ ਕਦੀ ਉਹ ਡਾਊਨ ਚਲਾ ਜਾਂਦਾ ਹੈ। ਤੇ ਇਹ ਜਿਹੜੇ ਮੂਡ ਸਵਿੰਗਸ ਹੈ, ਇਹ ਸਾਨੂੰ ਦਿਖਾਉਂਦੇ ਹੈ ਕਿ ਦੇਅਰ ਇਜ਼ ਸਮਥਿੰਗ ਰੋਂਗ। ਇਹ ਸਾਡਾ ਇੱਕ ਸਿੰਪਟਮ ਹੈ ਕਿ ਸਾਨੂੰ ਇਮੀਡੀਏਟਲੀ ਮਦਦ ਲੈਣੀ ਚਾਹੀਦੀ ਹੈ। ਉਹਨੇ ਮੈਮ ਨੇ ਕਿਹਾ ਸੀਗਾ ਇੱਕ ਵਰਡ ਕਿ ਅਸੀਂ ਸੋਚਦੇ ਹਾਂ ਜਦੋਂ ਜਾਵਾਂਗੇ ਨਾ ਉਦੋਂ ਪੁੱਛ ਲਵਾਂਗੇ। ਜਦੋਂ ਜਾਵਾਂਗੇ, ਇੱਕ ਬਾਈਪੋਲਰ ਪੇਸ਼ੈਂਟ ਹੈ ਔਰ ਤੁਹਾਨੂੰ ਹੱਲੇ 10 ਦਿਨ ਦੀ ਦਵਾਈ ਮਿਲੀ ਹੋਈ ਹੈ ਜਾਂ 15 ਦਿਨ ਦੀ ਦਵਾਈ ਮਿਲੀ ਹੋਈ ਹੈ, ਤੁਹਾਨੂੰ ਕੋਈ ਸਿੰਪਟਮ ਦਿਖ ਰਿਹਾ ਵੈ, ਜਦੋਂ ਜਾਵਾਂਗੇ ਤੇ ਫਿਰ ਪੁੱਛਾਂਗੇ, ਉਨੀ ਦੇਰ ਤੱਕ ਉਹ ਜਿਹੜਾ ਉਹਦਾ ਹੈਗਾ ਨਾ, ਉਹ ਵਾਲੀ ਫੇਜ਼ ਉਹ ਫਲੇਅਰ ਅਪ ਕਰ ਜਾਂਦੀ ਹੈ, ਫਿਰ ਉਹਨੂੰ ਰਿਵਰਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਇਮੀਡੀਏਟ ਹੈਲਪ ਲੈਣੀ ਹੈ ਜੇ ਤੁਹਾਨੂੰ ਕੋਈ ਵੀ ਮੂਡ ਦਾ ਇਸ਼ੂ ਦਿਖਦਾ ਹੈ। ਦੈਨ ਇਜ਼ ਸੋਸ਼ਲ, ਅਵੋਇਡਿੰਗ ਫੈਮਿਲੀ, ਰੀਕਨੈਕਟਿੰਗ ਵਿਦ ਓਲਡ, ਯੂਜ਼ਿੰਗ ਫਰੈਂਡਸ। ਆਪਣੀ ਫੈਮਿਲੀ ਨੂੰ ਅਵੋਇਡ ਕਰਕੇ ਪੁਰਾਣੇ ਦੋਸਤ ਜਿਹੜੇ ਅਸੀਂ ਛੱਡ ਦਿੱਤੇ ਸੀ, ਫਿਰ ਉਹਨਾਂ ਨੂੰ ਮਿਲਣ ਲੱਗ ਪਏ ਹਾਂ। ਆਪਣੀ ਸੋਸ਼ਲ ਗੈਦਰਿੰਗ ਤੋਂ, ਆਪਣੇ ਰਿਸ਼ਤਿਆਂ ਤੋਂ ਅਸੀਂ ਖਿਸਕ ਰਹੇ ਹਾਂ, ਤੇ ਅਸੀਂ ਜਾ ਕਿੱਥੇ ਰਹੇ ਹਾਂ? ਆਪਣੇ ਓਲਡ ਪੈਟਰਨਸ ਦੇ ਵਿੱਚ। ਜੇ ਸਾਨੂੰ ਇਹ ਦਿਖ ਰਿਹਾ ਵੈ ਤੇ ਸਾਨੂੰ ਇਮੀਡੀਏਟ ਹੈਲਪ ਮੰਗਣੀ ਚਾਹੀਦੀ ਹੈ, ਇਮੀਡੀਏਟਲੀ ਉਹਨੂੰ ਉੱਥੇ ਹੀ ਹੱਥ ਫੜ ਲੈਣਾ ਚਾਹੀਦਾ, ਜਿਸ ਤਰ੍ਹਾਂ ਮੈਮ ਨੇ ਕਿਹਾ। ਦੈਨ ਕਮਿਊਨੀਕੇਸ਼ਨ, ਸ਼ਾਰਟ ਰਿਪਲਾਈਜ਼, ਡਿਫੈਂਸਿਵਨੈਸ ਐਂਡ ਸੀਕ੍ਰੇਸੀ। ਤੁਹਾਡਾ ਲਵਡ ਵਨ ਇੱਥੋਂ ਜਾ ਕੇ ਸੋਹਣੀ ਗੱਲਬਾਤ ਤੁਹਾਡੇ ਨਾਲ ਕਰ ਰਿਹਾ ਸੀਗਾ, ਬਟ ਹੁਣ ਤੁਹਾਡੇ ਲਵਡ ਵਨ ਨੇ ਛੋਟੀ ਗੱਲ ਕਰਨੀ ਸ਼ੁਰੂ ਕਰਤੀ ਹੈ, ਹਾਂ ਠੀਕ ਹੈ, ਓਕੇ, ਕਰ ਲਓ ਜਿਵੇਂ ਠੀਕ ਲੱਗਦਾ ਹੈ। ਇਹਦਾ ਮਤਲਬ ਹੈ ਸਾਡੀ ਕਮਿਊਨੀਕੇਸ਼ਨ ਘੱਟ ਹੋ ਗਈ ਹੈ, ਜਾਂ ਉਹ ਡਿਫੈਂਸਿਵ ਹੋ ਗਿਆ ਹੈ। ਕਿਉਂ ਕਰਦੇ ਪਏ ਹੋ ਤੁਸੀਂ ਏਦਾਂ? ਤੁਹਾਨੂੰ ਮਨਾ ਤੇ ਕੀਤਾ ਸੀਗਾ। ਆਪਣੀ ਦਲੀਲਾਂ ਪੇਸ਼ ਕਰ ਰਿਹਾ, ਆਪਣੀ ਸਫਾਈਆਂ ਪੇਸ਼ ਕਰ ਰਿਹਾ, ਜਾਂ ਫਿਰ ਸੀਕ੍ਰੇਟ ਲਾਈਫ। ਫਿਰ ਦੁਬਾਰਾ ਸੀਕ੍ਰੇਟ ਲਾਈਫ ਸ਼ੁਰੂ ਹੋ ਗਈ ਹੈ, ਤੁਹਾਡੇ ਆਉਣ ਤੇ ਫੋਨ ਸਾਈਡ ਤੇ ਹੋ ਜਾਂਦਾ ਹੈ, ਫੋਨ ਏਦਾਂ ਹੁੰਦਾ ਹੈ, ਫਿਰ ਇਸ ਤਰ੍ਹਾਂ ਹੋ ਜਾਂਦਾ ਹੈ। ਆਪਾਂ ਕਿਹਦੇ ਨਾਲ ਗੱਲ ਕਰ ਰਹੇ ਹਾਂ? ਨਹੀਂ, ਉਹ ਮੈਂ ਆਪਣੇ ਫਲਾਣੇ ਫਰੈਂਡ ਨਾਲ ਗੱਲ ਕਰ ਰਿਹਾ ਸੀ, ਪਰ ਅਸੀਂ ਘਰ ਆਪਣੇ ਪੁਰਾਣੇ ਫਰੈਂਡਸ ਨਾਲ ਰਹੇ ਹਾਂ ਜਿਹੜੇ ਕਿ ਸਾਨੂੰ ਇਹਦੇ ਵੱਲ ਲੈ ਕੇ ਜਾ ਰਹੇ ਸੀ। ਜਦੋਂ ਸੀਕ੍ਰੇਟ ਲਾਈਫ ਆ ਗਈ, ਇਹਦਾ ਮਤਲਬ ਹੈ ਕਿ ਕੰਮ ਖਰਾਬ ਹੋਣ ਵਾਲਾ ਹੈ। ਆਫਟਰ ਦਿਸ ਇਜ਼ ਕਮਿਟਮੈਂਟ, ਸਟਾਪਿੰਗ ਥੈਰੇਪੀ, ਹੋਮਵਰਕ ਔਰ ਹੈਲਦੀ ਹੌਬੀਜ਼। ਜਿਹੜੀਆਂ ਚੀਜ਼ਾਂ ਅਸੀਂ ਕੀਤੀਆਂ ਸੀ, ਜਿਵੇਂ ਕਿਸੇ ਵੀ ਥੈਰੇਪਿਸਟ, ਅਸੀਂ ਹਮੇਸ਼ਾ ਨਾ ਕੁਝ ਵਰਕ ਦਿੰਦੇ ਹਾਂ, ਅਸਾਈਨਮੈਂਟਸ ਦਿੰਦੇ ਹਾਂ ਜਦੋਂ ਫੋਲੋਅਪਸ ਤੇ ਪੇਸ਼ੈਂਟ ਆਉਂਦੇ ਹੈ, ਐਂਡ ਉਹ ਅਸਾਈਨਮੈਂਟਸ ਅਗਰ ਸਾਡਾ ਲਵਡ ਵਨ ਨਹੀਂ ਕਰ ਰਿਹਾ, ਇਹਦਾ ਮਤਲਬ ਹੈ ਕਿ
ਹੁਣ ਉਹਦਾ ਦਿਲ ਨਹੀਂ ਕਰ ਰਿਹਾ, ਇੰਟਰਸਟ ਨਹੀਂ ਬਣ ਰਿਹਾ। ਜਿਵੇਂ ਕਿਹਾ ਸੀ ਨਾ ਕਿ ਇੱਕ ਸਕੂਲ 'ਚ ਕਲਾਸ 'ਚ ਇੱਕ ਬੱਚਾ ਖਿਸਕਦਾ ਹੈ, मैं वॉशरूम जाना है, मैं पानी पीना है, मेरे पेट दर्द हो रही है, और वो काम नहीं करना चाह रहा, ਇਹਦਾ ਮਤਲਬ ਉਹਦਾ ਮੂਡ ਨਹੀਂ ਹੈ, ਇਹਦਾ ਮਤਲਬ ਉਹਦਾ ਇੰਟਰਸਟ ਨਹੀਂ ਹੈ। ਐਂਡ ਜਦੋਂ ਅਸੀਂ ਟ੍ਰੀਟਮੈਂਟ ਰਿਲੇਟਡ ਕੋਈ ਵੀ ਸਟੈਪ ਨਹੀਂ ਪੂਰਾ ਕਰ ਰਹੇ ਹਾਂ, ਇਹਦਾ ਮਤਲਬ ਹੈ ਮੂਡ ਦੀ ਬਿਮਾਰੀ ਫੇਰ ਆਉਣ ਲੱਗ ਪਈ ਹੈ। ਨੈਕਸਟ ਸਲਾਈਡ ਪਲੀਜ਼। why it's dangerous? dangerous ਕਿਉਂ ਹੈ ਕਿ ਸਾਨੂੰ ਖਿਸਕਣਾ ਜਿਹੜਾ ਹੈ ਉਹ ਇੰਨਾ dangerous ਕਿਉਂ ਹੈਗਾ? loss of structure, higher risk of relapse. loss of structure ਦਾ ਮਤਲਬ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਇਹ ਤੁਹਾਨੂੰ ਕੀ ਦਿੰਦਾ ਹੈ? ਦਾਇਰੇ ਦਿੰਦਾ ਹੈ। ਸਟਰਕਚਰ ਦਾ ਮਤਲਬ ਕੀ ਹੈ ਕਿ ਕੋਈ ਦਾਇਰਾ, ਹੁਣ ਜਿਵੇਂ ਬਿਲਡਿੰਗ ਹੈ ਇਹਦਾ ਇੱਕ ਸਟਰਕਚਰ ਹੈ, ਇਹ ਹਾਲ ਹੈ ਇਹਦਾ ਇੱਕ ਸਟਰਕਚਰ ਹੈ, ਤੁਸੀਂ ਇੱਥੇ ਆ ਕੇ ਬੈਠੇ ਹੋਏ ਹੋ। ਜੇ ਅਸੀਂ ਕੱਪ 'ਚ ਪਾਣੀ ਪਾਉਂਦੇ ਹਾਂ, ਉਹ ਕੱਪ ਦਾ ਕੀ ਹੈ? ਸਟਰਕਚਰ ਹੈ ਕਿ ਉਹਨੇ ਪਾਣੀ ਨੂੰ ਹੋਲਡ ਕਰਕੇ ਰੱਖਿਆ ਹੋਇਆ। तो एक स्ट्रक्चर का की मतलब होता है कि स्ट्रक्चर ਤੁਹਾਨੂੰ हमेशा होल्ड करके रखता है, ठीक है। जब स्ट्रक्चर नहीं होएगा तो फिर की होएगा? ਅਸੀਂ ਖਿੰਡ ਜਾਵਾਂਗੇ, ਤੇ ਜਦੋਂ ਅਸੀਂ ਖਿੰਡ ਜਾਵਾਂਗੇ ਉਦੋਂ ਰੀਲੈਪਸ ਦੇ ਚਾਂਸਸ ਜ਼ਿਆਦਾ ਹੋ ਜਾਣਗੇ। ਅਸੀਂ ਸਾਡਾ ਇੱਥੇ ਕੀ ਮਤਲਬ ਹੁੰਦਾ ਹੈ ਕਿ ਅਸੀਂ ਇੱਕ ਸਟਰਕਚਰ ਦੇ ਵਿੱਚ ਆਪਣੇ ਲਵਡ ਵਨ ਨੂੰ ਰੱਖਦੇ ਹਾਂ, ਡਿਸਪਲਿਨ ਦੇ ਵਿੱਚ। ਇੰਨੇ ਵਜੇ ਉੱਠਣਾ ਹੈ, ਇੰਨੇ ਵਜੇ ਖਾਣਾ ਹੈ, ਇੰਨੇ ਵਜੇ ਇਹ ਵਾਲਾ ਸੈਸ਼ਨ ਹੈ, ਇੰਨੇ ਵਜੇ ਫੈਮਿਲੀ ਫਰਾਈਡੇ ਅਸੀਂ ਫੈਮਿਲੀ ਨੂੰ ਕਾਲ ਕਰਾਵਾਂਗੇ। देयर इज अ स्ट्रक्चर, ਉਹ ਬਣ ਕੇ ਇੱਕ ਰਹਿ ਰਿਹਾ ਹੈ ਇੱਕ ਸਟਰਕਚਰ ਦੇ ਵਿੱਚ। ਤਾਲਿਆਂ ਦੇ ਵਿੱਚ ਇਹ ਬਣਨਾ, ਇਹ ਸਭ ਕੁਝ ਫਿਜ਼ੀਕਲ ਹੈ, ਬਟ ਅਸੀਂ ਉਹਨੂੰ ਕਿਸ 'ਚ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ? ਇੱਕ ਸਟਰਕਚਰ ਦੇ ਵਿੱਚ। ਹੁਣ ਜੇ ਤਾਲੇ ਖੁੱਲ ਜਾਣਗੇ, ਬਾਹਰ ਹੋ ਜਾਏਗਾ, ਛੁੱਟੀ ਹੋ ਜਾਏਗੀ, ਡਿਸਚਾਰਜ ਹੋਏਗਾ, ਤੁਸੀਂ ਦੇਖਣਾ ਹੈ ਕਿ ਤੁਹਾਡਾ ਲਵਡ ਵਨ ਫਿਰ ਵੀ ਸਟਰਕਚਰ ਦੇ ਵਿੱਚ ਰਹਿ ਰਿਹਾ। ਜੇ ਉਹ ਸਟਰਕਚਰ ਦੇ ਵਿੱਚ ਨਹੀਂ ਰਹਿ ਰਿਹਾ, ਇਹਦਾ ਮਤਲਬ ਇਹ ਵਾਰਨਿੰਗ ਸਾਈਨ ਹੈ ਕਿ ਉਹ ਹਰਮਿਟੇਜ ਦੀਆਂ ਮੀਟਿੰਗ ਸੁਣ ਰਿਹਾ, ਕਿ ਉਹ ਮੈਡੀਸਨ, ਖਾਣਾ, ਨੀਂਦ ਆਪਣੀ ਧਿਆਨ ਰੱਖ ਰਿਹਾ, ਕਿ ਉਹਨੂੰ ਜੋ ਦੱਸਿਆ ਗਿਆ ਉਹਦੇ ਦੇ ਜਿਹੜੇ ਦਾਇਰੇ ਬਣਾਏ ਗਏ ਆ। ਕਿਉਂਕਿ ਸਾਡੇ ਲਵਡ ਵਨ ਦੇ, ਮੈਨੂੰ ਦੱਸੋ, ਬਾਹਰ ਕੋਈ ਦਾਇਰੇ ਸੀਗੇ? ਜਦੋਂ ਉਹ ਨਸ਼ਾ ਕਰਦਾ ਸੀ ਕੋਈ ਦਾਇਰੇ ਸੀਗੇ? ਕੋਈ ਪ੍ਰਿੰਸੀਪਲ ਸੀਗੇ? ਕੋਈ ਵੈਲਿਊ ਸੀਗੇ? ਕੁਝ ਵੀ ਨਹੀਂ ਸੀਗਾ। ਉਹ ਤੇ ਖਿੰਡਿਆ ਹੋਇਆ ਸੀ, ਜਿਵੇਂ ਅਸੀਂ ਕਹਿ ਲਈਏ। ਹੁਣ ਸਟਰਕਚਰ ਕੀ ਕਰਦਾ? ਉਹਨੂੰ ਹੋਲਡ ਕਰਕੇ ਰੱਖਦਾ। ਹੁਣ ਇੱਕ ਬਿਸਲਰੀ ਦਾ ਪਾਣੀ ਹੈ, ਮੈਂ ਇੱਥੇ ਖੰਡਾ ਦਾਂ, ਤੇ ਇੱਕ ਬਿਸਲਰੀ ਦਾ ਪਾਣੀ ਮੈਂ ਬਹੁਤ ਸੋਹਣੀ ਬੋਟਲ 'ਚ ਲਿਆ ਕੇ ਤੁਹਾਡੇ ਕੋਲ ਰੱਖਦਾ, ਕਿਹਦੇ ਮਾਇਨੇ ਜ਼ਿਆਦਾ ਨੇ? ਜੋ ਸਟਰਕਚਰ 'ਚ ਹੈ। ਤੁਸੀਂ ਕਦੇ ਉਹ ਜ਼ਮੀਨ ਤੇ ਖਿਲ ਰਿਹਾ ਬਿਸਲਰੀ ਦਾ ਪਾਣੀ ਪੀਓਗੇ? ਨਹੀਂ। ਇੱਕ ਸਟਰਕਚਰ 'ਚ ਜਿਹੜੀ ਚੀਜ਼ ਹੋਏਗੀ ਉਹ ਵੈਲਿਊ ਐਡ ਕਰਦੀ ਹੈ। ਇੱਕ ਸਟਰਕਚਰ 'ਚ ਜਿਹੜੀ ਚੀਜ਼ ਹੋਏਗੀ ਉਹਦੀ ਅਹਿਮੀਅਤ ਵੱਧ ਜਾਂਦੀ ਹੈ। ਸੋ ਇੱਦਾਂ ਹੀ ਜਦ ਤੱਕ ਸਾਡਾ ਲਵਡ ਵਨ ਇੱਕ ਸਟਰਕਚਰ ਦੇ ਵਿੱਚ ਰਹੇਗਾ, ਔਰ ਸਾਡੀ ਫੈਮਲੀਜ਼ ਨੂੰ ਲੱਗਦਾ ਹੈ ਸ਼ਾਇਦ ਇਹਨੂੰ ਕਮਰੇ 'ਚ ਬੰਦ ਕਰ ਦਾਂਗੇ, ਸੰਗਲਾਂ ਪਾ ਦਾਂਗੇ ਤਾਂ ਇਹਨੂੰ ਅਸੀਂ ਕੈਦ ਕਰਕੇ ਰੱਖ ਲਾਂਗੇ। ਨਹੀਂ, ਸਾਨੂੰ ਸਾਡੇ ਲਵਡ ਵਨ ਨੂੰ ਬਸ ਇੱਕ ਸਟਰਕਚਰ ਦੇਣ ਦੀ ਲੋੜ ਹੈ ਕਿ ਅਸੀਂ ਰੂਟੀਨ ਬਣਾਈਏ। ਤੇ ਜਦੋਂ ਉਹ ਰੂਟੀਨ ਤੋਂ ਬਾਹਰ ਨਿਕਲਿਆ, ਦੈਟ ਮੀਨਸ ਦੈਟ ਇਜ਼ ਹਾਈ ਰਿਸਕ ਆਫ ਰੀਲੈਪਸ। ਸੈਕਿੰਡ ਕੀ ਹੈ? ਆਈਸੋਲੇਸ਼ਨ। ਜਿਵੇਂ ਅਸੀਂ ਕਿਹਾ, ਹਾਈ ਰਿਸਕ ਸਿਚੁਏਸ਼ਨਸ ਕਿਹੜੀਆਂ ਨੇ? ਜਦੋਂ ਤੁਹਾਨੂੰ ਬਹੁਤ ਜ਼ਿਆਦਾ ਅਲਾਰਮਿੰਗ ਸਿਚੁਏਸ਼ਨਸ ਕਿ ਜਿਨ੍ਹਾਂ ਨੂੰ ਤੁਹਾਨੂੰ ਗੌਰ ਕਰਨਾ ਚਾਹੀਦਾ। ਆਈਸੋਲੇਸ਼ਨ, ਜਦੋਂ ਤੁਹਾਡੇ ਤੋਂ ਕਟਿਆ ਕਟਿਆ ਮਹਿਸੂਸ ਕਰ ਰਿਹਾ, ਜਦੋਂ ਤੁਹਾਡੇ ਨਾਲ ਨਜ਼ਰਾਂ ਨਹੀਂ ਮਿਲਾ ਰਿਹਾ, ਜਦੋਂ ਤੁਹਾਡੇ ਨਾਲ ਬੈਠਣਾ ਉਹਨੂੰ ਠੀਕ ਨਹੀਂ ਲੱਗ ਰਿਹਾ। ਉਹ ਜ਼ਿਆਦਾਤਰ ਚੱਦਰ ਓੜ ਕੇ ਸੌਣ ਲਈ ਖੁਸ਼ ਹੈ ਕਿ ਮੈਨੂੰ ਬਾਹਰ ਹਾਲ 'ਚ ਆ ਕੇ ਸਭ ਨਾਲ ਖਾਣਾ ਨਾ ਖਾਣਾ ਪਏ ਤੇ ਬੈਠਣਾ ਨਾ ਪਏ। ਇਮੋਸ਼ਨਲ ਬਿਲਡਅਪ, ਹੋਪਲੈਸਨੈਸ ਗਰੋ, ਹੈਲਪਲੈਸਨੈਸ, ਕਿ ਉਹਦੇ ਅੰਦਰ ਹੋਪਲੈਸਨੈਸ, ਉਹ ਗੱਲਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ, ਕਰ ਰਹੇ ਹੋ, ਮਾਯੂਸੀ ਵਾਲੀਆਂ ਕਰ ਰਿਹਾ। ਉਹਨੂੰ ਕੋਈ ਅੱਗੇ ਕੋਈ ਚਾਨਣ ਨਹੀਂ ਦਿਖ ਰਿਹਾ ਆਪਣੀ ਲਾਈਫ ਦੇ ਵਿੱਚ, ਉਹ ਮਾਯੂਸੀ ਵਾਲੀਆਂ ਗੱਲਾਂ ਕਰ ਰਿਹਾ ਅੱਜ ਦਿਨ। ਸੋ ਇਹ ਤੁਹਾਡੇ ਲਈ ਇੱਕ ਹਾਈ ਰਿਸਕ ਸਿਚੁਏਸ਼ਨ ਹੈ ਜਿੱਥੇ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ। ਸੁਸਾਈਡਲ ਰਿਸਕ, ਫੀਲਿੰਗ ਟ੍ਰੈਪਡ, ਨੋ ਵੇ ਆਊਟ। ਜਿਵੇਂ ਕੋਈ ਲਾਸ ਹੋ ਗਿਆ, ਕੁਝ ਹੋ ਗਿਆ, ਵੀ ਇਹਦਾ ਤੇ ਹੁਣ ਕੋਈ ਹੱਲ ਨਹੀਂ ਨਿਕਲਣਾ, ਉਹ ਬਾਰ-ਬਾਰ ਇਹੋ ਜਿਹੀਆਂ ਗੱਲਾਂ ਕਰ ਰਿਹਾ। ਤੁਹਾਨੂੰ ਹੱਲ ਨਜ਼ਰ ਆ ਰਿਹਾ ਹੈ, ਪਰ ਤੁਹਾਡਾ ਲਵਡ ਵਨ ਕੀ ਕਹਿ ਰਿਹਾ? ਕੋਈ ਹੱਲ ਨਹੀਂ ਹੈ ਇਹਦਾ, ਮੈਂ ਨਸ਼ਾ ਨਹੀਂ ਛੱਡ ਸਕਦਾ, ਇਹਦਾ ਕੋਈ ਹੱਲ ਨਹੀਂ ਹੈ। ਠੀਕ ਹੈ। ਬਿਲੀਵ ਦੈਟ ਦੇ ਆਰ ਅ ਬਰਡਨ, ਕਿ ਉਹਨਾਂ ਨੂੰ ਏਦਾਂ ਲੱਗ ਰਿਹਾ ਹੈ ਕਿ ਅਸੀਂ ਤੁਹਾਡੇ ਤੇ ਬੋਝ ਹੈਗੇ। ਜਦ ਇੱਕ ਮਰੀਜ਼ ਨੂੰ ਇਹ ਲੱਗਣ ਲੱਗ ਜਾਏ ਕਿ ਮੈਂ ਬੋਝ ਹਾਂ, ਤੇ ਉਹਨੂੰ ਲੱਗਦਾ ਹੈ ਕਿ ਯਾਰ ਮੇਰਾ ਚਲੇ ਜਾਣਾ ਹੀ ਠੀਕ ਹੈ, ਘੱਟੋ ਘੱਟ ਜਿਹੜੇ ਮੇਰੇ 4 ਜੀ ਫੈਮਿਲੀ ਦੇ ਹੈਗੇ ਆ ਉਹ ਤੇ ਰਿਲੈਕਸ ਹੋਣਗੇ। ਜਦੋਂ ਸਾਡਾ ਲਵਡ ਵਨ ਇਹੋ ਜਿਹੀ ਕੋਈ ਗੱਲ ਕਰਦਾ ਹੈ ਜਾਂ ਤੁਹਾਨੂੰ ਲੱਗਦਾ ਉਹ ਏਦਾਂ ਮਹਿਸੂਸ ਕਰ ਰਿਹਾ ਹੈ, ਇਹ ਹਾਈ ਰਿਸਕ ਸਿਚੁਏਸ਼ਨ ਹੈ ਜਿੱਥੇ ਕਿ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ। ਇਮੋਸ਼ਨਲ ਪੇਨ ਫੀਲਸ ਅਨਬੇਅਰੇਬਲ,
ਕਿ ਜਿਹੜੀ ਉਹਦੀ ਇਮੋਸ਼ਨਲ ਪੇਨ ਹੈਗੀ ਹੈ ਬਾਰ-ਬਾਰ ਉਹ ਕੀ ਹੈ ਸਰਫੇਸ ਤੇ ਆ ਰਹੀ ਹੈ ਤੇ ਉਹਦੇ ਲਈ ਉਹਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਕਿ ਮੈਂ ਇਹ ਚੀਜ਼ ਨਹੀਂ ਕਰ ਸਕਦਾ। Quick spiral, once hope drops, risk choices happen faster. Quick spiral ਕੀ ਹੈ ਕਿ ਇੱਕ ਵਾਰੀ ਸੋਚੋ ਕੋਈ ਇਹੋ ਜਿਹਾ ਉਹਦੇ ਤੋਂ ਐਕਸ਼ਨ ਹੋ ਗਿਆ ਤੇ ਉਹਨੂੰ ਲੱਗਦਾ ਹੈ ਕਿ ਮੈਂ ਹੁਣ ਖੜਾ ਹੀ ਨਹੀਂ ਹੋ ਸਕਦਾ ਦੁਬਾਰਾ, ਉਹਨੇ ਹੋਪ ਛੱਡਤੀ ਹੈ। ਸੋ ਇਹ ਸਿਚੁਏਸ਼ਨ ਹਾਈ ਰਿਸਕ ਸਿਚੁਏਸ਼ਨਸ ਨੇ ਜਿੱਥੇ ਕਿ ਉਹਨਾਂ ਦਾ ਹੱਥ ਤੁਸੀਂ ਘੁੱਟ ਕੇ ਫੜਨਾ ਹੈ, ਠੀਕ ਹੈ, ਤੇ ਉਹਨਾਂ ਨੂੰ ਵਾਪਸ ਚ ਟ੍ਰੀਟਮੈਂਟ ਦੇ ਵਿੱਚ ਤੇ ਪ੍ਰੋਗਰਾਮ ਤੇ ਸਟਰਕਚਰ ਦੇ ਵਿੱਚ ਲੈ ਕੇ ਆਉਣਾ। What families can do now? Families ਕਰ ਕੀ ਸਕਦੀਆਂ ਹੈ? Stay connected without pressure. ਤੁਸੀਂ connected ਰਹਿਣਾ ਹੈ ਬਿਨਾ ਪ੍ਰੈਸ਼ਰ ਦੇ ਵਿੱਚ ਆਏ। ਬਿਨਾ ਪ੍ਰੈਸ਼ਰ ਦਾ ਮਤਲਬ ਬਿਨਾ ਫੇਅਰ ਦੇ ਵਿੱਚ ਆਏ। ਅਸੀਂ ਹਮੇਸ਼ਾ families ਜਿਹੜੀਆਂ ਹੁੰਦੀਆਂ ਹੈ fear driven ਹੁੰਦੀਆਂ ਹੈ, ਹਰ ਵੇਲੇ ਡਰ ਦੇ ਨਾਲ ਅਸੀਂ ਜ਼ਿੰਦਗੀ ਜੀ ਹੁੰਦੀ ਹੈ ਤੇ ਡਰ ਦੇ ਵਿੱਚ ਨਹੀਂ ਆ ਜਾਣਾ ਕਿ ਇਹ ਕੀ ਹੋ ਗਿਆ। ਇਹ ਤੇ ਉਹੀਓ ਸਾਈਨ ਐਂਡ ਸਿੰਪਟਮਸ ਆ ਗਏ ਜਿਹੜੇ ਕਿ ਸਾਨੂੰ ਕਿਸੇ ਦਿਨ ਕਿਸੇ ਸੈਸ਼ਨ 'ਚ ਐਕਸਪਲੇਨ ਕੀਤੇ ਗਏ ਸੀ। ਹੁਣ ਕੀ ਹੋਏਗਾ, ਹੁਣ ਕੀ ਕਰਾਂਗੇ, ਹੁਣ ਕਿਸ ਤਰ੍ਹਾਂ ਕਰਾਂਗੇ, ਕੁਝ ਜ਼ਿਆਦਾ ਗਲਤ ਨਾ ਹੋ ਜਾਏ। ਜਦੋਂ ਇਹੋ ਜਿਹੇ ਥਾਟਸ ਫੈਮਿਲੀ ਦੇ ਆਉਣ ਲੱਗ ਪਏ ਇਹਦਾ ਮਤਲਬ ਹੈ ਪ੍ਰੈਸ਼ਰ ਆ ਗਿਆ। ਐਂਡ ਪ੍ਰੈਸ਼ਰ ਦੇ ਵਿੱਚ ਹਮੇਸ਼ਾ ਸਾਡੇ ਕੋਲੋਂ ਗਲਤ ਫੈਸਲੇ ਹੋ ਜਾਂਦੇ ਆ। ਅਸੀਂ ਪ੍ਰੈਸ਼ਰ 'ਚ ਨਹੀਂ ਆਣਾ, ਅੰਡਰਸਟੈਂਡ ਕਰਨਾ ਹੈ ਕਿ ਇਹ ਪ੍ਰੋਬਲਮ ਦਾ ਹੀ ਪਾਰਟ ਹੈ। ਜਿਵੇਂ ਤੁਹਾਨੂੰ ਕੋਈ ਪ੍ਰੋਬਲਮ ਆਈ ਸੀ, ਮੈਡੀਕਲ ਇਸ਼ੂਜ਼ ਆਏ ਸੀਗੇ, ਉਹ ਠੀਕ ਹੋ ਗਿਆ, ਪਰ ਇੱਕ ਦਿਨ ਤੁਹਾਨੂੰ ਫਿਰ ਸਾਈਨ ਐਂਡ ਸਿੰਪਟਮ ਆਇਆ ਤਾਂ ਪ੍ਰੈਸ਼ਰ 'ਚ ਨਹੀਂ ਆਣਾ। ਡਾਕਟਰ ਕੋਲ ਜਾਣਾ ਹੈ, ਟ੍ਰੀਟਮੈਂਟ ਲੈਣਾ ਹੈ, ਦੁਬਾਰਾ ਉਸ ਟ੍ਰੀਟਮੈਂਟ ਦੇ ਵਿੱਚ ਆ ਜਾਣਾ ਤੇ ਠੀਕ ਹੋ ਜਾਣਾ ਹੈ। ਉਸ ਵੇਲੇ ਅਸੀਂ ਜਿਹੜੀ ਹੈਗੀ ਆਪਣੀ ਸਟੇਟਮੈਂਟਸ ਆਈ ਸਟੇਟਮੈਂਟ ਯੂਜ਼ ਕਰਨੀ ਹੈ। ਅਸੀਂ ਕੀ ਕਹਿੰਦੇ ਆ, ਤੂੰ ਫੇਰ ਉਹੀ ਕੰਮ ਕਰਨਾ ਸ਼ੁਰੂ ਕਰਤਾ, ਤੂੰ ਫੇਰ ਉਹੀ ਖਿਲਾਰੇ ਪਾਣੇ ਸ਼ੁਰੂ ਕਰਤੇ ਹੈ, ਤੂੰ ਨਹੀਂ ਬੋਲਣਾ। ਆਈ ਫੀਲ ਵਰਿਡ, ਮੈਨੂੰ ਡਰ ਲੱਗਦਾ ਹੈ ਕਿ ਜਦੋਂ ਇਸ ਤਰ੍ਹਾਂ ਹੁੰਦਾ ਹੈ ਨਾ ਤਾਂ ਮੈਨੂੰ ਚਿੰਤਾ ਹੁੰਦੀ ਹੈ। ਅਸੀਂ ਮਿਲ ਕੇ ਇਹਦਾ ਸੋਲੂਸ਼ਨ ਕੱਢਦੇ ਹਾਂ। ਲੈਟ ਅਸ ਗੋ ਟੂਗੇਦਰ, ਵੀ ਕੈਨ ਹੈਲਪ। ਅਸੀਂ ਸਾਰੇ ਮਿਲ ਕੇ ਤੁਹਾਡੀ ਹੈਲਪ ਕਰ ਸਕਦੇ ਹਾਂ। ਜਿਹੜਾ ਸਾਡੀ ਲੈਂਗੁਏਜ ਹੈ ਨਾ, ਜਿਹੜੀ ਕਮਿਊਨੀਕੇਸ਼ਨ ਹੈ, ਇਹ ਬਹੁਤ ਇੰਪੋਰਟੈਂਟ ਹੈ। ਅਸੀਂ ਕਿਸ ਤਰੀਕੇ ਨਾਲ ਗੱਲ ਕਰਦੇ ਹਾਂ, ਅਸੀਂ ਏਦਾਂ ਗੱਲ ਕਰਦੇ ਹਾਂ, ਤੂੰ। ਸਾਡਾ ਪੇਸ਼ੈਂਟ ਕਹਿੰਦਾ ਅੱਛਾ ਮੈਨੂੰ ਉਂਗਲ ਦਿਖਾਈ ਹੈ ਨਾ, ਹੁਣ ਮੈਂ ਤੁਹਾਨੂੰ ਕਰਕੇ ਦਿਖਾਣਾ। ਮੈਂ ਨਹੀਂ ਵੀ ਕੀਤਾ, ਮੈਂ ਫਿਰ ਵੀ ਕਰਕੇ ਦਿਖਾਣਾ। ਸਾਡੇ ਜਿਹੜੇ ਲਵਡ ਵਨ ਹੈ ਇਹਨਾਂ ਦੀ ਕੈਪੈਸਿਟੀ ਨਹੀਂ ਹੁੰਦੀ, ਇਹਨਾਂ ਦੀ ਜਿਹੜੀ ਹੈਗੀ ਹੈ ਨਾ, ਉਹ ਜਿਹੜਾ ਰਿਜ਼ੈਂਟਮੈਂਟ ਹੈ ਉਹ ਫੇਰ ਆ ਜਾਂਦੀ ਹੈ ਵਾਪਸ, ਜਿਹੜੀ ਕਿ ਅਸੀਂ ਠੀਕ ਕੀਤੀ ਹੁੰਦੀ ਹੈ, ਰਿਜ਼ੋਲਵ ਕਰਾਈ ਹੁੰਦੀ ਹੈ। ਤੇ ਅਸੀਂ ਉਹ ਰਿਜ਼ੈਂਟਮੈਂਟ ਨਹੀਂ ਆਉਣ ਦੇਣੀ। ਅਸੀਂ ਇਹ ਦੱਸਣਾ ਹੈ ਕਿ ਮੈਨੂੰ ਚਿੰਤਾ ਹੁੰਦੀ ਹੈ ਜਾਂ ਸਾਡੀ ਪੂਰੀ ਫੈਮਿਲੀ ਨੂੰ ਚਿੰਤਾ ਹੁੰਦੀ ਹੈ, ਅਸੀਂ ਇਹਦਾ ਮਿਲ ਕੇ ਹੱਲ ਕੱਢਦੇ ਹਾਂ। ਦੈਨ ਸ਼ੇਅਰ ਨਿਊਟਰਲ ਕੰਟੈਂਟ ਲਾਈਕ ਸ਼ਾਰਟ ਕਲਿਪਸ, ਆਰਟੀਕਲਸ ਵਗੈਰਾ। ਜਿਵੇਂ ਮੈਮ ਨੇ ਕਿਹਾ ਹੈ ਕਿ ਅਸੀਂ ਅਗਰ ਸਾਡਾ ਲਵਡ ਵਨ ਥੋੜਾ ਕਨੈਕਟਡ ਨਹੀਂ ਰਹਿ ਰਿਹਾ, ਅਸੀਂ ਫੇਰ ਕੋਈ ਛੋਟੀ ਜੀ ਕਲਿੱਪ, ਛੋਟੀ ਜੀ ਵੀਡੀਓ, ਛੋਟੀ ਜੀ ਸ਼ੇਅਰਿੰਗ ਦਿਖਾ ਦਈਏ ਕਿਸੇ ਦੀ ਕਿ ਇਹ ਦੇਖੋ ਸਾਡੇ ਲਵਡ ਵਨ ਦੀ ਕਈ ਸ਼ੇਅਰਿੰਗਸ ਹੋਣੀਆਂ ਸਾਡੇ ਕੋਲ, ਇਹ ਦੇਖੋ ਆਪਾਂ ਕਿੰਨੀ ਸੋਹਣੀ ਸ਼ੇਅਰਿੰਗ ਕਰ ਰਹੇ ਸੀਗੇ ਤੇ ਹੁਣ ਲੱਗ ਰਿਹਾ ਹੈ ਥੋੜਾ ਜਿਹਾ ਬਿਹੇਵੀਅਰ ਚੇਂਜ ਆ ਰਿਹਾ ਹੈ, ਲੱਗ ਰਿਹਾ ਹੈ ਥੋੜੀ ਜੀ ਸਾਡੇ ਅੰਦਰ ਚੇਂਜਸ ਆ ਰਹੀਆਂ, ਆਪਾਂ ਇਹਦੇ ਤੇ ਵਰਕ ਕਰੀਏ। ਜਾਂ ਉਹਦਾ ਹੱਥ ਪਕੜ ਕੇ ਟ੍ਰੀਟਿੰਗ ਟੀਮ ਕੋਲ ਲੈ ਆਣਾ ਜਾਂ ਟ੍ਰੀਟਿੰਗ ਟੀਮ ਕੋਲੋਂ ਮਦਦ ਮੰਗ ਲਈ ਕਿ ਕਿਸ ਤਰ੍ਹਾਂ ਕਰ ਸਕਦੇ ਹਾਂ। ਦੈਨ ਇਜ਼ ਨੋਟਿਸ ਸਮਾਲ ਚੇਂਜਸ अर्ਲੀ। ਜਿਹੜੀ ਛੋਟੀ ਛੋਟੀ ਚੇਂਜਸ ਹੈ ਨਾ, ਅਸੀਂ ਜਲਦੀ ਉਸ ਚੀਜ਼ ਨੂੰ ਨੋਟਿਸ ਕਰਾਂਗੇ। ਅਸੀਂ ਜਿੰਨੀ ਦੇਰ ਕਰਾਂਗੇ ਆਪਣਾ ਨੋਟਿਸ ਕਰਨ ਦੇ ਵਿੱਚ, ਓਨੀ ਬਿਮਾਰੀ ਪਨਪੇਗੀ ਔਰ ਵਧੇਗੀ। ਜੇ ਚਿੰਗਾਰੀ ਲੱਗਦੀ ਹੈ ਉੱਥੇ ਹੀ ਅਸੀਂ ਉਹਦੀ ਰੋਕਥਾਮ ਕਰ ਲਈਏ ਤੇ ਫਿਰ ਭਾਂਬੜ ਨਹੀਂ ਮਚਦਾ, ਅੱਗ ਨਹੀਂ ਲੱਗਦੀ। ਅਗਰ ਅਸੀਂ ਚਿੰਗਾਰੀ ਦੇਖ ਕੇ ਇਗਨੋਰ ਕਰਤਾ ਹੈ ਤੇ ਫਿਰ ਪ੍ਰੋਬਲਮ ਆ ਜਾਂਦੀ ਹੈ। ਦੋ ਵੇਜ਼ ਹੈਗੇ ਹੈ। ਮੈਂ ਹਮੇਸ਼ਾ ਆਪਣੇ ਲਵਡ ਵਨ ਨੂੰ ਐਗਜ਼ਾਮਪਲ ਦੱਸਦੀ ਹਾਂ। ਅਗਰ ਤੁਹਾਡੀ ਕਿਚਨ ਦੇ ਵਿੱਚ ਤੁਸੀਂ ਇੱਕ ਵਾਇਰ ਤੇ ਚਿੰਗਾਰੀ ਦੇਖਦੇ ਹੋ, ਸਭ ਤੋਂ ਪਹਿਲੇ ਕੀ ਕਰੋਗੇ ਤੁਸੀਂ? ਸਭ ਤੋਂ ਪਹਿਲੇ ਕੀ ਕਰਾਂਗੇ ਜੀ? ਅਸੀਂ ਸਵਿਚਸ ਬੰਦ ਕਰਾਂਗੇ, ਗੈਸ ਦਾ ਕਨੈਕਸ਼ਨ ਬੰਦ ਕਰਾਂਗੇ, ਠੀਕ ਹੈ, ਐਂਡ ਉਹਨੂੰ ਚਿੰਗਾਰੀ ਨੂੰ ਬੁਝਾਉਣ ਦੀ ਕੋਸ਼ਿਸ਼ ਕਰਾਂਗੇ। ਬਟ देयर आर सर्टेन ਪੀਪਲ ਜਿਹੜੇ ਕੀ ਕਿਚਨ ਤੋਂ ਹੀ ਬਾਹਰ ਚਲੇ ਜਾਂਦੇ ਆ। ਉਹ ਇਹ ਹੈਗਾ ਖਿਸਕਣਾ, ਕਿ ਕੁਝ ਇਸ ਤੋਂ ਪਹਿਲੇ ਕਿ ਕੁਝ ਹੋ ਜਾਏ ਉਹਨੂੰ ਕੋਸ਼ਿਸ਼ ਨਹੀਂ ਕਰਨੀ, ਬਾਹਰ ਹੀ ਨਿਕਲ ਜਾਣਾ। ਅਸੀਂ ਵੀ ਖਿਸਕਣਾ ਨਹੀਂ ਹੈ। ਅਗਰ ਅਸੀਂ ਦੇਖ ਲਿਆ ਕਿ ਇਹਦੇ ਕੋਈ ਸਾਈਨ ਐਂਡ ਸਿੰਪਟਮ ਆ ਰਹੇ, ਅਸੀਂ ਇਮੀਡੀਏਟਲੀ ਹੈਲਪ ਲੈਣੀ ਹੈ। ਦੈਨ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ? ਅਕਿਊਜ਼ ਔਰ ਲੇਬਲ, ਯੂ ਆਰ ਰਿਲੈਪਸਿੰਗ ਅਗੇਨ, ਕਾਰਨਰ them ਇਨ ਪਬਲਿਕ, ਇਗਨੋਰ ਸਾਇੰਸ ਥਿੰਕਿੰਗ ਇਟ ਵਿਲ ਪਾਸ। ਪਹਿਲੀ ਗੱਲ ਤੇ ਇਹ ਨਹੀਂ ਸੋਚਣਾ ਕਿ ਕੋਈ ਗੱਲ ਨਹੀਂ,
ਪਿਛਲੀ ਵਾਰੀ ਜਦੋਂ ਇਹ ਸਿੰਪਟਮ ਆਇਆ ਸੀ ਸਾਡੇ ਲਵਡ ਵਨ ਨੇ ਸੰਭਾਲ ਲਿਆ ਸੀ ਆਪਣੇ ਆਪ ਨੂੰ, ਅੱਜ ਵੀ ਸੰਭਾਲੇਗਾ, ਇਟਸ ਓਕੇ। ਇਹ ਵਾਲੀ ਸਿਚੁਏਸ਼ਨ ਠੀਕ ਹੋ ਜਾਏਗੀ 4-5 ਦਿਨ ਦੇ ਵਿੱਚ। ਇਹ ਇਗਨੋਰ ਬਿਲਕੁਲ ਨਹੀਂ ਕਰਨਾ, ਲੇਬਲਾਈਜ਼ ਨਹੀਂ ਕਰਨਾ, ਕਾਰਨਰ ਨਹੀਂ ਕਰਨਾ, ਆਪਣੇ ਲਵਡ ਵਨ ਨੂੰ ਛੱਡਣਾ ਨਹੀਂ ਹੈ। ਅਸੀਂ ਕਈ ਵਾਰੀ ਕਹਿੰਦੇ ਆ ਕਿ ਥੋੜੀ ਦੇਰ ਇਹਨੂੰ ਛੱਡ ਦਿੰਦੇ ਆ ਇਹਦੇ ਹਾਲ ਦੇ ਵਿੱਚ, ਆਪੇ ਠੀਕ ਹੋ ਜਾਊਗਾ, ਆਪੇ ਸਮਝ ਆ ਜਾਏਗੀ। ਉਸ ਵੇਲੇ ਛੱਡਣਾ ਨਹੀਂ ਹੈ, ਉਹਦੀ ਮਦਦ ਕਰਨੀ ਹੈ, ਪਕੜਨਾ ਹੈ ਔਰ ਕੱਸ ਕੇ ਪਕੜਨਾ ਹੈ ਤਾਂ ਕਿ ਉਹ ਸਲਿਪ ਨਾ ਕਰੇ। ਹਾਂਜੀ ਨੈਕਸਟ। ਕਨਵਰਸੇਸ਼ਨ ਸਟਾਰਟਰਸ ਤੁਹਾਡੇ ਲਈ ਈਜ਼ੀ ਕਰਨ ਵਾਸਤੇ ਅਸੀਂ ਇਹ ਸਟੇਟਮੈਂਟਸ ਲੈ ਕੇ ਆਏ ਹਾਂ ਕਿ ਤੁਸੀਂ ਜੇ ਹਾਈ ਰਿਸਕ ਸਿਚੁਏਸ਼ਨਸ ਦੇਖ ਰਹੇ ਹੋ ਜਾਂ ਤੁਸੀਂ ਕੁਝ ਇਹੋ ਜਿਹੇ ਮੌਕੇ ਦੇਖ ਰਹੇ ਹੋ ਕਿ ਜਿੱਥੇ ਸਾਡਾ ਲਵਡ ਵਨ ਠੀਕ ਨਹੀਂ ਹੈਗਾ, ਸੋ ਤੁਸੀਂ ਉਸ ਗੱਲਬਾਤ ਨੂੰ ਕਿਵੇਂ ਇਨੀਸ਼ੀਏਟ ਕਰ ਸਕਦੇ ਹੋ। ਕਿਹੜੀਆਂ ਸਟੇਟਮੈਂਟਸ ਨੇ ਜੋ ਤੁਸੀਂ, ਜਿਵੇਂ ਮੈਮ ਨੇ ਕਿਹਾ ਤੂੰ ਤੋਂ ਨਹੀਂ ਸ਼ੁਰੂ ਕਰਨਾ ਆਪਾਂ ਕਿ ਤੂੰ ਫੇਰ ਉਹੀ ਕਰਤਾ ਇਹ ਕਰਤਾ, ਇਹ ਪ੍ਰੋਵੋਕਿੰਗ ਸਟੇਟਮੈਂਟਸ ਹੋ ਜਾਂਦੀਆਂ। ਅਸੀਂ ਕਨਵਰਸੇਸ਼ਨ ਸਟਾਰਟ ਕਿਵੇਂ, ਗੱਲਬਾਤ ਸਟਾਰਟ ਕਿਵੇਂ ਕਰ ਸਕਦੇ ਹਾਂ ਉਹਦੀ ਬਜਾਏ ਆਈ ਹੈਵ ਨੋਟਿਸਡ ਯੂ ਆਰ ਸਕਿਪਿੰਗ ਮੀਟਿੰਗਸ ਇਜ਼ ਸਮਥਿੰਗ ਮੇਕਿੰਗ them ਹਾਰਡ ਟੂ ਅਟੈਂਡ। ਕਿ ਮੈਂ ਨੋਟ ਕਰ ਰਹੀ ਹਾਂ ਕਿ ਤੇਰਾ ਮਨ ਨਹੀਂ ਕਰ ਰਿਹਾ ਅੱਜ ਕੱਲ੍ਹ ਮੀਟਿੰਗ ਸੁਣਨ ਦਾ, ਕੋਈ ਮੁਸ਼ਕਿਲ ਆ ਰਹੀ ਹੈ, ਇਜ਼ ਇਟ ਹਾਰਡ ਫॉर ਯੂ, ਮਤਲਬ ਕਿ ਤੈਨੂੰ ਸੁਣਨ 'ਚ ਕੋਈ ਤਕਲੀਫ ਆ ਰਹੀ ਹੈ ਜਾਂ ਕੁਝ ਤੇਰੇ ਅੰਦਰ ਕੋਈ ਹਲਚਲ ਚੱਲ ਰਹੀ ਹੈ। ਸੋ ਤੁਹਾਨੂੰ ਐਦਾਂ ਮਹਿਸੂਸ ਹੋਇਆ, ਤੁਸੀਂ ਇਹ ਉਹਦੇ ਸਾਹਮਣੇ ਐਕਸਪ੍ਰੈਸ ਕਰਨਾ। I am worried because your routine is changing. Can we talk? ਮੈਨੂੰ ਚਿੰਤਾ ਹੋ ਰਹੀ ਹੈ ਕਿ ਤੇਰਾ ਰੂਟੀਨ ਥੋੜੇ ਦਿਨਾਂ ਤੋਂ ਗੜਬੜ ਹੈ, ਕਿਤੇ ਫੇਰ ਕੋਈ ਵੱਡੀ ਪ੍ਰੋਬਲਮ ਨਾ ਹੋ ਜਾਏ। ਅਸੀਂ ਇਸ ਬਾਰੇ ਗੱਲ ਕਰ ਸਕਦੇ ਹਾਂ ਜਾਂ ਮਦਦ ਲੈ ਸਕਦੇ ਹਾਂ ਕਿਸੇ ਦੀ। ਮੈਂ ਇਹ ਨੋਟਿਸ ਕੀਤਾ ਕਿ ਤੇਰਾ ਰੂਟੀਨ ਥੋੜਾ ਬਦਲ ਗਿਆ ਥੋੜੇ ਦਿਨਾਂ ਤੋਂ। I saw this short video about people pulling away in recovery. What do you think about it? ਕਿ ਮੈਂ ਅੱਜ ਸ਼ੇਅਰਿੰਗ ਸੁਣੀ, ਉਹਦੇ ਵਿੱਚ ਇੱਕ ਲਵਡ ਵਨ ਦਾ ਰੀਲੈਪਸ ਹੋ ਗਿਆ ਸੀ ਤੇ ਉਹ ਸ਼ੇਅਰ ਕਰ ਰਿਹਾ ਹੈ ਕਿ ਕਿੱਦਾਂ ਉਹਦਾ ਰੀਲੈਪਸ ਹੋਇਆ, ਕਿੱਦਾਂ ਉਹਨੇ ਖਿਸਕਣਾ ਸ਼ੁਰੂ ਕੀਤਾ। ਸੋ ਤੇਰੇ ਕੀ ਵਿਚਾਰ ਹੈ ਇਸ ਚੀਜ਼ ਬਾਰੇ? I am not here to judge, I just want to understand. ਤੂੰ ਮੇਰੇ ਨਾਲ ਗੱਲ ਕਰ ਸਕਦਾ, ਮੈਂ ਤੈਨੂੰ ਜੱਜ ਨਹੀਂ ਕਰਾਂਗੀ, ਮੈਂ ਸਿਰਫ ਤੈਨੂੰ ਸਮਝਣਾ ਚਾਹਨੀ ਆ ਕਿ ਤੇਰੇ ਅੰਦਰ ਕੀ ਹਲਚਲ ਚੱਲ ਰਹੀ ਹੈ। ਮੇਬੀ ਮੈਂ ਕੁਝ ਉਹਦੇ ਬਾਰੇ ਕਰ ਸਕਦੀ ਹਾਂ ਜਾਂ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ। ਸੋ ਤੂੰ ਖੁੱਲ ਕੇ ਮੇਰੇ ਨਾਲ ਗੱਲ ਕਰ ਸਕਦਾ। ਸੋ ਇਹ ਕੁਝ ਕਨਵਰਸੇਸ਼ਨ ਸਟਾਰਟਰਸ ਹੈਗੇ ਹੈ ਜੋ ਤੁਸੀਂ ਆਪਣੀ ਗੱਲਬਾਤ ਸ਼ੁਰੂ ਕਰਨ ਦੇ ਵਿੱਚ ਯੂਜ਼ ਕਰ ਸਕਦੇ ਹੋ ਤਾਂ ਕਿ ਤੁਹਾਡੀ ਗੱਲਬਾਤ ਸਮੂਥ ਚੱਲੇ। ਇਹ ਨਾ ਹੋਏ ਕਿ ਤੁਸੀਂ ਤੂੰ ਤੜਾਕ ਤੋਂ ਸ਼ੁਰੂ ਹੋ ਜਾਏ ਤੇ ਤੁਹਾਡਾ ਲਵਡ ਵਨ ਉੱਠ ਕੇ ਦਰਵਾਜ਼ੇ ਭੰਨ ਕੇ ਤੇ ਬਾਹਰ ਚਲ ਜਾਏ ਤੇ ਤੁਸੀਂ ਉੱਥੇ ਦੇ ਉੱਥੇ ਰਹਿ ਜਾਓ। when to get urgent help, please ਧਿਆਨ ਨਾਲ ਇਹਨੂੰ ਦੇਖਾਂਗੇ। if you notice talk of hopelessness or death, ਦੇਖੋ ਸਾਡੇ ਵਾਸਤੇ ਸਾਡੇ ਐਮਰਜੈਂਸੀ ਬ੍ਰੇਨ ਔਨ ਹੋ ਜਾਂਦੇ ਹੈ ਜਦੋਂ ਸਾਡਾ ਕੋਈ ਲਵਡ ਵਨ ਇਹ ਸਟੇਟਮੈਂਟ ਦਿੰਦਾ ਹੈ ਮੈਂ ਮਰ ਜਾਣਾ ਜਾਂ ਮੈਂ ਕੁਝ ਕਰ ਲੈਣਾ, ਮੇਰਾ ਕੁਝ ਨਹੀਂ ਬਣਨਾ, ਮੈਂ ਬੜੀ ਕੋਸ਼ਿਸ਼ ਕਰਕੇ ਦੇਖ ਲਈ ਹੈ, ਮੇਰੇ ਕੋ ਛੱਡਿਆ ਨਹੀਂ ਜਾਣਾ ਤੇ ਮੈਨੂੰ ਲੱਗਦਾ ਹੁਣ ਜ਼ਿੰਦਗੀ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਐਂਡ ਸਮਟਾਈਮਸ ਵੈਨ ਵੀ ਟਾਕ ਦਿਸ ਥਿੰਗ ਟੂ ਦ ਫੈਮਲੀਜ਼ ਤੇ ਸਾਨੂੰ ਅੱਗੇ ਪਤਾ ਕੀ ਜਵਾਬ ਆਉਂਦਾ ਹੈ, ਉਹ ਕੁਝ ਨਹੀਂ ਮੈਡਮ ਮੈਂ ਧਮਕੀਆਂ ਹੈਗੀਆਂ ਜੇ। ਇਹ ਅੱਗੇ ਵੀ ਇਦਾਂ ਹੀ ਬੜੀ ਵਾਰੀ ਕਰਦਾ ਹੁੰਦਾ ਸੀ। ਦੇਖੋ ਅਗਰ ਇਹ ਧਮਕੀ ਵੀ ਹੈ ਈਵਨ ਦੈਨ ਤੁਹਾਨੂੰ ਅੰਡਰਸਟੈਂਡ ਕਰਨਾ ਚਾਹੀਦਾ ਹੈ ਕਿਹੜੇ ਬੰਦੇ ਹਾਈ ਰਿਸਕ ਹੁੰਦੇ ਹੈ ਜਿਹੜੇ ਸੁਸਾਈਡ ਅਟੈਂਪਟ ਕਰਦੇ ਹੈ ਜਾਂ ਸੁਸਾਈਡ ਕਰ ਹੀ ਲੈਂਦੇ ਹੈ, ਕਿਹੜੇ ਹੁੰਦੇ ਆ ਜਿਹੜੇ ਇੰਪਲਸਿਵ ਹੋਣਗੇ ਜਿਨ੍ਹਾਂ ਨੂੰ ਆਪਣੀ ਇੰਪਲਸ ਕੰਟਰੋਲ ਨਹੀਂ ਹੋਏਗੀ। ਭਾਵੇਂ ਉਹਨਾਂ ਨੇ ਤੁਹਾਨੂੰ ਥ੍ਰੈਟਨਿੰਗ ਵੇ ਨਾਲ ਕਿਹਾ ਕਿ ਮੈਂ ਮਰ ਜਾਣਾ ਜੇ, ਬਟ ਉਹ ਥ੍ਰੈਟਨ ਦੇ ਵਿੱਚ ਵੀ ਉਹ ਕਰ ਸਕਦੇ ਆ ਕਿਉਂਕਿ ਉਸ ਵੇਲੇ ਉਹਨਾਂ ਦਾ ਬ੍ਰੇਨ ਜਿਹੜਾ ਹੈਗਾ ਹਾਈਟਨਡ ਇਮੋਸ਼ਨਸ ਦੇ ਵਿੱਚ ਹੈਗਾ ਔਰ ਆਪਣੇ ਕੰਟਰੋਲ ਦੇ ਵਿੱਚ ਨਹੀਂ ਹੈਗਾ। ਨੰਬਰ 2 ਜਿਹੜਾ ਬੰਦਾ ਬਹੁਤ ਹੀ ਡਿਪਰੈਸਡ ਹੈ, ਲੋ ਹੈ, ਹੋਪਲੈਸ ਹੋ ਗਿਆ, ਉਹਨੂੰ ਲੱਗਦਾ ਹੈ ਕਿ ਹੁਣ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਰਿਹਾ। ਨੰਬਰ 3 ਇੱਕ ਬੰਦਾ ਜਿਹੜਾ ਕਿ ਜਿਹਦੇ ਮਨ ਦੇ ਵਿੱਚ ਇੰਨਾ ਸ਼ੱਕ ਆ ਰਿਹਾ ਹੈ ਕਿ ਇਸ ਤੋਂ ਪਹਿਲੇ ਕਿ ਕੋਈ ਹੋਰ ਕੁਝ ਕਰਦੇ ਮੈਂ ਆਪ ਹੀ ਆਪਣਾ ਆਪ ਨੂੰ ਖਤਮ ਕਰਦਾ। ਜਦੋਂ ਸਾਡੇ ਲਵਡ ਵਨਸ ਇਹੋ ਜਿਹੀ ਸਟੇਟਮੈਂਟਸ ਦਿੰਦੇ ਹੈ ਸੋ ਯੂ ਨੀਡ ਇਟ ਇਜ਼ ਅਟਮੋਸਟ ਅਰਜੈਂਟ, ਇੱਥੇ ਅਰਜੈਂਟ ਲਿਖਿਆ ਨਾ, ਮੈਂ ਕਹਾਂਗੀ ਅਟਮੋਸਟ ਅਰਜੈਂਸੀ ਹੋ ਗਈ ਹੈ। ਅਸੀਂ ਉਹ ਸਟੇਟਮੈਂਟ ਨੂੰ ਇਗਨੋਰ ਨਹੀਂ ਕਰ ਸਕਦੇ। ਇਟਸ ਓਕੇ, ਇਹ ਤੇਰਾ ਬਿਹੇਵੀਅਰ ਦਾ ਕੰਮ ਹੀ ਹੈ ਇਦਾਂ ਦੀ ਗੱਲਾਂ ਕਰਨਾ, ਨਹੀਂ। ਅਸੀਂ ਇਹ ਜਿਹੜੀ ਗੱਲ ਕਰ ਰਹੇ ਹਾਂ ਨਾ ਖਿਸਕਣ ਦੀ, ਜਿਹੜਾ ਸਲਿਪ ਅਵੇ ਕਰਨ ਦੀ, ਨਿਕਲ ਜਾਣ ਦੀ, ਉਹ ਕਿਤੇ ਨਾ ਕਿਤੇ ਖਿਸਕ ਰਹੇ ਹੈ, ਕਿਤੇ ਆਪਣੀ ਲਾਈਫ ਨੂੰ ਖੁੰਝਣ ਵਾਸਤੇ ਤੇ ਨਹੀਂ ਖਿਸਕ ਰਹੇ, ਕਿਤੇ ਆਪਣਾ ਕੋਈ ਵੱਡਾ ਨੁਕਸਾਨ ਕਰਨ ਵਾਸਤੇ ਤੇ ਨਹੀਂ ਖਿਸਕ ਰਹੇ। ਅਗਰ ਤੁਹਾਡੇ ਲਵਡ ਵਨ ਨੇ ਇਹੀ ਕਹਿਤਾ ਨਾ ਕਿ ਮੇਰਾ ਤੇ ਦਿਲ ਕਰਦਾ ਓਵਰਡੋਜ਼ ਕਰਾਂ ਤੇ ਮਰ ਜਾਵਾਂ,
So this is also very much important. What he is saying, ਉਹਦੀ ਕਹਿਣ ਦੇ ਪਿੱਛੇ ਕਿੰਨਾ ਦਰਦ ਹੈ, ਕਿੰਨੀ ਹੋਪਲੈਸਨੈਸ ਹੈ। ਤੁਹਾਡੇ ਵਾਸਤੇ ਇੰਨੀ ਐਮਰਜੈਂਸੀ ਬਣ ਜਾਣੀ ਚਾਹੀਦੀ ਹੈ ਕਿ ਇਮੀਡੀਏਟ ਹੈਲਪ, ਇਮੀਡੀਏਟ ਇੰਟਰਵੈਂਸ਼ਨ ਚਾਹੀਦੀ ਹੈ ਉਹਦੇ ਵਾਸਤੇ। ਇਮੀਡੀਏਟ ਇੰਟਰਵੈਂਸ਼ਨ ਯੂਜ਼ ਕਰਾਂਗੀ ਮੈਂ। ਦੈਨ ਸਡਨ ਗਿਵਿੰਗ ਅਵੇ ਆਫ ਬਿਲੋਂਗਿੰਗਸ। ਅਗਰ ਤੁਹਾਡਾ ਲਵਡ ਵਨ ਆਪਣੀਆਂ ਚੀਜ਼ਾਂ ਜਿਹੜੀਆਂ ਉਹਨੂੰ ਬਹੁਤ ਚੰਗੀਆਂ ਲੱਗਦੀਆਂ ਸੀ ਉਹ ਦੇਣ ਲੱਗ ਪਿਆ, ਸਾਈਡ ਤੇ ਰੱਖਣ ਲੱਗ ਪਿਆ, ਉਹਨੂੰ ਇਸਤੇਮਾਲ ਨਹੀਂ ਕਰ ਰਿਹਾ, ਜਾਂ ਕੋਈ ਇਹੋ ਜਿਹੀਆਂ ਤੁਹਾਡੇ ਘਰ ਦੇ ਵਿੱਚ ਚੀਜ਼ਾਂ ਕਰ ਰਿਹਾ ਵੈ ਔਰ ਤੁਹਾਨੂੰ ਕਹਿੰਦਾ ਤੈਨੂੰ ਬਾਅਦ ਚੋਂ ਦੱਸਾਂਗਾ, ਕੋਈ ਰੈਨੋਵੇਸ਼ਨ ਕਰ ਰਿਹਾ, ਕੋਈ ਕੁਝ ਕਰ ਰਿਹਾ, ਬੜਾ ਡਿਫਰੈਂਟ ਜਾਂ ਕੋਈ ਬਿਹੇਵ ਕਰ ਰਿਹਾ, ਉਹ ਵੀ ਇੱਕ ਸਿੰਪਟਮ ਹੈ। ਯੂ ਨੀਡ ਟੂ ਸੀ ਕਿ ਇਹ ਅਚਾਨਕ ਕਿਉਂ ਇਸ ਤਰ੍ਹਾਂ ਕਰਨ ਲੱਗ ਪਿਆ। ਕਿਸੇ ਦਿਨ ਤੁਹਾਨੂੰ ਤੁਹਾਡਾ ਲਵਡ ਵਨ ਕਹਿੰਦਾ ਮੇਰੇ ਕੋਲ ਹਿਸਾਬ ਸਿੱਖ ਲੈ, ਮੇਰੇ ਕੋਲੋਂ ਇਹ ਲਿਖ ਲੈ ਡਾਇਰੀ ਦੇ ਵਿੱਚ ਕੀ ਕੀ ਹੈਗਾ, ਐਂਡ ਤੁਸੀਂ ਕਹਿੰਦੇ ਇਸ ਤਰ੍ਹਾਂ ਦੀ ਗੱਲ ਕਿਉਂ ਕਰ ਰਹੇ ਹੋ ਤੁਸੀਂ, ਸਭ ਕੁਝ ਤੇ ਠੀਕ ਹੈਗਾ। ਸੋ ਅਗਰ ਸਾਡਾ ਲਵਡ ਵਨ ਕੋਈ ਵੀ, ਆਈ ਐਮ ਨਾਟ ਸੇਇੰਗ ਕਿ ਇਹ ਵਾਲੇ ਲਵਡ ਵਨ, ਤੁਹਾਡੀ ਫੈਮਿਲੀ ਦੇ ਵਿੱਚ ਵੀ ਕੋਈ ਇੱਦਾਂ ਦੀ ਕੋਈ ਹੋਪਲੈਸ ਗੱਲ ਕਰ ਰਿਹਾ ਹੈ, ਇਹਦਾ ਮਤਲਬ ਹੈ देयर इज ਸਮਥਿੰਗ ਇਨ ਦ ਮੂਡ, ਕੋਈ ਮੈਂਟਲ ਹੈਲਥ ਇਸ਼ੂ ਹੈ ਉਹਦੇ ਪਿੱਛੇ, ਕੋਈ ਪੇਨ ਹੈ ਉਹਦੇ ਪਿੱਛੇ, ਉਹਨੂੰ ਐਡਰੈਸ ਕਰਨਾ ਚਾਹੀਦਾ ਹੈ, ਨਾ ਕਿ ਉਹਨੂੰ ਇਗਨੋਰ ਕਰਨਾ ਚਾਹੀਦਾ ਹੈ। ਸਿਰਫ ਇਹ ਕਹਿਣ ਦੇ ਨਾਲ ਨਹੀਂ ਨਹੀਂ ਇਹੋ ਜਿਹੀ ਗੱਲ ਨਾ ਕਰੋ ਤੁਸੀਂ, ਇਹਦੇ ਨਾਲ ਨਹੀਂ ਗੱਲ ਬਣਦੀ। ਇਮੀਡੀਏਟਲੀ ਉਹਨੂੰ ਤੁਸੀਂ ਥੈਰੇਪਿਸਟ ਕੋਲ ਲੈ ਕੇ ਜਾਓ। ਔਰ 100 ਵਿੱਚੋਂ 80% ਇਹੋ ਜਿਹੇ ਕੇਸਿਸ ਹੋਣਗੇ ਜਿੱਥੇ ਕਿ ਤੁਹਾਡੇ ਪੁੱਛਣ ਦੇ ਬਾਵਜੂਦ ਵੀ ਉਹ ਨਹੀਂ ਦੱਸਣਗੇ। ਪਰ ਇਹਨਾਂ ਗੱਲਾਂ ਨੂੰ ਜੇ ਤੁਸੀਂ ਨੋਟਿਸ ਕਰ ਰਹੇ ਹੋ, ਤੁਹਾਡਾ ਪੂਰਾ ਫਰਜ਼ ਹੈ ਕਿ ਤੁਸੀਂ ਟ੍ਰੀਟਿੰਗ ਟੀਮ ਨੂੰ ਦੱਸੋ, ਕਿਉਂਕਿ ਥੈਰੇਪੀ ਇੱਕ ਸੋਲੂਸ਼ਨ ਹੈ ਜਿੱਥੇ ਗੱਲਬਾਤ ਕਰਕੇ ਅਸੀਂ ਅੰਦਰਲੀਆਂ ਗੱਲਾਂ ਬਾਹਰ ਲੈ ਕੇ ਆ ਸਕਦੇ ਹਾਂ। ਦੂਸਰਾ ਸਾਡੇ ਕੋਲ ਮੈਡੀਸਨ ਹੈ। ਸੋ ਇਹ ਦੋਨਾਂ ਚੀਜ਼ਾਂ ਦੀ ਕੰਬੀਨੇਸ਼ਨ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਠੀਕ ਕਰ ਸਕਦੇ ਹਾਂ, ਇਹਦੀ ਰੋਕ ਕਰ ਸਕਦੇ ਹਾਂ ਕਿ ਕੋਈ ਨੁਕਸਾਨ, ਹਾਰਮ ਰਿਡਕਸ਼ਨ ਕਰ ਸਕਦੇ ਹਾਂ। ਇਹ ਨਹੀਂ ਕਿ ਤੁਸੀਂ ਗੱਲਬਾਤ ਕਰਤੀ ਤੇ ਉਹਨੇ ਕਹਿਤਾ ਨਹੀਂ ਜੀ ਸਭ ਠੀਕ ਹੈ ਤੇ ਤੁਸੀਂ ਮੰਨ ਗਏ, ਨਹੀਂ। ਤੁਸੀਂ ਇਹ ਜੋ ਨੋਟ ਕੀਤਾ ਹੈ, ਗੱਲਬਾਤ ਦੇ ਬਾਵਜੂਦ ਵੀ ਇਹ ਹੋ ਸਕਦਾ ਹੈ ਕਿ ਉਹ ਤੁਹਾਨੂੰ ਨਾ ਦੱਸੇ, ਤੁਹਾਡਾ ਸਾਡੇ ਤੱਕ ਇਹ ਗੱਲ ਨੂੰ ਪਹੁੰਚਾਉਣਾ ਤੇ ਇਸ ਚੀਜ਼ ਨੂੰ ਐਡਰੈਸ ਕਰਨਾ ਬਹੁਤ ਜ਼ਰੂਰੀ ਹੈ। ਕਈ ਵਾਰੀ ਸਾਡਾ ਲਵਡ ਵਨ ਸਾਡੇ ਨਾਲ ਨਹੀਂ ਤੁਰਦਾ, ਉਹਦੀ ਹੋਪਲੈਸਨੈਸ ਇੰਨੀ ਜ਼ਿਆਦਾ ਹੁੰਦੀ ਹੈ, ਉਹਦਾ ਲੋ ਫੇਜ਼ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹ ਤੁਰਦਾ ਨਹੀਂ ਹੈ। ਈਵਨ ਦੈਨ ਤੁਸੀਂ ਮਦਦ ਲੈਣੀ ਹੈ, ਈਵਨ ਦੈਨ ਤੁਸੀਂ ਸਿੱਖਣਾ ਹੈ ਕਿ ਇੰਟਰਵੈਂਸ਼ਨ ਕਿਸ ਤਰ੍ਹਾਂ ਕਰਨੀ ਹੈ। ਅਸੀਂ ਬਾਰ-ਬਾਰ ਕਹਿ ਰਹੇ ਹਾਂ, ਇਸ ਤੋਂ ਪਹਿਲੇ ਕਿ ਉਹ ਫਿਸਲੇ, ਇਸ ਤੋਂ ਪਹਿਲੇ ਕਿ ਉਹ ਖਿਸਕੇ, ਉਹਦਾ ਹੱਥ ਫੜਨਾ ਤੇ ਜ਼ੋਰ ਦੀ ਫੜ ਕੇ ਰੱਖਣਾ, ਛੱਡ ਨਹੀਂ ਦੇਣਾ। ਦੈਟ ਇਜ਼ ਇੰਪੋਰਟੈਂਟ। ਦੈਨ ਟੋਟਲ ਸੋਸ਼ਲ ਵਿਡਰੋਲ। ਜਦੋਂ ਤੁਸੀਂ ਦੇਖ ਰਹੇ ਹੋ ਕਿ ਤੁਹਾਡਾ ਲਵਡ ਵਨ ਪਹਿਲੇ ਸਾਰੀਆਂ ਗੱਲਾਂ ਕਰ ਰਿਹਾ ਸੀ, ਸਭ ਨੂੰ ਮਿਲ ਰਿਹਾ ਸੀ, ਹੁਣ ਬਿਲਕੁਲ ਹੀ ਉਹਨੇ ਆਪਣੇ ਆਪ ਨੂੰ ਕਾਰਨਰ ਕਰਤਾ, ਇਕੱਲਾ ਹੋ ਗਿਆ, ਇਕੱਲੇ ਕਮਰੇ ਦੇ ਵਿੱਚ ਚਲਾ ਗਿਆ। ਅਗਰ ਇਹ ਸਿੰਪਟਮਸ ਆ ਰਹੇ ਆ ਤਦ ਵੀ ਇਮੀਡੀਏਟਲੀ ਹੈਲਪ ਲਵਾਂਗੇ। ਇੰਕਰੀਜ਼ਡ ਰਿਸਕੀ ਬਿਹੇਵੀਅਰ। ਰਿਸਕੀ ਬਿਹੇਵੀਅਰ ਕੀ ਹੋ ਸਕਦਾ ਹੈ? ਜਿਵੇਂ ਫॉर ਐਗਜ਼ਾਮਪਲ ਤੁਹਾਨੂੰ ਲੱਗਦਾ ਹੈ ਕਿ ਇਹ ਰਿਸਕੀ ਬਿਹੇਵੀਅਰ ਕਰ ਰਿਹਾ ਹੈ, ਕਦੀ ਕਿਚਨ 'ਚ ਜਾ ਕੇ ਚਾਕੂ ਦੇ ਨਾਲ ਕੁਝ ਫਿਡਲਿੰਗ ਕਰ ਰਿਹਾ, ਦੇਖ ਰਿਹਾ। ਬਹੁਤ ਸਾਰੇ ਨਾ ਪਿੰਡਾਂ ਦੇ ਵਿੱਚ ਆਪਣੀ ਸੈਲਫ ਡਿਫੈਂਸ ਵਾਸਤੇ ਪਿਸਟਲਸ ਰੱਖੀਆਂ ਹੁੰਦੀਆਂ ਆਪਾਂ ਘਰ ਦੇ ਵਿੱਚ, ਘਰਾਂ ਦੇ ਵਿੱਚ। ਤੁਹਾਡੇ ਘਰ ਦੀ, ਤੁਹਾਡਾ ਲਵਡ ਵਨ ਕੋਈ ਵੀ ਪਿਸਟਲ ਲੱਭ ਰਿਹਾ, ਉਹਨੂੰ ਸਾਫ਼ ਕਰ ਰਿਹਾ, ਉਹਨੂੰ ਦੇਖ ਰਿਹਾ ਅਚਾਨਕ, ਅਗਰ ਇਹੋ ਜਿਹਾ ਕੋਈ ਤੁਹਾਨੂੰ ਸਿੰਪਟਮ ਦਿਖ ਰਿਹਾ ਹੈ, ਇਹਦਾ ਮਤਲਬ ਹੈ ਦਿਸ ਇਜ਼ ਰਿਸਕੀ ਬਿਹੇਵੀਅਰ। ਪਹਿਲੇ ਤਾਂ ਮੈਂ ਕਹੂੰਗੀ ਜੇ ਤੁਸੀਂ ਇੱਥੇ ਬੈਠੇ ਹੋ ਤੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਹਥਿਆਰ ਹੈ, ਸੋ ਪਲੀਜ਼ ਉਹਨੂੰ ਡਿਸਕਾਰਡ ਕਰ ਦਿਓ, ਉਹ ਚਾਹੀਦਾ ਹੀ ਨਹੀਂ ਹੈ। ਕਿਉਂਕਿ ਸਾਡੇ ਲਵਡ ਵਨ ਦੀ ਕੈਪੈਸਿਟੀ ਨਹੀਂ ਹੈਗੀ, ਕਿਸੇ ਵੀ ਕਾਰਨ ਕਰਕੇ ਕੋਈ ਵੀ ਵੈਪਨ, ਕੋਈ ਵੀ ਚੀਜ਼ ਆਪਾਂ ਘਰ ਦੇ ਵਿੱਚ ਰੱਖੀ ਹੋਈ ਹੈ ਉਹ ਨਹੀਂ ਹੋਣੀ ਚਾਹੀਦੀ, ਬਿਕੋਜ਼ ਸਾਡੇ ਪੇਸ਼ੈਂਟ ਦੀ ਕੈਪੈਸਿਟੀ ਨਹੀਂ ਹੈ, ਉਹਨੂੰ ਨਹੀਂ ਪਤਾ ਆਪਾਂ ਕਿਸ ਵੇਲੇ ਕਿਹੜੀ ਇੰਪਲਸਿਵ ਸੋਚ ਆ ਜਾਏਗੀ ਜਿਹੜਾ ਨੁਕਸਾਨ ਕਰ ਦੇਗੀ। ਮਤਲਬ ਅਸੀਂ ਹਥਿਆਰ ਰੱਖਿਆ, ਸ਼ਾਇਦ ਸਾਨੂੰ ਬਾਹਰੋਂ ਕੋਈ ਖਤਰਾ ਹੈ, ਪਰ ਸਾਡੇ ਇੱਥੇ ਜਿਹੜੇ ਲਵਡ ਵਨਸ ਨੇ ਉਹਨਾਂ ਨੂੰ ਆਪਣੀਆਂ ਸੋਚਾਂ ਤੋਂ ਜ਼ਿਆਦਾ ਖਤਰਾ ਹੈ, ਆਪਣੇ ਬਿਹੇਵੀਅਰ ਤੋਂ, ਬਾਹਰਲੀ ਦੁਨੀਆ ਤੋਂ ਇੰਨਾ ਖਤਰਾ ਨਹੀਂ ਹੈ ਉਹਨਾਂ ਨੂੰ। ਸੋ ਪਲੀਜ਼ ਇਹ ਮੇਰੀ ਰਿਕੁਐਸਟ ਹੈ, ਜੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਹੈ, ਜਾਂ ਤੇ ਉਹਨੂੰ ਲੋਕਰ 'ਚ ਰੱਖੋ, ਆਪਣੇ ਹੱਥ 'ਚ ਰੱਖੋ, ਡਿਸਕਾਰਡ ਵਾਟਐਵਰ, ਬਟ ਉਹ ਚੀਜ਼ ਨਹੀਂ ਹੋਣੀ ਚਾਹੀਦੀ ਸਾਡੇ ਘਰਾਂ ਦੇ ਵਿੱਚ ਸਪੈਸ਼ਲੀ। ਮੈਂ ਦੱਸਦੀ ਹਾਂ, ਥੋੜੇ ਦਿਨ ਪਹਿਲੇ ਸਾਡੇ ਇੱਕ ਲਵਡ ਵਨ ਦੀ ਲੜਾਈ ਹੋ ਗਈ ਸੀ ਰਸਤੇ ਦੇ ਵਿੱਚ। ਹੀ ਇਜ਼ ਡੂਇੰਗ ਵੈਰੀ ਵੈਲ ਸਿੰਸ 2 years, ਔਰ ਉਹਦੇ ਮਦਰ ਨਾਲ ਸੀਗੇ, ਔਰ ਅਗਲੇ ਦਿਨ ਉਹਨੇ ਆਪਣੇ ਫਾਦਰ ਨੂੰ ਫੋਰਸ ਕਰਕੇ ਕੁਝ ਵੀ ਵੈਪਨ, ਹਥਿਆਰ ਕੁਝ ਵੀ ਖਰੀਦਣ ਦੀ ਕੋਸ਼ਿਸ਼ ਕੀਤੀ, ਔਰ ਉਹਨਾਂ ਦੀ ਮਦਰ ਦੀ ਮੈਨੂੰ ਕਾਲ ਆ ਗਈ ਕਿ ਮੈਮ ਇਸ ਤਰ੍ਹਾਂ ਹੋ ਰਿਹਾ ਹੈ ਤੇ ਉਹ ਪਤਾ ਨਹੀਂ ਕਿਉਂ ਕਰ ਰਿਹਾ ਤੇ ਆਈ ਐਮ ਰੀਅਲੀ ਅਫਰੇਡ। ਮੈਂ ਕਿਹਾ ਅੱਛਾ ਠੀਕ ਹੈ। ਦੈਨ ਵੀ ਪਲਾਨਡ ਅ ਥੈਰੇਪੀ ਸੈਸ਼ਨ ਆਨਲਾਈਨ, ਐਂਡ ਮੈਂ ਗੱਲ ਕੀਤੀ ਉਹਦੇ ਨਾਲ
एंड देन ही सेड कि कल जो वो लड़ाई हुई थी ना मैम, उसमें मेरी मम्मा साथ में थी, तो उस लड़ाई में वो मेरी मम्मा को कुछ कर सकते थे, इसलिए सेल्फ डिफेंस के लिए मुझे चाहिए। So then we had a long session, but then somehow ਅਸੀਂ ਡਿਸਕਰੇਜ ਕੀਤਾ ਉਹਦੇ ਇਸ ਥਾਟ ਨੂੰ ਕਿ ਆਪਾਂ ਵੈਪਨ ਨਹੀਂ ਖਰੀਦਣਾ, ਕਿਉਂਕਿ ਵੈਪਨ ਦੇ ਨਾਲ ਇੰਪਲਸਿਵਲੀ ਨੁਕਸਾਨ ਹੋ ਸਕਦਾ ਹੈ। ਇਹ ਸੋਚ ਕੇ ਹੀ ਹੋ ਸਕਦਾ ਹੈ ਕਿ ਇਸ ਤੋਂ ਪਹਿਲੇ ਕੋਈ ਅਟੈਕ ਕਰੇ ਮੈਂ ਹੀ ਕਾਊਂਟਰ ਅਟੈਕ ਕਰਦਾ। ਉਹ ਇਹ ਸਭ ਚੀਜ਼ਾਂ ਬਹੁਤ ਇਹੋ ਜਿਹੀਆਂ ਗੱਲਾਂ ਜਦੋਂ ਸਾਡੇ ਘਰਾਂ ਦੇ ਵਿੱਚ ਹੋ ਰਹੀਆਂ ਹੈ, ਅਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ। ਅਸੀਂ ਚਾਹੁੰਦੇ ਨਹੀਂ ਆ, ਪਰ ਕਈ ਵਾਰੀ ਮੈਂ ਦੁਬਾਰਾ ਕਵਾਂਗੀ ਅਨਇੰਟੈਂਸ਼ਨਲੀ ਅਨਕੌਂਸ਼ੀਅਸਲੀ ਅਸੀਂ ਇਗਨੋਰ ਕਰ ਦਿੰਦੇ ਹਾਂ। देन एक्शन की करना है, contact therapist immediately, use crisis helpline, keep them in safe environment, safe environment. I am emphasizing on safe environment. साडा loved one किदे ना किदे अपने आप नू safe feel नहीं कर रहा, उन्होंने किदे ना किदे खतरा है, बाहरलियां तो खतरा नहीं है, अपने ही थॉट्स तो खतरा है किदे ना किदे, उन्होंने safe environment देना है। मैं दोबारा इस चीज़ से एम्फसाइज करांगी, अगर तुसी अपने लव्ड वन दी जदों ओदी हाइटेंड इमोशंस होंदी है, भावें वो शक है, भावें वो गुस्सा है, भावें वो कोई भी इमोशन है, उस वेले जे तुसी ओदा हाथ फड़ के ओदे कोल थोड़ी देर बह जाओ, सिर्फ सुनो और उस सुनने दे विच रिफ्लैक्टिव लिसनिंग होनी चाहिए है। अच्छा तुसी की कह रहे सीगे, ਤੁਸੀਂ ਕੀ ਗੱਲ ਕਹੀ ਹੁਣੇ, ਸਿਰਫ ਸੁਣਨ ਦੇ ਨਾਲ ਅਸੀਂ ਔਰ ਆਪਣੇ ਲਵਡ ਵਨ ਨੂੰ ਇੱਕ ਸੇਫ এনवायरमेंट ਦੇ ਸਕਦੇ ਹਾਂ। ਐਂਡ ਅੱਜ ਜੋ ਅਸੀਂ ਗੱਲ ਕੀਤੀ ਹੈ ਉਹ ਅਸੀਂ ਇਸ ਕਰਕੇ ਕੀਤੀ ਹੈ ਕਿਉਂਕਿ ਸਾਡੇ ਕਈ ਪੇਸ਼ੈਂਟਸ ਜਿਹੜੇ ਟ੍ਰੀਟਮੈਂਟ 'ਚ ਨਹੀਂ ਹੁੰਦੇ ਔਰ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਦੇ ਹੈਵ ਐਂਡਡ ਅਪ देयर ਲਾਈਫ, ਅੱਜ ਅਸੀਂ ਇਹ ਵਾਲੀ ਸੈਸ਼ਨ ਸਿਰਫ ਅਵੇਅਰਨੈਸ ਵਾਸਤੇ ਕੀਤਾ ਤਾਂ ਕਿ ਜਿਹੜੇ ਵੀ ਫੈਮਿਲੀ ਮੈਂਬਰਸ ਇੱਥੇ ਬੈਠੇ ਔਰ ਜਿਹੜੇ ਆਨਲਾਈਨ ਸੁਣ ਰਹੇ ਹੈ ਉਹ ਅੰਡਰਸਟੈਂਡ ਕਰਨ ਕਿ ਜਦੋਂ ਵੀ ਸਾਡਾ ਲਵਡ ਵਨ ਖਿਸਕਣਾ ਸ਼ੁਰੂ ਕਰਦਾ ਹੈ ਉਹ ਸਾਡੇ ਵਾਸਤੇ ਅਲਾਰਮਿੰਗ ਸਾਈਨ ਹੈ, ਉਹ ਖਤਰੇ ਦੀ ਘੰਟੀ ਹੈ ਕਿ ਕਿਤੇ ਕੋਈ ਨੁਕਸਾਨ ਨਾ ਹੋ ਜਾਏ ਔਰ ਆਪਾਂ ਇਮੀਡੀਏਟਲੀ ਆਪਣੇ ਥੈਰੇਪਿਸਟ ਨੂੰ ਕੰਟੈਕਟ ਕਰਨਾ ਉਹਦੇ ਵਾਸਤੇ। ਕਿਸੇ ਦਾ ਕੋਈ ਸਵਾਲ, ਕਿਸੇ ਨੇ ਕੋਈ ਚੀਜ਼ ਪੁੱਛਣੀ ਹੈ, ਨਹੀਂ ਸਮਝ ਆਈ ਜਾਂ ਕਿਸੇ ਦੀ ਕੋਈ ਹਾਈਟਨਡ ਇਮੋਸ਼ਨਸ ਹੋ ਗਈ ਹੈ, ਵੀ ਡੋਂਟ ਵਾਂਟ, ਅਸੀਂ ਤੁਹਾਨੂੰ अनकंफर्टेबल नहीं करना चाहते, पर असी तुहानू एक रियलिटी ऑफ लाइफ एंड मैंटल हेल्थ की एक रियलिटी दसना चाह रहे सीगे अज दे सैशन के थ्रू, सो दैट अगर असी अपने आस पास किसी नू भी, इट्स नॉट कि साडा लव्ड वन इत्थे एडमिटेड है, साडे आस पास फैमिली दे विच 5 10 15 होर फैमिली मैंबरस भी है, एक छोटा बच्चा भी है, एक बजुर्ग भी है, एक एडल्ट भी है, एक टीनेजर भी है, कोई भी फैमिली मैंबर सानू लग रहा है कि खिसक रहा है, अवॉइड कर रहा है, स्केप कर रहा है किसी सिचुएशन तो, ਇਹਦਾ मतलब है उन्होंने हेल्प की जरूरत है एंड असी उन्होंने हेल्प करिए।